सो आत्म विश्वास जिहड़ा है मनुख नूं मिलदा है ते मनुख बहुत वधिया मनुख बनदा है। और ਉਹਦੇ ਬਣਨ ਵਿੱਚ ਅਸੀਂ ਪਿਛਲੀ ਵਾਰ ਜਿਹੜੀ ਵਿਚਾਰ ਕੀਤੀ ਸੀ ਉਹਦੇ ਵਿੱਚ ਸਾਡੇ ਪਰਿਵਾਰਕ ਮੈਂਬਰਾਂ ਦਾ, ਸਾਡੇ ਟੀਚਰ ਸਹਿਬਾਨ ਦਾ ਔਰ ਉਹਦੇ ਨਾਲ ਸਾਡੇ ਚੁਗਿਰਦੇ ਦਾ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਸੋ ਚੁਗਿਰਦੇ ਦੇ ਬਹੁਤ ਸਾਰੇ ਪੱਖ ਨੇ ਜਿਹੜੇ ਕਿਸੇ ਵੀ ਮਨੁੱਖ ਦਾ ਆਤਮ ਵਿਸ਼ਵਾਸ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹੁੰਦੇ ਨੇ। ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕਈ ਵਾਰ ਤੁਹਾਡਾ ਵਾਤਾਵਰਨ ਵੀ ਤੁਹਾਡਾ ਆਤਮ ਵਿਸ਼ਵਾਸ ਬਣਾਉਣ ਦੇ ਵਿੱਚ ਜਿਹੜਾ ਹੈ ਉਹ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੁੰਦਾ ਹੈ। ਕਲਾਕਾਰਾ ਬੰਦਾ ਜ਼ਿੰਦਗੀ ਵਿੱਚ ਇੰਨਾ ਸਫਲ ਨਹੀਂ ਹੋ ਸਕਦਾ ਜਿੰਨਾ ਚਿਰ ਉਹਦੇ ਨਾਲ ਇੱਕ ਪੂਰੀ ਟੀਮ ਨਾਲ ਪਿੱਛੇ ਕੰਮ ਕਰਿਆ। ਹਵਾਈ ਜਹਾਜ਼ ਦਾ ਰੈਫਰ ਆਇਆ ਸੀ, ਹੋਰ ਕੁਝ ਗੱਲਾਂ ਹੋਈਆਂ ਸੀਗੀਆਂ ਤੇ ਕੁਝ ਇੱਕ ਚੀਜ਼ਾਂ ਹੋਰ ਵੀ ਅਸੀਂ ਕੀਤੀਆਂ ਸੀ। ਉਹਨਾਂ 'ਚ ਇੱਕ ਤੇ ਸੀ ਕਿ ਆਪਣਾ ਲਕਸ਼ ਜਿਹੜਾ ਟੀਚਾ ਆ ਉਹਨੂੰ ਫਿਕਸ ਕਰਨਾ ਬਹੁਤ ਜ਼ਰੂਰੀ ਆ, ਫਿਰ ਉਹਨੂੰ ਸੇਧ ਕਰਕੇ ਲਗਾਤਾਰਤਾ ਬਣਾਈ ਰੱਖਣੀ ਜ਼ਰੂਰੀ ਆ ਕਿ ਮਨੁੱਖ ਇਕੱਲੇ ਟੀਚੇ ਨਾਲ ਨਿਰਧਾਰਿਤ ਕਰੇ, ਆਪਣੀਆਂ ਸੀਮਾਵਾਂ ਨੂੰ ਵੀ ਨਿਰਧਾਰਿਤ ਕਰੇ, ਆਪਣੀਆਂ ਜਿਹੜੀਆਂ ਸੀਮਾਵਾਂ ਨੂੰ ਸਥਾਪਿਤ ਕਰੇ ਕਿ ਮੇਰੀ ਸੀਮਾ ਕੀ ਆ, ਮੇਰੇ ਆਰਥਿਕ ਤੌਰ ਤੇ ਮੇਰੀ ਕਿੰਨੀ ਕੁ ਜ਼ਿਆਦਾ ਹੈਗਾ ਸੰਪਨ ਹੈ ਕਿ ਮੈਂ ਇਹ ਟੀਚੇ ਪ੍ਰਾਪਤ ਕਰਨ ਲਈ। ਜੇ ਹੁਣ ਇੱਕ ਬੰਦਾ ਬਹੁਤ ਗਰੀਬੀ ਦੀ ਹਾਲਤ 'ਚ ਆ ਤੇ ਉਹ ਟੀਚਾ ਕਰ ਲੇ ਕਿ ਮੈਂ ਪਾਇਲਟ ਬਣਨਾ, ਸਪੋਜ਼ ਕਰੋ, ਤੇ ਪੜ੍ਹਾਈ ਲਿਖਾਈ ਆਪਣੀ ਥਾਂ ਬਹੁਤ ਕੋਈ ਵੀ ਬੰਦਾ ਕਰ ਸਕਦਾ, ਮੈਂ ਤੋਂ ਇਨਕਾਰੀ ਨਹੀਂ, ਪਰ ਪਾਇਲਟ ਦੀ ਟ੍ਰੇਨਿੰਗ ਤੇ ਇੰਨੇ ਪੈਸੇ ਲੱਗ ਜਾਂਦੇ ਆ ਕਿ ਕਈ ਵਾਰ ਉਹ ਕੋਸ਼ਿਸ਼ ਕਰਕੇ ਵੀ ਨਹੀਂ ਕਰ ਸਕਦਾ। ਕਿ ਉਹ ਬੰਦੇ ਪਹਿਲਾਂ ਸਕੂਲ ਲੈਵਲ ਤੇ ਉਹਨਾਂ ਨੇ ਸਿਲੈਕਟ ਹੋਣ ਲਈ ਜਿਹੜਾ ਹੈ, ਕਿਉਂਕਿ ਸਾਡੇ 2-3 ਸਕੂਲਾਂ ਦੇ ਵਿੱਚ ਬਟਾਲੇ ਦੇ ਸਕੂਲ, ਸਾਡੇ ਗੁਰਜ ਸਾਹਿਬ, ਸਾਡੇ ਸਤਗੋਹਾ, ਸਾਡੇ ਗੁਰਦਾਸਪੁਰ ਡਿਸਟ੍ਰਿਕਟ ਦੀ ਮੈਂ ਗੱਲ ਕਰਦਾ, ਵਡਾਲਾ ਬਾਂਗਰ, ਭਾਗੋਵਾਲ, ਇਹਨਾਂ ਸਕੂਲਾਂ ਦੀਆਂ ਹਾਕੀ ਦੀਆਂ ਟੀਮਾਂ ਜਿਹੜੀਆਂ ਬਹੁਤ ਸਟਰੋਂਗ ਸੀ, ਜਿਨ੍ਹਾਂ ਨੇ 1-2 ਓਲੰਪੀਅਨ ਵੀ ਦਿੱਤੇ ਆ ਤੇ ਪੰਜਾਬ ਸਟੇਟ ਵੱਲੋਂ ਖੇਡਣ ਵਾਲੇ ਵੀ ਬਹੁਤ ਸਾਰੇ ਖਿਡਾਰੀ ਦਿੱਤੇ। ਉਹਨਾਂ ਨੂੰ ਫਿਰ ਸਾਡਾ ਸਮਾਜ ਜਿਹੜਾ ਉਹ ਪ੍ਰਵਾਨ ਵੀ ਨਹੀਂ ਕਰਦਾ। ਉਹਨਾਂ ਨੂੰ ਕਈ ਲਕਬ ਤੁਸੀਂ ਦੱਸਿਆ, ਹੰਕਾਰੀ, ਦੁਰਾਚਾਰੀ, ਕਈ ਕੁਝ ਫੁਕਰਾਪੰਥੀ ਦਾ ਸ਼ਿਕਾਰ ਲੋਕ ਕਿਹਾ ਜਾਂਦਾ, ਉਹਨਾਂ ਨੂੰ ਫੁਕਰੇ ਕਿਹਾ ਜਾਂਦਾ, ਬਹੁਤ ਕੁਝ ਕਿਹਾ ਜਾਂਦਾ, ਪਰ ਉਹ ਜ਼ਿੰਦਗੀ 'ਚ ਕਦੀ ਵੀ ਸਾਰਥਕ ਸੇਧ ਨਾ ਤੇ ਆਪਣਾ ਲੈਂਦੇ ਆ ਤੇ ਨਾ ਦੂਜਿਆਂ ਲਈ ਕਦੀ ਉਹ ਕੋਈ ਰੋਲ ਮਾਡਲ ਬਣਦੇ ਆ। ਸਮਾਜ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਉਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀਆਂ ਕਿ ਅਸੀਂ ਉਹਨਾਂ ਲੋਕਾਂ ਦੇ ਨਾਂ ਲਈਏ। ਤੁਸੀਂ ਆਪਣੇ ਚਿਗਿਰਦੇ ਵਿੱਚ ਵੇਖ ਲਓ, ਸਾਡੇ ਕਈ ਆਫੀਸਰਸ ਦੇਖ ਲਓ ਜਿਨ੍ਹਾਂ ਨੇ ਉਹ ਬਹੁਤ ਮਾਇਆ ਜੋੜੀ ਆ, ਬਹੁਤ ਸਾਰਾ ਕੁਝ ਕੀਤਾ, ਉਹਨਾਂ ਤਰੱਕੀਆਂ ਵੀ ਪ੍ਰਾਪਤ ਕਰ ਲਈਆਂ, ਪਰ ਉਹ ਜਿਹੜਾ ਸਾਰਾ ਕੁਝ ਆ ਉਹ ਗਾੜੀ ਆਪਣੇ ਬੱਚਿਆਂ ਦੇ ਵਿੱਚ ਜਦੋਂ ਲੈ ਕੇ ਜਾਂਦੇ ਆ ਤੇ ਉਹਦੇ ਬੜੇ ਦੁਸ਼ਟ ਪ੍ਰਭਾਵ ਉਹਨਾਂ ਦੇ ਪਰਿਵਾਰ ਦੇ ਉੱਤੇ ਦਿਸਦੇ ਆ। ਬੱਚੇ ਜਿਹੜੇ ਆ ਉਹ ਬਹੁਤ ਗਲਤ ਰਾਹਾਂ ਤੇ ਪੈ ਜਾਂਦੇ ਨੇ, ਔਰ ਜਦੋਂ ਤੁਹਾਡੇ ਬੱਚੇ, ਤੁਹਾਡੇ ਭੈਣ ਭਰਾ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਗਲਤ ਰਾਹਾਂ ਤੇ ਪੈ ਜਾਂਦੇ ਨੇ, ਉਹ ਜਿਹੜਾ ਮਾਨਸਿਕ ਸੰਤਾਪ ਹੁੰਦਾ ਹੈ ਉਹ ਜਿਹੜਾ ਨਰਕਾਂ ਤੋਂ ਵੀ ਵੱਧ ਹੁੰਦਾ ਹੈ। ਪਰ ਹੰਸਪਾਲ ਜੀ, ਉਦੇਸ਼ ਤੇ ਜਿਹੜੇ ਮਹਾਂਪੁਰਖਾਂ ਦਾ ਹਮੇਸ਼ਾ ਇਹੋ ਰਿਹਾ ਕਿ ਇੱਕ ਉੱਤਮ ਸਮਾਜ ਬਣੇ ਜਿਹਦੇ ਵਿੱਚ ਕੋਈ ਕਿਸੇ ਦੂਜੇ ਦੀ ਜ਼ਿੰਦਗੀ ਦਖਲ ਨਾ ਦੇਵੇ, ਜਿਹਨੂੰ ਕਈ ਵਾਰ ਯੂਟੋਪੀਆਈ ਸਮਾਜ ਵੀ ਕਹਿ ਦਿੰਦੇ ਆ, ਐਵੇਂ ਖਿਆਲੀ ਹੁੰਦਾ, ਆਦਰਸ਼ਵਾਦ। ਕਈ ਵਾਰ ਆਦਰਸ਼ਵਾਦ ਇੰਨਾ ਹਾਵੀ ਹੋ ਜਾਂਦਾ ਕਿ ਉਹ ਸੰਭਵ ਹੀ ਨਹੀਂ ਹੁੰਦੀਆਂ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਮਨ 'ਚ ਚਿਤਮ ਲੈਂਦੇ ਆ। ਇੱਕ ਮੈਂ ਤੁਹਾਨੂੰ ਇੱਥੇ ਬੜੀ ਸਪਸ਼ਟ ਗੱਲ ਕਰਦੇ ਆ ਕਿ ਜਦੋਂ ਤੁਸੀਂ ਆਤਮ ਵਿਸ਼ਵਾਸੀ ਹੁੰਦੇ ਆ, ਤੁਸੀਂ ਜੜ੍ਹਾਂ ਨਾਲ ਜੁੜੇ ਹੁੰਦੇ ਆ, ਤੁਸੀਂ ਉਸ ਤੋਂ ਆਏ ਹੁੰਦੇ ਆ ਜਿੱਥੇ ਤੁਹਾਨੂੰ ਪਤਾ ਹੁੰਦਾ ਮੈਂ ਕੀ ਹਾਂ। ਸਭ ਤੋਂ ਪਹਿਲਾਂ ਆਪਾਂ ਇੱਕ ਦਿਨ ਇਸੇ ਗੱਲ ਤੇ ਚਰਚਾ ਕੀਤੀ ਸੀ ਕਿ ਬਿਲਕੁਲ ਸਾਨੂੰ ਆਪਣੇ ਆਪ ਬਾਰੇ ਪਤਾ ਹੁੰਦਾ ਮੈਂ ਕੀ ਹਾਂ। ਇੱਕ ਤੇ ਕਿਹਾ ਜਾਂਦਾ ਹੈ ਕਿ ਆਪਣਾ ਆਤਮ ਵਿਸ਼ਵਾਸ ਬਣਾਏ ਰੱਖਣ ਲਈ ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰੋ। ਫਲਾਣਾ ਇੱਦਾਂ, ਫਲਾਣਾ ਇੱਦਾਂ, ਮੈਂ ਕਿੱਦਾਂ ਰਹਿ ਗਿਆ, ਮੈਂ ਅੱਗੇ ਲੰਘ ਗਿਆ, ਪਿੱਛੇ ਰਹਿ ਗਿਆ। ਤੇ ਆਪਾਂ ਆਪਣੇ ਸਮਾਜ 'ਚ ਆਮ ਹੀ ਆ, ਆਪਣੇ ਬੱਚਿਆਂ ਨੂੰ ਜਦੋਂ ਹੀ ਕਹਿੰਦੇ ਦੇਖ ਯਾਰ ਦੂਜਾ ਕਿੰਨਾ ਵਧੀਆ ਪੜ੍ਹ ਗਿਆ, ਦੂਜਾ ਕੀ ਬਣ ਗਿਆ, ਮਤਲਬ ਆਪਣਾ ਸਿਸਟਮ ਇੱਕ ਢਾਂਚਾ ਇਹੋ ਜਿਹਾ ਜਿਹੜਾ ਤੁਲਨਾਤਮਕ ਆਪਾਂ ਇੱਕ ਦੂਜੇ ਨਾਲ ਕਰਦੇ ਆ ਕੰਪੈਰੀਜ਼ਨ। ਇਹ ਚੰਗਾ ਹੈ ਜਾਂ ਬੁਰਾ ਹੈ, ਜਾਂ ਕਿੰਨਾ ਕੁ ਬੁਰਾ ਹੈ? ਜੇ ਬੁਰਾ ਹੈ ਤੇ ਕਿੰਨਾ ਕੁ ਬੁਰਾ, ਚੰਗਾ ਤੇ ਉਤੋਂ ਕਿੰਨਾ ਕੁ ਹੋ ਸਕਦਾ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ।
ਹਫਤਾਵਾਰੀ ਪ੍ਰੋਗਰਾਮ ਜ਼ਿੰਦਗੀ ਦੇ ਅੰਗ ਸੰਗ ਲੈ ਕੇ ਅਸੀਂ ਹਾਜ਼ਰ ਹੋ ਗਏ ਜੀ। ਮੇਰੇ ਨਾਲ ਹਰ ਹਫਤੇ ਦੀ ਤਰ੍ਹਾਂ ਜੁੜ ਗਏ ਨੇ ਸਰਦਾਰ ਹੀਰਾ ਸਿੰਘ ਹੰਸਪਾਲ। ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਤੇ ਅਸੀਂ ਆਪਣੀ ਸਮਝ ਮੁਤਾਬਕ ਗੱਲ ਤੁਹਾਡੇ ਨਾਲ ਚਲਾਉਂਦੇ ਹਾਂ ਹਰ ਹਫਤੇ, ਹਰ ਸ਼ੁੱਕਰਵਾਰ। ਤੇ ਇਹ ਦਿਨ ਹੁੰਦਾ ਬੜਾ ਇੰਪੋਰਟੈਂਟ ਕਿਉਂਕਿ ਅਗਲੇ 2 ਦਿਨ ਆਪਾਂ ਰੈਸਟ ਤੇ ਰਹਿਣਾ ਹੁੰਦਾ, ਕੰਮਾਂ ਕਾਰਾਂ ਤੋਂ ਥੋੜ੍ਹੇ ਫ੍ਰੀ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਸਾਡੇ ਇਸ ਪ੍ਰੋਗਰਾਮ ਨਾਲ ਘੱਟੋ ਘੱਟ ਜ਼ਰੂਰ ਜੁੜਨ, ਤਾਂ ਕਿ ਅਸੀਂ ਜ਼ਿੰਦਗੀ ਦੇ ਜਿਹੜੇ ਕੁਝ ਇੱਕ ਐਸੇ ਬਹੁਮੁੱਲੇ ਪਹਿਲੂ ਨੇ ਉਹਨਾਂ 'ਤੇ ਵਿਚਾਰ ਚਰਚਾ ਕਰੀਏ, ਤੁਹਾਡਾ ਵੀ ਹੁੰਗਾਰਾ ਮਿਲੇ ਅਤੇ ਅਸੀਂ ਉਹਨੂੰ ਹੋਰ ਬਿਹਤਰ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਚਲਾ ਸਕੀਏ। ਤੁਸੀਂ ਸਾਨੂੰ ਸਕਰੀਨ 'ਤੇ ਚੱਲਦੇ ਨੰਬਰ ਦੇ ਉੱਤੇ ਕਾਲ ਕਰਕੇ ਸਾਡੇ ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹੋ, ਇਹਦਾ ਹਿੱਸਾ ਬਣ ਸਕਦੇ ਹੋ। ਪ੍ਰੋਗਰਾਮ ਤੁਹਾਡਾ ਆਪਣਾ 905 216 4646 ਨੰਬਰ ਹੈ ਜੀ। ਥੋੜ੍ਹੀ ਜਿਹੀ ਮੈਨੂੰ ਲੱਗਦਾ ਮੈਨੂੰ ਠੀਕ ਕਰਨਾ ਪਏਗਾ, 0 ਵਿੱਚ ਪਾਈ ਹੋਈ ਆ, ਟੈਕਨੀਕਲ ਸਟਾਫ ਨੂੰ ਕਹੂੰਗਾ। 905 216 4646 ਸਾਡਾ ਟੈਲੀਫੋਨ ਨੰਬਰ ਹੈ। ਤੁਸੀਂ ਇੱਥੇ ਸਾਨੂੰ ਕਾਲ ਕਰ ਸਕਦੇ ਹੋ। ਤੇ ਆਪਣੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ, ਨਾਲ ਹੀ ਹੰਸਪਾਲ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ। ਗਿੱਲ ਸਾਹਿਬ, ਮੇਰੇ ਵੱਲੋਂ ਟੀਵੀ ਪੰਜਾਬੀ ਦੁਨੀਆ ਦੇ ਬਹੁਤ ਹੀ ਸਤਿਕਾਰਯੋਗ ਦਰਸ਼ਕ ਜਿਹੜੇ ਫੇਸਬੁੱਕ ਤੇ YouTube ਦੇ ਉੱਤੇ ਬੜੇ ਵੱਡਮੁੱਲੇ ਵਿਚਾਰ ਇਸ ਪ੍ਰੋਗਰਾਮ ਬਾਰੇ ਦਿੰਦੇ ਨੇ, ਔਰ ਹੁਣ ਸਾਡੇ ਦਰਸ਼ਕ ਜਿਹੜੇ ਨੇ ਉਹ ਫੋਨ ਕਾਲ ਰਾਹੀਂ ਵੀ ਸਾਡੇ ਨਾਲ ਜੁੜਨਾ ਸ਼ੁਰੂ ਹੋ ਗਏ ਨੇ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਵਿਸ਼ੇਸ਼ ਤੌਰ ਤੇ ਤੁਹਾਡੇ ਨਾਲ ਜਿਹੜੀ ਆਫ ਦਾ ਸਕਰੀਨ ਟੈਕਨੀਕਲ ਟੀਮ ਕੰਮ ਕਰ ਰਹੀ ਹੁੰਦੀ ਆ, ਉਹਨਾਂ ਨੂੰ ਵੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਹੰਸਪਾਲ ਜੀ, ਆਪਾਂ ਲਾਸਟ ਜਿਹੜਾ ਵੀਕ ਲੰਘਿਆ ਉੱਤੇ ਗੱਲਬਾਤ ਕਰ ਰਹੇ ਸੀਗੇ ਆਤਮ ਵਿਸ਼ਵਾਸ ਜ਼ਿੰਦਗੀ 'ਚ ਕਿੰਨਾ ਕੁ ਜ਼ਰੂਰੀ ਆ। ਅਤੇ ਆਤਮ ਵਿਸ਼ਵਾਸ 'ਤੇ ਗੱਲ ਕਰਦਿਆਂ ਅੱਗੇ ਦੀ ਅੱਗੇ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਾਡੇ ਸਾਹਮਣੇ ਆਉਂਦੀਆਂ ਜਾਂਦੀਆਂ ਨੇ। ਅਤੇ ਮੈਂ ਸੋਚਿਆ ਸੀ ਕਿ ਆਪਾਂ ਇਸ ਪ੍ਰੋਗਰਾਮ ਨੂੰ ਕੰਟੀਨਿਊ ਕਰਾਂਗੇ, ਘੱਟੋ ਘੱਟ ਇੱਕ ਕਿਸ਼ਤ ਹੋਰ ਕਰਾਂਗੇ, ਕਿਉਂਕਿ ਬਹੁਤ ਸਾਰੇ ਪਹਿਲੂ ਅਸੀਂ ਵਿਚਾਰ ਨਹੀਂ ਸੀ ਸਕੇ। ਬਹੁਤ ਸਾਰੀਆਂ ਗੱਲਾਂ ਆਪਾਂ ਕੀਤੀਆਂ, ਪਰ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਸੀ ਕਿ ਬਾਕੀ ਰਹਿ ਗਈਆਂ। ਅੱਜ ਕੋਸ਼ਿਸ਼ ਕਰਾਂਗੇ ਕਿ ਇੱਕ ਇੱਕ ਕਰਕੇ ਉਹਨਾਂ ਪਹਿਲੂਆਂ ਦੇ ਉੱਤੇ ਵੀ ਅਸੀਂ ਆਪਣੀ ਗੱਲਬਾਤ ਨੂੰ ਜਾਰੀ ਰੱਖ ਸਕੀਏ। ਸੋ ਆਤਮ ਵਿਸ਼ਵਾਸ ਜਿੱਦਾਂ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਇਸ ਪ੍ਰੋਗਰਾਮ ਦਾ। ਬੜੇ ਅੱਛੇ ਕਮੈਂਟ ਜਿਹੜੇ ਆ ਉਹ ਆਏ, ਤੁਸੀਂ ਜਿੱਦਾਂ ਜ਼ਿਕਰ ਕੀਤਾ ਮੈਂ YouTube 'ਤੇ ਵੀ ਵੇਖ ਰਿਹਾ ਸੀਗਾ, ਬਹੁਤ ਅੱਛੇ ਕਮੈਂਟ ਜਿਹੜੇ ਆ ਉਹ ਆਏ। ਅਤੇ ਮੈਨੂੰ ਜਿਹੜੀਆਂ ਪਰਸਨਲ ਕਾਲ ਆਉਂਦੀਆਂ ਨੇ ਉਹਦੇ ਵਿੱਚ ਵੀ ਖਾਸ ਕਰਕੇ ਹੰਸਪਾਲ ਜੀ ਆਪਣੇ ਇਸ ਪ੍ਰੋਗਰਾਮ ਨੂੰ ਸਾਰੇ ਲੋਕਾਂ ਨੇ ਬੜੀ ਤਰਜੀਹ ਦਿੱਤੀ, ਮਿੱਤਰਾਂ ਨੇ, ਕਿ ਵਧੀਆ ਢੰਗ ਨਾਲ ਤੁਸੀਂ ਸਾਧ ਮੁਰਾਦੇ ਢੰਗ ਨਾਲ ਗੱਲਾਂ ਬਾਤਾਂ ਕਰਦੇ ਹੋ। ਗਿੱਲ ਸਾਹਿਬ, ਇਹ ਜਿਹੜਾ ਆਤਮ ਵਿਸ਼ਵਾਸ ਸੈਲਫ ਕੌਨਫੀਡੈਂਸ ਦਾ ਇੱਕ ਵਿਸ਼ਾ ਅਸੀਂ ਵਿਚਾਰ ਅਧੀਨ ਲਿਆਂਦਾ, ਆਪਣੇ ਵੀ ਤੇ ਆਪਣੇ ਦਰਸ਼ਕਾਂ ਦੇ ਵੀ, ਇਹਦਾ ਸੰਦਰਭ ਇੰਨਾ ਵਿਸ਼ਾਲ ਆ ਕਿ ਇੰਨੀਆਂ ਵੱਡੀਆਂ ਇਹਦੇ ਵਿੱਚ ਗੱਲਾਂ ਨੇ ਆਤਮ ਵਿਸ਼ਵਾਸ ਦੇ ਵਿੱਚ, ਕਿ ਇੱਕ ਕਿਸ਼ਤ ਵਿੱਚ ਅਸੀਂ ਇਹਨੂੰ ਜਿਹੜਾ ਨਹੀਂ ਸੀ ਸੰਭਾਲ ਸਕੇ, ਨਹੀਂ ਸੀ ਇਸ ਨੂੰ ਸੰਪੂਰਨਤਾ ਤੇ ਲੈ ਸਕੇ। ਸੋ ਤੁਸੀਂ ਬਹੁਤ ਅੱਛਾ ਫੈਸਲਾ ਕੀਤਾ ਕਿ ਅਗਲੇ ਹਫਤੇ ਵੀ ਇਸੇ ਤੇ ਵਿਚਾਰ ਕਰਾਂਗੇ। ਸੋ ਆਤਮ ਵਿਸ਼ਵਾਸ ਜਿਹੜਾ ਹੈ ਮਨੁੱਖ ਨੂੰ ਮਿਲਦਾ ਹੈ ਤੇ ਮਨੁੱਖ ਬਹੁਤ ਵਧੀਆ ਮਨੁੱਖ ਬਣਦਾ ਹੈ। ਔਰ ਉਹਦੇ ਬਣਨ ਵਿੱਚ ਅਸੀਂ ਪਿਛਲੀ ਵਾਰ ਜਿਹੜੀ ਵਿਚਾਰ ਕੀਤੀ ਸੀ, ਉਹਦੇ ਵਿੱਚ ਸਾਡੇ ਪਰਿਵਾਰਕ ਮੈਂਬਰਾਂ ਦਾ, ਸਾਡੇ ਟੀਚਰ ਸਾਹਿਬਾਨ ਦਾ, ਔਰ ਉਹਦੇ ਨਾਲ ਨਾਲ ਸਾਡੇ ਚੁਗਿਰਦੇ ਦਾ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਜਿਹੜਾ ਮਨੁੱਖ ਨੂੰ ਉਤਸ਼ਾਹਿਤ ਕਰਦਾ ਹੈ ਔਰ ਮਨੁੱਖ ਦੇ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ, ਉਹਦੇ ਵਿੱਚ ਸੈਲਫ ਕੌਨਫੀਡੈਂਸ ਪੈਦਾ ਹੁੰਦਾ ਹੈ। ਔਰ ਜਦੋਂ ਮਨੁੱਖ ਦੇ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ, ਸੈਲਫ ਕੌਨਫੀਡੈਂਸ ਹੁੰਦਾ ਹੈ, ਤੇ ਉਹ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਜਿੱਥੇ ਦੁਬਿਧਾ ਖੜੀਆਂ ਹੁੰਦੀਆਂ, ਉਹਨਾਂ ਸਾਰੀਆਂ ਦੁਬਿਧਾ ਨੂੰ ਪਾਰ ਕਰਦਾ ਹੋਇਆ ਆਪਣੀ ਮੰਜ਼ਿਲ ਵੱਲ ਪਹੁੰਚਦਾ। ਜਿੱਥੇ ਅਸੀਂ ਬਹੁਤ ਸਾਰੇ ਪਹਿਲੂਆਂ ਤੇ ਜ਼ਿਕਰ ਕੀਤਾ ਸੀ, ਉੱਥੇ ਉਹਦੇ ਵਿੱਚ ਬਹੁਤ ਸਾਰੀਆਂ ਅਦਿੱਖ ਤਾਕਤਾਂ ਵੀ ਜਿਹੜੀਆਂ ਸਾਡਾ ਆਤਮ ਵਿਸ਼ਵਾਸ ਬਣਾਉਣ ਵਿੱਚ ਕੰਮ ਕਰ ਰਹੀਆਂ ਹੁੰਦੀਆਂ ਨੇ। ਉਹਦੇ ਵਿੱਚ ਸਾਡੇ ਆਂਢੀ ਗੁਆਂਢੀ ਕੰਮ ਕਰ ਰਹੇ ਹੁੰਦੇ ਨੇ, ਸਾਡੇ ਸ਼ੁਭ ਚਿੰਤਕ ਜਿਹੜੇ ਆ ਸਾਡਾ ਆਤਮ ਵਿਸ਼ਵਾਸ ਬਣਾਉਣ ਵਿੱਚ ਕੰਮ ਕਰ ਰਹੇ ਹੁੰਦੇ ਨੇ, ਔਰ ਕਈ ਵਾਰ ਉਹ ਅਚੇਤ ਲੋਕ ਜਿਹੜੇ ਲੋਕਾਂ ਦੀਆਂ ਪ੍ਰਾਪਤੀਆਂ ਤੇ ਖੁਸ਼ੀਆਂ ਮਾਣਦੇ ਨੇ, ਜਿਹੜੇ ਕਿਸੇ ਦੀਆਂ ਪ੍ਰਾਪਤੀਆਂ ਤੋਂ ਖੁਸ਼ ਹੁੰਦੇ, ਉਹ ਵੀ ਲੋਕ ਸਾਡਾ ਆਤਮ ਵਿਸ਼ਵਾਸ ਬਣਾਉਣ ਵਿੱਚ ਜਿਹੜਾ ਉਹ ਕੰਮ ਕਰ ਰਹੇ ਨੇ। ਸੋ ਚੁਗਿਰਦੇ ਦੇ ਬਹੁਤ ਸਾਰੇ ਪੱਖ ਨੇ ਜਿਹੜੇ ਕਿਸੇ ਵੀ ਮਨੁੱਖ ਦਾ ਆਤਮ ਵਿਸ਼ਵਾਸ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹੁੰਦੇ ਨੇ। ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕਈ ਵਾਰ ਤੁਹਾਡਾ ਵਾਤਾਵਰਨ ਵੀ ਤੁਹਾਡਾ ਆਤਮ ਵਿਸ਼ਵਾਸ ਬਣਾਉਣ ਦੇ ਵਿੱਚ ਜਿਹੜਾ ਹੈ ਉਹ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੁੰਦਾ ਹੈ। ਸੋ ਉਹ ਬਹੁਤ ਸਾਰੇ ਲੋਕ ਮਿਲ ਕੇ ਜਦੋਂ ਇੱਕ ਆਤਮ ਵਿਸ਼ਵਾਸੀ ਮਨੁੱਖ ਨੂੰ ਪੈਦਾ ਕਰਦੇ ਨੇ, ਇੱਕ ਆਤਮ ਵਿਸ਼ਵਾਸੀ ਮਨੁੱਖ ਪੈਦਾ ਹੁੰਦਾ ਹੈ, ਤੇ ਉਹ ਸਮਾਜ ਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਪਿਰਤਾਂ ਪਾਉਂਦਾ ਹੈ। ਉਹ ਸਮਾਜ ਦੇ ਵਿੱਚ ਬਹੁਤ ਸਾਰੇ ਅਸਾਰੂ ਕੰਮ ਕਰਦਾ ਹੈ, ਜਿਨ੍ਹਾਂ ਦੀ ਸਦਕਾ ਆਤਮ ਵਿਸ਼ਵਾਸੀ ਮਨੁੱਖ ਜਿਹੜੇ ਨੇ
ਉਹ ਸਮਾਜ ਨੂੰ ਮਨੁੱਖਾਂ ਲਈ ਉੱਤਮ ਬਣਾਉਣ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ। ਸੋ ਆਤਮ ਵਿਸ਼ਵਾਸ ਦਾ ਜਿਹੜਾ ਸੰਦਰਭ ਆ ਉਹ ਬਹੁਤ ਵੱਡਾ ਹੈ, ਸਮਾਜ ਲਈ ਬਹੁਤ ਉੱਤਮ ਹੈ। ਔਰ ਸਮਾਜ ਜਿਹੜਾ ਹੈ ਉਹ ਬਹੁਤੀ ਵਾਰ ਜਿਹੜਾ ਹੈ ਉਹ ਉਸਾਰੂ ਪੱਖ ਦੇ ਉੱਤੇ ਜਦੋਂ ਜਾਂਦਾ ਹੈ ਤੇ ਉਹਦੇ ਵਿੱਚ ਬਹੁਤ ਸਾਰੇ ਆਤਮ ਵਿਸ਼ਵਾਸੀ ਲੋਕਾਂ ਦੀ ਬਹੁਤ ਵੱਡੀ ਜਿਹੜੀ ਆ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਔਰ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਹੁੰਦੀ ਹੈ। ਇਹ ਪਿਛਲੀ ਵਾਰ ਜਿਹੜੇ ਪੁਆਇੰਟ, ਮੇਰਾ ਥੋੜਾ ਜਿਹਾ ਗਲਾ ਖਰਾਬ ਹੈ, ਮੈਂ ਮਾਫੀ ਵੀ ਚਾਹਾਂਗਾ ਆਪਣੇ ਦਰਸ਼ਕਾਂ ਕੋਲੋਂ। ਅੱਜ ਹੰਸਪਾਲ ਹੋਰਾਂ ਨੂੰ ਥੋੜਾ ਜਿਹਾ ਜ਼ਿਆਦਾ ਬੋਲਣ ਦਾ ਮੈਂ ਬੇਨਤੀ ਕਰੂੰਗਾ, ਕਿਉਂਕਿ ਮੈਂ ਲਗਾਤਾਰ ਥੋੜੀ ਜਿਹੀ ਸਿਹਤ ਚੱਲ ਰਹੀ ਸੀ ਇਸ ਤਰ੍ਹਾਂ। ਸੋ ਅਸੀਂ ਜਿਹੜੇ ਪਿਛਲੀ ਵਾਰ ਕੁਝ ਇੱਕ ਪੁਆਇੰਟ ਡਿਸਕਸ ਕੀਤੇ ਸੀ, ਉਹਦੇ ਵਿੱਚ ਪਹਿਲਾ ਪੁਆਇੰਟ ਤੁਸੀਂ ਹਾਈਲਾਈਟ ਕੀਤਾ ਸੀ ਕਿ ਆਤਮ ਵਿਸ਼ਵਾਸੀ ਬਣਨ ਲਈ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ। ਦੂਜਾ ਅਸੀਂ ਐਕਸਪੀਰੀਅੰਸ ਦੀ ਗੱਲ ਕੀਤੀ ਸੀ ਕਿ ਜਿਉਂ-ਜਿਉਂ ਬੰਦੇ ਦਾ ਕਿਸੇ ਵੀ ਕੰਮ ਲਈ ਐਕਸਪੀਰੀਅੰਸ ਵੱਧਦਾ ਹੈ ਤੇ ਉਹਦਾ ਆਤਮ ਵਿਸ਼ਵਾਸ ਜਿਹੜਾ ਉਹ ਵੱਧਦਾ ਹੈ। ਇੱਕ ਅਸੀਂ ਪੁਆਇੰਟ ਡਿਸਕਸ ਕਰ ਲਿਆ ਸੀ ਕਿ ਇਕੱਲਾਕਾਰਾ ਬੰਦਾ ਜ਼ਿੰਦਗੀ ਵਿੱਚ ਇੰਨਾ ਸਫਲ ਨਹੀਂ ਹੋ ਸਕਦਾ ਜਿੰਨਾ ਚਿਰ ਉਹਦੇ ਨਾਲ ਇੱਕ ਪੂਰੀ ਟੀਮ ਨਾਲ ਪਿੱਛੇ ਕੰਮ ਕਰੇ। ਹਵਾਈ ਜਹਾਜ਼ ਦਾ ਰੈਫਰੈਂਸ ਆਇਆ ਸੀ, ਹੋਰ ਕੁਝ ਗੱਲਾਂ ਹੋਈਆਂ ਸੀਗੀਆਂ, ਤੇ ਕੁਝ ਇੱਕ ਚੀਜ਼ਾਂ ਹੋਰ ਵੀ ਅਸੀਂ ਕੀਤੀਆਂ ਸੀ। ਉਹਨਾਂ 'ਚ ਇੱਕ ਤੇ ਸੀ ਕਿ ਆਪਣਾ ਲਕਸ਼ ਜਿਹੜਾ ਟੀਚਾ ਆ ਉਹਨੂੰ ਫਿਕਸ ਕਰਨਾ ਬਹੁਤ ਜ਼ਰੂਰੀ ਆ, ਫਿਰ ਉਹਨੂੰ ਸੇਧ ਕਰਕੇ ਲਗਾਤਾਰਤਾ ਬਣਾਈ ਰੱਖਣੀ ਜ਼ਰੂਰੀ ਆ। ਤੇ ਇੱਕ ਹੋਰ ਚੀਜ਼ ਆਪਾਂ ਡਿਸਕਸ ਪਹਿਲਾਂ ਕੀਤੀ ਸੀ, ਜੇ ਇਹਨਾਂ 'ਚ ਕੋਈ ਦੁਬਾਰਾ ਤੁਹਾਨੂੰ ਲੱਗੇ ਕਰਨਾ ਉਹ ਵੀ ਕਰ ਲਾਂਗੇ। ਉਹ ਇਹ ਸੀ ਕਿ ਮਨੁੱਖ ਨੂੰ ਆਪਣੇ ਡਰ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਆਤਮ ਵਿਸ਼ਵਾਸੀ ਬਣਨਾ, ਕਿ ਮੇਰੇ ਕੋਲ ਇਹ ਹੋ ਨਹੀਂ ਸਕਣਾ, ਮੈਂ ਕਰ ਨਹੀਂ ਸਕਦਾ, ਮੇਰੇ 'ਚ ਇੰਨੀ ਸ਼ਕਤੀ ਨਹੀਂ ਆ, ਮੇਰੇ 'ਚ ਇੰਨੀ ਵਿਲ ਪਾਵਰ ਨਹੀਂ। ਜਦੋਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਅਸੀਂ ਗੱਲ ਕਰਦੇ ਹਾਂ, ਆਪਣਾ ਡਰ ਨੂੰ ਖਤਮ ਕਰਦੇ ਹਾਂ, ਤੇ ਫਿਰ ਅਸੀਂ ਸਾਬਤ ਕਦਮੀ ਅੱਗੇ ਵਧਣ ਦਾ ਯਤਨ ਕਰਦੇ ਹਾਂ ਤੇ ਆਪਣੇ ਆਪ ਆਤਮ ਵਿਸ਼ਵਾਸ ਜਿਹੜਾ ਉਹ ਬਿਲਟ ਹੁੰਦਾ। ਇਹ ਕੁਝ ਪੁਆਇੰਟ ਆਪਾਂ ਡਿਸਕਸ ਕੀਤੇ ਸੀ ਤੇ ਕੁਝ ਇੱਕ ਪੁਆਇੰਟ ਜਿਹੜੇ ਆ ਅੱਗੇ ਚੱਲ ਕੇ ਆਪਾਂ ਹੋਰ ਕਰਦੇ ਹਾਂ ਸਾਂਝੇ। ਵੇਖੋ, ਇਹ ਜਿਹੜਾ ਆਤਮ ਵਿਸ਼ਵਾਸ ਹੈ ਨਾ ਬੰਦੇ ਦਾ ਜੀ, ਜਦੋਂ ਅਸਲ 'ਚ ਮੁਸੀਬਤਾਂ ਆਉਂਦੀਆਂ ਨੇ, ਜਦੋਂ ਮਨੁੱਖ ਜਿਹੜਾ ਉਹਦਾ ਟੀਚਾ ਨਹੀਂ ਫਿਕਸ ਹੁੰਦਾ, ਜਿਹਦਾ ਟੀਚਾ ਹੀ ਫਿਕਸ ਨਹੀਂ, ਉਹਨੂੰ ਆਤਮ ਵਿਸ਼ਵਾਸ ਦੀ ਅਹਿਮੀਅਤ ਦਾ ਪਤਾ ਹੀ ਨਹੀਂ ਲੱਗੇਗਾ। ਮਨੁੱਖ ਨੂੰ ਪਤਾ ਹੀ ਉਦੋਂ ਲੱਗਦਾ ਹੈ, ਸਾਨੂੰ ਵੀ ਸਮਾਜ ਨੂੰ ਵੀ ਉਦੋਂ ਪਤਾ ਲੱਗਦਾ ਜਦੋਂ ਕੋਈ ਟੀਚੇ, ਕੋਈ ਮੁਕਾਮ ਜਿਹੜੇ ਉਹ ਬੰਦਾ ਹਾਸਲ ਕਰਨ ਲਈ ਜਦੋਜਹਿਦ ਕਰਦਾ ਹੈ, ਜਾਂ ਜਦੋਂ ਉਹ ਸੰਕਟਾਂ ਵਿੱਚ ਘਿਰਿਆ ਹੁੰਦਾ ਹੈ। ਉਹਦੇ ਸੰਕਟ ਆਰਥਿਕ ਵੀ ਹੋ ਸਕਦੇ ਨੇ, ਉਹਦੇ ਸੰਕਟ ਜਿਹੜੇ ਮਾਨਸਿਕ ਵੀ ਹੋ ਸਕਦੇ ਨੇ, ਔਰ ਉਹਦੇ ਸੰਕਟ ਜਿਹੜੇ ਨੇ ਉਹ ਸਮਾਜਿਕ ਵੀ ਹੋ ਸਕਦੇ ਨੇ। ਜਦੋਂ ਉਹ ਤਿੰਨਾਂ ਸੰਕਟਾਂ ਦੇ ਵਿੱਚ ਘਿਰਦਾ ਹੈ, ਆਰਥਿਕ ਸੰਕਟ ਵੀ ਮਨੁੱਖ ਨੂੰ ਕਈ ਵਾਰ ਆਪਣੇ ਟੀਚੇ ਨਿਰਧਾਰਿਤ ਹੀ ਨਹੀਂ ਕਰਨ ਦਿੰਦੇ, ਉਹ ਤੇ ਆਰਥਿਕਤਾ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ। ਕਈ ਵਾਰ ਮਾਨਸਿਕ ਤੌਰ ਤੇ ਸਾਡੇ ਵਿੱਚ ਇੰਨੇ ਦਵੰਦ ਪੈਦਾ ਹੋ ਜਾਂਦੇ ਨੇ, ਇੰਨੀਆਂ ਸਾਡੇ ਵਿੱਚ ਵਿਸੰਗਤੀਆਂ ਆ ਜਾਂਦੀਆਂ ਨੇ ਕਿ ਅਸੀਂ ਫਿਰ ਵੀ ਜਿਹੜਾ ਆਪਣੇ ਟੀਚੇ ਨਹੀਂ ਫਿਕਸ ਕਰ ਸਕਦੇ। ਔਰ ਕਈ ਵਾਰ ਸਮਾਜਿਕ ਤਾਣਾ ਬਾਣਾ ਵੀ ਸਾਡੇ ਦੁਆਲੇ ਇਹੋ ਜਿਹਾ ਤਣਿਆ ਜਾਂਦਾ ਹੈ ਕਿ ਉਹ ਵੀ ਸਾਨੂੰ ਆਤਮ ਵਿਸ਼ਵਾਸੀ ਨਹੀਂ ਬਣ ਦਿੰਦਾ। ਸੋ ਆਤਮ ਵਿਸ਼ਵਾਸੀ ਮਨੁੱਖ ਇਹ ਤਿੰਨੇ ਜਿਹੜੇ ਸੰਕਟ ਨੇ, ਚਾਹੇ ਉਹ ਆਰਥਿਕ ਹੋਣ, ਚਾਹੇ ਉਹ ਮਾਨਸਿਕ ਹੋਣ ਤੇ ਚਾਹੇ ਸਮਾਜਿਕ ਹੋਣ, ਉਹਨਾਂ ਤਿੰਨਾਂ ਦੇ ਉੱਤੇ ਹੀ ਕਾਬੂ ਪਾ ਕੇ ਜਦੋਂ ਮੰਜ਼ਿਲ ਵੱਲ ਤੁਰਦਾ ਹੈ ਤੇ ਉਹ ਆਤਮ ਵਿਸ਼ਵਾਸੀ ਮਨੁੱਖ ਬਣ ਜਾਂਦਾ ਹੈ। ਸੋ ਸਮਾਜਿਕ ਕਾਰਨਾਂ ਦੇ ਉੱਤੋਂ ਵੀ ਕਈ ਵਾਰ ਇਹ ਹੁੰਦਾ ਕਿ ਸਾਨੂੰ ਜਾਤੀ ਤੌਰ ਤੇ ਬੜਾ ਨੀਵਾਂ ਦਿਖਾਇਆ ਜਾ ਰਿਹਾ ਹੁੰਦਾ ਹੈ, ਅਸੀਂ ਉਸੇ ਦੇ ਵਿੱਚ ਸੰਕਟ ਗ੍ਰਸਤ ਹੋ ਜਾਂਦੇ ਹਾਂ। ਕਈ ਵਾਰ ਅਸੀਂ ਮਾਨਸਿਕ ਤੌਰ ਤੇ ਵੀ ਇੰਨੇ ਕਮਜ਼ੋਰ ਹੁੰਦੇ, ਜਿਹੜੀ ਤੁਸੀਂ ਗੱਲ ਬੜੀ ਪਹਿਲਾਂ ਕਹੀ ਹੈ ਕਿ ਸਾਨੂੰ ਡਰ ਲੱਗਣ ਲੱਗ ਜਾਂਦਾ ਹੈ, ਉਹ ਮਾਨਸਿਕ ਸੰਕਟ ਹੈਗਾ ਹੈ ਕਿ ਮੈਂ ਇਸ ਚੀਜ਼ ਨੂੰ ਪ੍ਰਾਪਤ ਕਰ ਸਕਾਂਗਾ ਕਿ ਨਹੀਂ ਕਰ ਸਕਾਂਗਾ, ਮੈਂ ਇਸ ਪਾਸੇ ਤੁਰ ਸਕਾਂਗਾ ਕਿ ਨਹੀਂ ਤੁਰ ਸਕਾਂਗਾ। ਸੋ ਉਹ ਜਿਹੜੇ ਸੰਕਟ ਨੇ ਉਹ ਵੀ, ਤੇ ਫਿਰ ਦੂਸਰੀ ਵਾਰ ਆਰਥਿਕ ਸੰਕਟ ਵੀ ਹੁੰਦੇ ਨੇ ਕਿ ਸਾਡੇ ਤੋਂ ਅਸੀਂ ਮਾਨਸਿਕ ਤੌਰ ਦੇ ਉੱਤੇ ਵੀ ਠੀਕ ਹੋਈਏ, ਸਮਾਜਿਕ ਤੌਰ ਤੇ ਵੀ ਠੀਕ ਹੋਈਏ, ਸਾਡੀ ਆਰਥਿਕਤਾ ਠੀਕ ਨਾ ਹੋਏ। ਸੋ ਕਈ ਵਾਰ ਜਦੋਂ ਤੁਹਾਡੀ ਆਰਥਿਕਤਾ ਠੀਕ ਨਹੀਂ ਹੁੰਦੀ, ਤੁਹਾਡੇ ਬਹੁਤ ਬੇਲੀ ਜਿਹੜੇ ਆ ਉਹ ਤੁਹਾਨੂੰ ਆਰਥਿਕ ਤੌਰ ਤੇ ਮਦਦ ਦਿੰਦੇ ਆ, ਤੁਹਾਨੂੰ ਇਸ ਗੱਲ ਲਈ ਪ੍ਰੇਰਦੇ ਆ, ਯਾਰ ਪੈਸੇ ਦੀ ਕੋਈ ਗੱਲ ਨਹੀਂ, ਪੈਸੇ ਦੇ ਨਾਲ ਨਾਲ ਆਪਾਂ ਹਿੰਮਤ ਰੱਖੀਏ, ਆਪਾਂ ਅੱਗੇ ਵਧੀਏ, ਪੈਸੇ ਦੀ ਜਿਹੜੀ ਤੰਗੀ ਤੁਰਸ਼ੀ ਆ ਉਹਦੇ ਉੱਤੇ ਸੰਕੋਚ ਕਰਕੇ ਅਸੀਂ ਕਾਬੂ ਪਾ ਲਾਂਗੇ, ਅਸੀਂ ਜ਼ਰੂਰ ਵੱਡੀਆਂ ਵੱਡੀਆਂ ਚੀਜ਼ਾਂ ਵਾਲੇ ਪਾਸੇ ਤੁਰਨਾ ਹੈ। ਸੋ ਸੰਕੋਚੀ ਵੀ ਮਨੁੱਖ ਨੂੰ ਆਤਮ ਵਿਸ਼ਵਾਸ ਬਣਾਉਣ ਦੇ ਵਿੱਚ ਜਿਹੜਾ ਸੰਕੋਚ ਆ, ਜਿਹੜਾ ਚੀਜ਼ਾਂ ਦੀ ਸਹਿਜ ਵਿੱਚ ਵਰਤੋਂ ਕਰਨੀ ਆ, ਉਹ ਜਿਹੜਾ ਇਹ ਤੁਹਾਨੂੰ ਜਿਹੜਾ ਹੈ ਉਹ ਆਤਮ ਵਿਸ਼ਵਾਸੀ ਬਣਨ ਦੇ ਵਿੱਚ ਜਿਹੜਾ ਹੈ ਉਹ ਸਹਾਈ ਹੁੰਦਾ ਹੈ। ਬਿਲਕੁਲ ਸਹੀ ਤੁਸੀਂ ਇੱਕ ਪੁਆਇੰਟ ਦਿੱਤਾ ਜਿਹੜਾ ਮੈਂ ਅੱਗੇ ਡਿਸਕਸ ਕਰਨਾ ਹੀ ਚਾਹ ਰਿਹਾ ਸੀ, ਉਹ ਇਹ ਹੈ ਕਿ ਮਨੁੱਖ ਇਕੱਲੇ ਟੀਚੇ ਨਾ ਨਿਰਧਾਰਿਤ ਕਰੇ, ਆਪਣੀਆਂ ਸੀਮਾਵਾਂ ਨੂੰ ਵੀ ਨਿਰਧਾਰਿਤ ਕਰੇ।
ਆਪਣੀਆਂ ਜਿਹੜੀਆਂ ਸੀਮਾਵਾਂ ਨੂੰ ਸਥਾਪਿਤ ਕਰੇ ਕਿ ਮੇਰੀ ਸੀਮਾ ਕੀ ਆ, ਮੇਰੇ ਆਰਥਿਕ ਤੌਰ ਤੇ ਮੇਰੀ ਕਿੰਨੀ ਕੁ ਜ਼ਿਆਦਾ ਮੈਂ ਹੈਗਾ ਸੰਪੰਨ ਹੈ ਕਿ ਮੈਂ ਇਹ ਟੀਚੇ ਪ੍ਰਾਪਤ ਕਰਨ ਲਈ। ਜੇ ਹੁਣ ਇੱਕ ਬੰਦਾ ਬਹੁਤ ਗਰੀਬੀ ਦੀ ਹਾਲਤ 'ਚ ਆ ਤੇ ਉਹ ਟੀਚਾ ਕਰ ਲੇ ਕਿ ਮੈਂ ਪਾਇਲਟ ਬਣਨਾ ਸਪੋਜ਼ ਕਰੋ, ਤੇ ਪੜ੍ਹਾਈ ਲਿਖਾਈ ਆਪਣੀ ਥਾਂ ਬਹੁਤ ਕੋਈ ਵੀ ਬੰਦਾ ਕਰ ਸਕਦਾ, ਮੈਂ ਤਾਂ ਇਨਕਾਰੀ ਨਹੀਂ, ਪਰ ਪਾਇਲਟ ਦੀ ਟ੍ਰੇਨਿੰਗ ਤੇ ਇੰਨੇ ਪੈਸੇ ਲੱਗ ਜਾਂਦੇ ਆ ਕਿ ਕਈ ਵਾਰ ਉਹ ਕੋਸ਼ਿਸ਼ ਕਰਕੇ ਵੀ ਨਹੀਂ ਕਰ ਸਕਦਾ। ਉਹਨੂੰ ਉਹਦੇ ਬਦਲ ਉਸ ਤਰ੍ਹਾਂ ਦੇ ਜਿਹੜੇ ਉਹਦੀਆਂ ਇਛਾਵਾਂ ਨੇ ਉਹਨੂੰ ਥੋੜਾ ਜਿਹਾ ਘੱਟ ਕਰਕੇ ਆਪਣੀਆਂ ਸੀਮਾ ਜਿਹੜੀਆਂ ਨੇ ਉਹ ਨਿਰਧਾਰਿਤ ਕਰਨੀਆਂ ਬਹੁਤ ਜ਼ਰੂਰੀ ਆ। ਕਈ ਵਾਰ ਆਪਾਂ ਕਹਿੰਦੇ ਆ ਕਿ ਇੰਨੀ ਵੱਡੀ ਛਾਲ ਵੀ ਨਾ ਮਾਰੀਏ ਕਿ ਮੁੜ ਕੇ ਅੱਧ ਵਿਚਾਲੇ ਰਹਿ ਜਾਈਏ। ਸੋ ਜਿਹੜੀਆਂ ਸੀਮਾਵਾਂ ਨੇ ਉਹ ਵੀ ਨਾਲ ਨਾਲ ਚੱਲਣ ਤੇ ਟੀਚਾ ਵੀ ਦਰੁਸਤ ਜਿਹੜਾ ਉਹ ਤੈਅ ਹੋ ਜੇ। ਉਹ ਗਿੱਲ ਸਾਹਿਬ ਸਾਡਾ ਇੱਕ ਬਹੁਤ ਵਧੀਆ ਅਖਾਣ ਆ ਜਿਹੜਾ ਬਹੁਤ ਸਿੱਖਿਆਦਾਇਕ ਹੈ ਔਰ ਜ਼ਿੰਦਗੀ ਨੂੰ ਉੱਤਮ ਬਣਾਉਣ ਲਈ ਉਹ ਇੱਕ ਬੜੀ ਸਿੰਪਲ ਜੀ ਗੱਲ ਆ ਕਿ ਸਾਨੂੰ ਚਾਦਰ ਵੇਖ ਕੇ ਆਪਣੇ ਪੈਰ ਪਸਾਰਨੇ ਚਾਹੀਦੇ ਆ। ਉਹ ਜੇ ਅਸੀਂ ਚਾਦਰ ਵੇਖ ਕੇ ਪੈਰ ਨਹੀਂ ਪਸਾਰਦੇ ਜਾਂ ਤਾਂ ਸਾਡੇ ਪੈਰ ਨੰਗੇ ਹੋ ਜਾਣਗੇ ਜਾਂ ਚਾਦਰ ਫਟ ਜਾਏਗੀ। ਸੋ ਉਹ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਕਿ ਅਸੀਂ ਉਹ ਟੀਚੇ ਨਿਰਧਾਰਿਤ ਕਰਦੇ ਅਸੀਂ ਜੇ ਤਾਂ ਅਸੀਂ ਜਿਹੜਾ ਇਹ ਸਟੈਪ ਵਾਈਜ਼ ਦਰ-ਬਦਰ ਜਿਹੜਾ ਇਹ ਆਪਣੀਆਂ ਮੰਜ਼ਿਲਾਂ ਨੂੰ ਤੈਅ ਕਰਦੇ ਆ। ਹੁਣ ਜੇ ਕੋਈ ਇੱਕ ਬੰਦਾ ਬਹੁਤ ਵੱਡੀ ਛਲਾਂਗ ਮਾਰ ਲੇ, ਸਿੱਧਾ ਹੀ ਸੋਚੇ, ਮੈਨੂੰ ਬਹੁਤ ਮੈਂ ਵੱਡੇ ਖਿਡਾਰੀਆਂ ਨੂੰ ਜਾਣਦਾ ਹਾਂ, ਸਪੈਸ਼ਲੀ ਹਾਕੀ ਹੁਣ ਦੇ ਸੁਰਜੀਤ ਹੋਣੀ ਮੇਰੇ ਪਿੰਡਾਂ ਦੇ ਲਾਗੇ, ਬਟਾਲੇ ਦੇ ਲਾਗੇ ਉਹਨਾਂ ਦਾ ਪਿੰਡ ਸੀਗਾ। ਮੈਂ ਹੋਰ ਵੀ ਇੱਕ ਦੋ ਬੰਦਿਆਂ ਦੀਆਂ ਐਗਜ਼ਾਮਪਲ ਦੇ ਸਕਦਾ ਹਾਂ ਕਿ ਉਹ ਬੰਦੇ ਪਹਿਲਾਂ ਸਕੂਲ ਲੈਵਲ ਤੇ ਉਹਨਾਂ ਨੇ ਸਿਲੈਕਟ ਹੋਣ ਲਈ ਜਿਹੜਾ ਹੈ, ਕਿਉਂਕਿ ਸਾਡੇ 2-3 ਸਕੂਲਾਂ ਦੇ ਵਿੱਚ ਬਟਾਲੇ ਦੇ ਸਕੂਲ, ਸਾਡੇ ਬੁਰਜ ਸਾਹਿਬ, ਸਾਡੇ ਸਤਕੋਹਾ, ਸਾਡੇ ਗੁਰਦਾਸਪੁਰ ਡਿਸਟ੍ਰਿਕਟ ਦੀ ਮੈਂ ਗੱਲ ਕਰਦਾ, ਵਡਾਲਾ ਬਾਂਗਰ, ਭਾਗੋਵਾਲ, ਇਹਨਾਂ ਸਕੂਲਾਂ ਦੀਆਂ ਹਾਕੀ ਦੀਆਂ ਟੀਮਾਂ ਜਿਹੜੀਆਂ ਬਹੁਤ ਸਟਰੋਂਗ ਸੀ, ਜਿਨ੍ਹਾਂ ਨੇ 1-2 ਓਲੰਪੀਅਨ ਵੀ ਦਿੱਤੇ ਆ ਤੇ ਪੰਜਾਬ ਸਟੇਟ ਵੱਲੋਂ ਖੇਡਣ ਵਾਲੇ ਵੀ ਬਹੁਤ ਸਾਰੇ ਖਿਡਾਰੀ ਦਿੱਤੇ ਆ। ਇਵੇਂ ਹੀ ਤੁਸੀਂ ਜੇ ਮਾਹਲਪੁਰ ਏਰੀਆ ਵੇਖੋ ਤੇ ਉੱਥੋਂ ਦੇ ਸਕੂਲਾਂ ਦੀ ਫੁੱਟਬਾਲ ਦੇ ਵਿੱਚ ਬਹੁਤ ਕੰਟਰੀਬਿਊਸ਼ਨ ਸੀ। ਹੁਣ ਬੰਦਾ ਕਹੇ ਮੈਂ ਸਕੂਲ ਲੈਵਲ ਤੇ ਵੀ ਨਹੀਂ ਖੇਡਣਾ, ਜ਼ਿਲ੍ਹੇ ਲੈਵਲ ਤੇ ਨਹੀਂ ਖੇਡਣਾ, ਸਟੇਟ ਲੈਵਲ ਤੇ ਨਹੀਂ, ਮੈਂ ਤੇ ਸਿੱਧਾ ਹੀ ਜਿਹੜਾ ਭਾਰਤੀ ਟੀਮ 'ਚ ਖੇਡਣਾ, ਫਿਰ ਭਾਰਤੀ ਟੀਮ ਤੋਂ ਸਿੱਧਾ ਹੀ ਓਲੰਪਿਕ ਦੀ ਟੀਮ ਵਿੱਚ ਜਾਣਾ ਹੈ, ਉਹ ਸੰਭਵ ਹੀ ਨਹੀਂ ਹੈਗਾ। ਔਰ ਉੱਥੇ ਜਿਹੜੇ ਉਹ ਜੇ ਕੋਈ ਟੀਚਾ ਫਿਕਸ ਕਰ ਵੀ ਲਏ ਤੇ ਇਸ ਲੈਵਲ ਤੇ ਮਿਹਨਤ ਨਾ ਕਰੇ ਤੇ ਉਹ ਕਦੀ ਵੀ ਉਸ ਟੀਚੇ ਨੂੰ ਪ੍ਰਾਪਤ ਨਹੀਂ ਕਰ ਸਕੇਗਾ। ਉਹਦੇ ਵਿੱਚ ਹੈ ਹੀ ਉਹਨੇ ਟੀਚਾ ਹੀ ਗਲਤ ਫਿਕਸ ਕਰ ਲਿਆ, ਉਹਦੇ ਵਿੱਚ ਆਤਮ ਵਿਸ਼ਵਾਸ ਵੀ ਹੋਏ। ਸੋ ਤੁਸੀਂ ਬੜੀ ਦਰੁਸਤ ਇਹ ਗੱਲ ਕੀਤੀ ਆ ਕਿ ਮਨੁੱਖ ਨੂੰ ਟੀਚੇ ਵੀ ਉਹ ਨਿਰਧਾਰਿਤ ਕਰਨੇ ਚਾਹੀਦੇ ਆ ਜਿਨ੍ਹਾਂ ਨੂੰ ਆਤਮ ਵਿਸ਼ਵਾਸ ਦੇ ਨਾਲ ਨਾਲ ਉਹ ਮੰਜ਼ਿਲ ਦਰ ਮੰਜ਼ਿਲ ਤੈਅ ਕਰੇ। ਔਰ ਜੇ ਸਿੱਧਾ ਹੀ ਕੋਈ ਵੱਡੀਆਂ ਗੱਲਾਂ, ਜਿੱਦਾਂ ਤੁਸੀਂ ਸੋਚਿਆ ਕਿ ਸਾਡੇ ਵਰਗੀ ਆਰਥਿਕਤਾ ਵਾਲਾ ਬੰਦਾ ਜਿੱਥੋਂ ਅਸੀਂ ਪੈਦਾ ਹੋਏ ਆ, ਜੇ ਉਸ ਵੇਲੇ ਅਸੀਂ ਇੱਕ ਸਿੱਧਾ ਹੀ ਸੁਪਨਾ ਲੈ ਲੈਂਦੇ ਕਿ ਅਸੀਂ ਪਾਇਲਟ ਬਣਨਾ ਹੈ ਤੇ ਉਹ ਕਦੀ ਹੋਣਾ ਹੀ ਨਹੀਂ ਸੀ, ਉਹਨੇ ਸਾਨੂੰ ਨਿਰਾਸ਼ਤਾ ਵਿੱਚ ਤੱਕਣਾ ਸੀ। ਸੋ ਮੈਂ ਬਹੁਤ ਸਾਰੇ ਬੰਦਿਆਂ ਨੂੰ ਜਾਣਦਾ ਹਾਂ, ਸਾਡੇ ਬਿਲਕੁਲ ਲਾਗੇ ਇੱਕ ਫਜ਼ਲਾਬਾਦ ਪਿੰਡ ਹੈ, ਉੱਥੋਂ ਦੇ ਇੱਕ ਜਸ਼ਪਾਲ ਇੰਜੀਨੀਅਰ ਹੋਏ ਨੇ ਜਿਹੜੇ 에ਅਰ ਇੰਡੀਆ ਦੇ ਵੱਡੇ ਵੱਡੇ ਰੀਜਨਾਂ ਦੇ ਇੰਚਾਰਜ ਰਹੇ ਨੇ। ਉਸ ਤੋਂ ਬਾਅਦ ਉਹ ਕਤਰ 에ਅਰਵੇਜ਼ ਦੇ ਰਹੇ, ਉਹ ਜਿਹੜੀ ਗਲਫ 에ਅਰਵੇਜ਼ ਆ ਉਹਦੇ ਉਹ ਬਹੁਤ ਵੱਡੇ ਟੈਕਨੀਕਲ ਇੰਚਾਰਜ ਰਹੇ। ਬਟ ਉਹਨਾਂ ਨੇ ਬਹੁਤ ਛੋਟੇ ਲੈਵਲ ਤੋਂ ਆਪਣੇ ਆਪ ਨੂੰ ਸਥਾਪਿਤ ਕੀਤਾ। ਉਹਨਾਂ ਦੀ ਇਸ ਪਾਸੇ ਇੱਕ ਇੱਛਾ ਸੀ, ਉਹ ਪਹਿਲਾਂ ਆਟੋਮੋਬਾਈਲ ਇੰਡਸਟਰੀ 'ਚ ਗਏ, ਉੱਥੋਂ ਵੱਧਦੇ ਜਸ਼ਪਾਲ ਜੀ ਜਿਹੜੇ ਆ ਉਹ ਫਿਰ ਉਹਦੇ ਕਾਫੀ ਉੱਚੇ ਅਹੁਦੇ ਤੋਂ ਜਿਹੜਾ ਹੈ ਉਹ ਗਲਫ 에ਅਰਵੇਜ਼ ਤੋਂ ਜਿਹੜੀ ਉਹਦੇ ਤੋਂ ਰਿਟਾਇਰ ਹੋਏ ਸੀ। ਸੋ ਉਹਨਾਂ ਨੇ ਮੈਨੂੰ ਜ਼ਿੰਦਗੀ ਦੇ ਵਿੱਚ ਬਹੁਤ ਪ੍ਰੇਰਿਤ ਕੀਤਾ ਕਿ ਜੇ ਤੁਸੀਂ ਸਿੱਧੇ ਹੀ ਲੈਵਲ ਤੇ ਸੋਚੋਗੇ ਕਿ ਮੈਂ ਬਹੁਤ ਉੱਚੀਆਂ ਮੰਜ਼ਿਲਾਂ ਤੈਅ ਕਰਨੀਆਂ ਨੇ ਤੇ ਉਹ ਫਿਰ ਜਿਹੜਾ ਇਹ ਬਿਨਾਂ ਸੀੜੀਆਂ ਤੋਂ ਛੱਤ ਤੇ ਜਾਣ ਵਾਲੀ ਗੱਲ ਹੁੰਦੀ ਆ, ਔਰ ਸੀੜੀ ਦਰ ਸੀੜੀ ਨਹੀਂ ਚੜ੍ਹਦੇ ਤੇ ਤੁਸੀਂ ਕਦੀ ਵੀ ਕਿਸੇ ਦੀ ਛੱਤ ਜਾਂ ਕਿਸੇ ਮਕਾਨ ਦੀ ਟੌਪ ਤੇ ਨਹੀਂ ਪਹੁੰਚ ਸਕਦੇ। ਜੇ ਅਸੀਂ ਸੀੜੀ ਦਰ ਸੀੜੀ, ਪੌੜੀ ਦਰ ਪੌੜੀ ਚੜ੍ਹਦੇ ਆ ਤੇ ਫਿਰ ਅਸੀਂ ਜ਼ਰੂਰ ਉੱਥੇ ਪਹੁੰਚ ਜਾਂਦੇ ਆ। ਸੋ ਸੀਮਾਵਾਂ ਨਿਰਧਾਰਿਤ ਕਰਨੀਆਂ ਮਨੁੱਖ ਨੂੰ ਆਪਣੇ ਆਰਥਿਕ ਵਸੀਲਿਆਂ ਤੇ, ਔਰ ਇੱਕ ਜਿਹੜਾ ਹੈ ਕਿ ਆਪਣੇ ਚੁਗਿਰਦੇ ਤੇ ਵੀ ਜਿਹੜਾ ਉਹਦੀ ਸਹਾਇਤਾ ਲੈਣੀ। ਜੇ ਇਕੱਲਾ ਮਨੁੱਖ ਹੀ ਸੋਚ ਲੇ ਕਿ ਮੈਂ ਆ ਜਿਹੜਾ ਇਦਾਂ ਦੀ ਮੰਜ਼ਿਲ ਸਰ ਕਰ ਲੂੰਗਾ ਤਾਂ ਸੰਭਵ ਨਹੀਂ। ਸੋ ਆਤਮ ਵਿਸ਼ਵਾਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਇਨਪੁਟਸ ਹੁੰਦੀਆਂ ਨੇ, ਬਹੁਤ ਸਾਰੇ ਲੋਕਾਂ ਦਾ ਯੋਗਦਾਨ ਹੁੰਦਾ ਹੈ ਜਿਹੜਾ ਤੁਹਾਨੂੰ ਜਿਹੜਾ ਪ੍ਰੇਰਿਤ ਕਰਦਾ ਹੈ, ਤਾਂ ਹੀ ਤੁਸੀਂ ਆਤਮ ਵਿਸ਼ਵਾਸੀ ਬਣ ਸਕਦੇ ਆ। ਨਹੀਂ ਤੇ ਤੁਸੀਂ ਜੇ ਇਕੱਲੇ ਹੀ ਤੁਰ ਪੋ, ਕਿਸੇ ਗੱਲ ਨੂੰ ਲੈ ਕੇ ਇਕੱਲੇ ਤੁਰ ਪੋ, ਕੋਈ ਬਿਨਾਂ ਵਿਚਾਰਧਾਰਾ ਤੋਂ, ਬਿਨਾਂ ਕੋਈ ਵੱਡੇ ਟੀਚੇ ਜਿਹੜੇ ਉਹ ਮਿਥ ਲਓ ਤੇ ਫਿਰ ਉਹ ਟੀਚਿਆਂ ਨੂੰ ਪ੍ਰਾਪਤ ਕਰਨਾ ਜਿਹੜਾ ਔਖਾ ਹੁੰਦਾ ਹੈ। ਸੋ ਤੁਸੀਂ ਬਹੁਤ ਪਤੇ ਦੀ ਗੱਲ ਕੀਤੀ ਆ ਕਿ ਮਨੁੱਖ ਨੂੰ ਸੀਮਾਵਾਂ ਵਿੱਚ ਰਹਿ ਕੇ ਪਹਿਲਾਂ ਆਪਣੇ ਟੀਚੇ ਜਿਹੜੇ ਆ
ਉਹ ਮੁੱਢਲੇ ਟੀਚੇ ਜਿਹੜੇ ਆ ਉਹ ਫਿਕਸ ਕਰਨੇ ਚਾਹੀਦੇ। ਜਦੋਂ ਮੁੱਢਲੇ ਟੀਚਿਆਂ ਨੂੰ ਪ੍ਰਾਪਤ ਕਰ ਲੈਂਦਾ ਹੈ, ਫਿਰ ਉਹ ਅੱਗੇ ਅੱਗੇ ਜਿਹੜਾ ਹੈ ਉਹ ਪੌੜੀ ਦਰ ਪੌੜੀ ਅੱਗੇ ਵੱਧਦਾ ਜਾਂਦਾ। ਅੱਛਾ ਹੰਸਪਾਲ ਜੀ, ਸਾਡੇ ਸਮਿਆਂ ਦੇ ਇੱਕ ਵਿਦਵਾਨ ਸਾਡੇ ਸਮਿਆਂ 'ਚ ਹੋਏ ਆ, ਜਿਨ੍ਹਾਂ ਨੂੰ ਭਗਵਾਨ ਰਜਨੀਸ਼ ਵੀ ਕਿਹਾ ਜਾਂਦਾ, ਊਸ਼ੋ। ਅੱਛਾ, ਉਹਨਾਂ ਦੇ ਥਾਟ ਕਈ ਵਾਰ ਬੜੇ ਪਾਵਰਫੁੱਲ ਹੁੰਦੇ ਆ। ਮੈਂ ਥੋੜ੍ਹਾ ਜਿਹਾ ਵਿਪਰੀਤ ਦੇਣ ਲੱਗਾ ਜਿਹੜੀ ਗੱਲ ਆਪਾਂ ਕਰ ਰਹੇ ਉੱਤੋਂ। ਉਹਨਾਂ ਦੀ ਇੱਕ 5 CD ਜਾਂ ਉਸ ਸਮੇਂ 'ਚ ਉਹ ਆਉਂਦੀਆਂ ਸੀਗਾ ਕੈਸਟ, ਉਹ ਇੱਕ ਸੀਰੀ ਆਈ ਸੀਗੀ ਬਰਨਿੰਗ ਪ੍ਰੋਬਲਮ ਆਫ ਇੰਡੀਆ। ਉਹਦੇ ਵਿੱਚ ਇੱਕ ਟੌਪਿਕ ਸੀ ਗਰੀਬੀ, ਵੀ ਗਰੀਬੀ ਦੀ ਵਜ੍ਹਾ ਕੀ ਆ, ਕਾਰਨ ਕੀ ਆ, ਅਸੀਂ ਅੱਗੇ ਕਿਉਂ ਨਹੀਂ ਵੱਧਦੇ, ਅਸੀਂ ਦੁਨੀਆ ਤੋਂ ਪਿੱਛੇ ਕਿਉਂ ਆ। ਬਹੁਤ ਵਧੀਆ ਤਰਕ ਭਰਪੂਰ ਉਹ ਗੱਲ ਕਰਦੇ ਸੀ। ਜਿਹੜਾ ਤੁਸੀਂ ਹੁਣੇ ਇੱਕ ਮੈਨੂੰ ਮਿਸਾਲ ਦਿੱਤੀ ਨਾ ਕਿ ਚਾਦਰ ਵੇਖ ਕੇ ਪੈਰ ਪਸਾਰੋ, ਸਾਨੂੰ ਸ਼ੁਰੂ ਤੋਂ ਦੱਸਿਆ ਗਿਆ। ਉਹ ਕਹਿੰਦੇ ਆ ਕਿ ਸਾਨੂੰ ਇਹ ਗਲਤ ਪੜ੍ਹਾਇਆ ਗਿਆ। ਮੈਂ ਵਿਪਰੀਤ ਕਹਿ ਰਿਹਾ, ਉਹਨਾਂ ਦਾ ਕੁਝ ਲੋਕਾਂ ਨੂੰ ਵੀ ਚੰਗਾ ਲੱਗ ਸਕਦਾ। ਉਹ ਕਹਿੰਦੇ ਆ ਮੇਰਾ ਮੰਨਣਾ ਹੈ ਕਿ ਤੁਸੀਂ ਆਪਣੇ ਪੈਰ ਪੂਰੇ ਜ਼ੋਰ ਨਾਲ ਪਸਾਰ ਦਿਓ, ਚਾਦਰ ਫਟਦੀ ਤੇ ਫਟ ਲੈਣ ਦਿਓ। ਜੇ ਫਟੂਗੀ ਨਹੀਂ, ਤੁਸੀਂ ਨਵੀਂ ਲੈਣ ਦਾ ਸੋਚ ਨਹੀਂ ਸਕਦੇ। ਜੇ ਤੁਸੀਂ ਇਸੇ ਚਾਦਰ 'ਚ ਸਾਰੀ ਉਮਰ ਘੁਸਰ ਮੁਸਰ ਹੋਏ ਰਹਿਣਾ, ਲੱਤਾਂ ਇਕੱਠੀਆਂ ਕਰਕੇ ਪੈ ਰਹਿਣਾ, ਫਿਰ ਤੁਸੀਂ ਪੈ ਰਹੋ। ਜੇ ਤੁਸੀਂ ਪੂਰੇ ਸ਼ਕਤੀ ਨਾਲ ਅੱਗੇ ਵਧਣਾ ਚਾਹੁੰਦੇ ਹੋ ਤੇ ਚਾਦਰ ਦੇ ਪਾਟਣ ਦਾ ਫਿਕਰ ਬਿਲਕੁਲ ਨਾ ਕਰੋ। ਇੱਕ ਤਰਕ ਹੋਰ ਦਿੰਦੇ ਉਸੇ ਕੈਸਟ 'ਚੋਂ, ਉਹ ਕਹਿੰਦੇ ਆ ਸਾਨੂੰ ਸਾਡੇ ਸੱਭਿਆਚਾਰ 'ਚ, ਸਾਡੇ ਗੀਤਾਂ ਰਾਹੀਂ, ਸਾਡੇ ਹੋਰ ਤਰੀਕਿਆਂ ਰਾਹੀਂ ਇਹ ਸਿਖਾਇਆ ਗਿਆ, ਜ਼ਿਆਦਾ ਕੀ ਨਹੀਂ ਜ਼ਰੂਰਤ ਹਮਕੋ, ਥੋੜੀ ਮੇਂ ਗੁਜ਼ਾਰਾ ਹੋਤਾ ਹੈ। ਰਾਜ ਕਪੂਰ ਦੀਆਂ ਫਿਲਮਾਂ ਦੇ ਗਾਣਿਆਂ ਦਾ ਰੈਫਰੈਂਸ ਦਿੰਦੇ ਹੋ। ਉਹ ਕਹਿੰਦੇ ਜਿਹੜਾ ਇਹ ਮਾਨਸਿਕ ਅਵਸਥਾ ਬੰਦੇ ਦੀ, ਜਦੋਂ ਆਪਾਂ ਖੜੋਤ ਪੈਦਾ ਕਰ ਲੈਂਦੇ ਆ ਛੱਪੜ ਵਾਂਗੂ, ਮੈਨੂੰ ਚਾਹੀਦਾ ਹੀ ਨਹੀਂ, ਮੈਂ ਸਬਰ ਸੰਤੋਖ ਹੋ ਗਿਆ, ਮੈਨੂੰ ਬਹੁਤ ਹੋ ਗਿਆ, ਤੇ ਫਿਰ ਅੱਗੇ ਵਧਣ ਦੇ ਰਾਹ ਅਸੀਂ ਆਪ ਹੀ ਬੰਦ ਕਰ ਲੈਂਦੇ ਆ। ਉਹ ਉਹਨਾਂ ਦਾ ਇੱਕ ਤਰਕ ਹੈ। ਮੈਂ ਜ਼ਰੂਰੀ ਨਹੀਂ ਕਿ ਸਾਡੇ ਦਰਸ਼ਕ ਇਹਦੇ ਨਾਲ ਸਹਿਮਤ ਹੋਣ। ਨਹੀਂ, ਮੈਂ ਵੀ ਤੁਹਾਡੇ ਨਾਲ ਇਸ ਵਿਸ਼ੇ ਤੇ ਲਿਖਿਆ ਹੀ ਸੀ। ਮੇਰਾ ਇੱਕ ਇਹ ਹੈਗਾ ਕਿ ਆਤਮ ਵਿਸ਼ਵਾਸੀ ਮਨੁੱਖ ਹੀ ਸਬਰ ਸੰਤੋਖੀ ਹੋ ਸਕਦਾ। ਜੇ ਤੁਹਾਡੇ 'ਚ ਆਤਮ ਵਿਸ਼ਵਾਸ ਨਹੀਂ ਹੈਗਾ, ਤੁਸੀਂ ਲੁੱਟਾਂ ਖੋਹਾਂ ਭੁੱਖਾਂ ਦੇ ਸ਼ਿਕਾਰ ਜੇ, ਤੇ ਤੁਸੀਂ ਜ਼ਿੰਦਗੀ ਦੇ ਗਲਤ ਰਾਹ ਅਖਤਿਆਰ ਕਰਦੇ ਜੀ। ਸੋ ਆਤਮ ਵਿਸ਼ਵਾਸ ਤੋਂ ਉੱਪਰ ਦੀ ਅਵਸਥਾ ਜਿਹੜੀ ਆ ਉਹ ਸਬਰ ਸੰਤੋਖ ਦੀ ਅਵਸਥਾ ਹੈ। ਤੁਸੀਂ ਜਿਹੜੀ ਗੱਲ ਰਜਨੀਸ਼ ਜੀ ਕਹਿ ਰਹੇ ਨੇ ਨਾ, ਉਹ ਗੱਲ ਹੈਗੀ ਆ ਆਲਸੀ ਮਨੁੱਖਾਂ ਬਾਰੇ। ਉਹ ਆਤਮ ਵਿਸ਼ਵਾਸੀ ਮਨੁੱਖ ਨਹੀਂ ਹੈਗੇ। ਉਹ ਮਨੁੱਖ ਜਿਹੜੇ ਨੇ ਬਿਲਕੁਲ ਢਹਿੰਦੀ ਕਲਾ ਵਾਲੇ ਨੇ, ਕਿ ਜਿੱਥੇ ਹੈਗੇ ਜੋ ਮਿਲਦਾ, ਜੋ ਮੇਰੇ ਕਰਮਾਂ 'ਚ ਆ, ਮੈਂ ਇਹਦੇ ਨਾਲ ਹੀ ਖੁਸ਼ ਹਾਂ। ਸੋ ਉਹ ਢਹਿੰਦੀ ਕਲਾ ਦੇ ਲੋਕਾਂ ਦਾ ਪ੍ਰਤੀਕ ਆ। ਔਰ ਜਿਹੜੀ ਉਹਨਾਂ ਨੇ ਉਦਾਹਰਨ ਦਿੱਤੀ ਹੈ ਕਿ ਚਾਦਰ ਫਟਦੀ ਫਟ ਜਾਣ ਦੋ, ਉਹ ਆਲਸੀ ਲੋਕਾਂ ਲਈ ਸੀ। ਉਹ ਆਤਮ ਵਿਸ਼ਵਾਸੀ ਲੋਕਾਂ ਦੇ ਉੱਤੇ ਨਹੀਂ ਢੁਕਦੀ। ਜਿਹੜੇ ਲੋਕ ਉੱਥੇ ਹੀ ਸੁੰਗੜ ਕੇ ਰਹਿ ਜਾਣਾ ਚਾਹੁੰਦੇ ਨੇ, ਉਸੇ ਚਾਦਰ ਦੇ ਵਿੱਚ ਸੁੰਗੜ ਕੇ ਰਹਿ ਜਾਣਾ ਚਾਹੁੰਦੇ ਨੇ। ਸਾਡਾ ਚਾਦਰ ਦੇਖ ਕੇ ਪੈਰ ਪਸਾਰਨ ਦਾ ਮਤਲਬ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਬਹੁਤ ਉੱਚੇ ਟੀਚੇ ਜਿਹੜੇ ਆ ਉਹ ਨਿਰਧਾਰਿਤ ਕਰ ਲਏ ਜਾਣ, ਜਿਨ੍ਹਾਂ ਨੂੰ ਆਰਥਿਕਤਾ ਤੋਂ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਤੁਸੀਂ ਹੁਣੇ ਪਾਇਲਟ ਬਣਨ ਦੀ ਗੱਲ ਕੀਤੀ ਆ। ਹੁਣ ਜੇ ਇੱਕ ਬੰਦਾ ਹੈ ਮੇਰੇ ਵਰਗੇ ਪਿੰਡ ਦੇ ਵਿੱਚ, ਜਦੋਂ ਮੈਂ ਉੱਥੇ ਸੀ, ਮੇਰੇ ਕੋਲ ਆਰਥਿਕਤਾ ਨਹੀਂ ਸੀ, ਮੇਥੋਂ ਬਟਾਲੇ ਪੜ੍ਹਨ ਆਉਣ ਲਈ ਵੀ ਜਿਹੜੇ ਸਾਧਨ ਨਹੀਂ ਸੀਗੇ ਆਪਣੇ ਪਿੰਡ ਤੋਂ, ਤੇ ਮੈਂ ਉਸ ਵੇਲੇ ਇਹ ਸੋਚਦਾ ਕਿ ਚਾਦਰ ਪਾਟ ਜਾਂਦੀ ਆ, ਮੈਂ ਤੇ ਦਿੱਲੀ ਜਾ ਕੇ ਪਾਇਲਟ ਦੀ ਟ੍ਰੇਨਿੰਗ ਕਰਾਂਗਾ, ਤੇ ਉਹ ਸਵਾਏ ਨਿਰਾਸ਼ਤਾ ਤੋਂ ਕੁਛ ਨਹੀਂ ਸੀਗੀ। ਉਹਨਾਂ ਦਾ ਜਿਹੜਾ ਉਹ ਸੰਦਰਭ ਆ, ਮੈਂ ਉਹਨੂੰ ਬਹੁਤ ਪੋਜ਼ਿਟਿਵਲੀ ਲੈਣਾ ਹੈ ਕਿ ਜਦੋਂ ਤੁਸੀਂ ਸਾਧਨ ਸੰਪੰਨ ਹੋ ਜਾਓ, ਜਦੋਂ ਤੁਸੀਂ ਇਸ ਅਵਸਥਾ ਵਿੱਚ ਆ ਜਾਓ ਕਿ ਤੁਸੀਂ ਵਿਵਸਥਾ ਨਾਲ ਲੜ ਸਕਦੇ ਆ, ਤੁਸੀਂ ਵਿਵਸਥਾ ਦੇ ਵਿੱਚੋਂ ਕੁਝ ਪ੍ਰਾਪਤ ਕਰ ਸਕਦੇ ਆ, ਇਹ ਉਸ ਵੇਲੇ ਢੁਕਦੀ ਆ। ਪਰ ਜਦੋਂ ਤੁਸੀਂ ਇੱਕ ਬਹੁਤ ਛੋਟੇ ਦਾਇਰੇ ਵਿੱਚ ਬੈਠੇ ਆ, ਤੁਸੀਂ ਬਹੁਤ ਛੋਟੀ ਥਾਂ ਤੇ ਬੈਠੇ ਆ, ਉੱਥੋਂ ਜੇ ਅਸੀਂ ਚਾਦਰ ਫਟਣ ਦੀ ਜਿਹੜੀ ਆ ਉਹ ਆਪਣੇ ਮਨ ਦੇ ਵਿੱਚ ਪਾ ਲਾਂਗੇ, ਤੇ ਮੇਰਾ ਖਿਆਲ ਬਹੁਤੀ ਵਾਰੀ ਅਸਫਲਤਾਵਾਂ ਜਿਹੜੀਆਂ ਨੇ ਉਹ ਸਾਡੇ ਹੱਥ ਲੱਗਣਗੀਆਂ। ਜਦੋਂ ਅਸੀਂ ਉਸ ਵਿਵਸਥਾ ਨੂੰ ਪਾਰ ਕਰ ਲੈਂਦੇ ਆ, ਆਪਾਂ ਮਾਨਸਿਕ ਤੌਰ ਦੇ ਉੱਤੇ ਅੱਗੇ ਵਧਣ ਲਈ ਤਿਆਰ ਹੋ ਜਾਂਦੇ ਆ। ਅਸੀਂ ਇਹ ਸੋਚ ਲੈਂਦੇ ਆ ਕਿ ਮੇਰਾ ਆਤਮ ਵਿਸ਼ਵਾਸ ਹੈ, ਇਹਨਾਂ ਚੀਜ਼ਾਂ ਤੋਂ ਹੁਣ ਮੈਂ ਅੱਗੇ ਜਾਣਾ ਹੈ, ਤੇ ਫਿਰ ਮਨੁੱਖ ਅੱਗੇ ਜਾਂਦਾ ਹੈ। ਉਹ ਐਸ਼ੋ ਆਰਾਮ ਦੇ ਵਿੱਚ ਨਹੀਂ ਪੈਂਦਾ। ਉਹ ਜਿਹੜੀ ਚਾਦਰ ਆ ਨਾ, ਉਸ ਤੋਂ ਫਿਰ ਬਾਹਰ ਪੈਰ ਪਸਾਰਦਾ ਜਦੋਂ ਉਹਦੇ ਕੋਲ ਥੋੜੇ ਬਹੁਤੇ ਸਾਧਨ ਸੰਪੰਨ ਹੋ ਸਕਦੇ ਆ। ਪਰ ਜਦੋਂ ਸ਼ੁਰੂਆਤੀ ਦੌਰ ਹੁੰਦਾ ਹੈ, ਜੇ ਤੁਸੀਂ ਉਦੋਂ ਹੀ ਸੋਚ ਲਓ ਵੀ ਮੇਰੀ ਚਾਦਰ ਪਾੜਦੀ ਤੇ ਪਾੜ ਜਾਏ, ਮੈਂ ਸੋਚਦਾ ਕਿ ਉਹ ਫਿਰ ਮਨੁੱਖ ਨੂੰ ਨਿਰਾਸ਼ਤਾ ਵੱਲ ਧੱਕਦੀ ਆ। ਔਰ ਜਿਹੜਾ ਨਿਰਾਸ਼ਤਾ ਨਾਲ ਮਨੁੱਖ ਭਰਪੂਰ ਹੁੰਦਾ, ਉਹ ਕਦੀ ਵੀ ਸਮਾਜ ਲਈ ਉੱਤਮ ਕੰਮ ਨਹੀਂ ਕਰ ਸਕਦਾ। ਬਿਲਕੁਲ। ਅੱਛਾ ਹੰਸਪਾਲ ਜੀ,
ਜਿਹੜਾ ਆਪਾਂ ਸੱਭਿਆਚਾਰ ਦੀ ਵੀ ਗੱਲ ਕੀਤੀ ਆ ਕਿ ਸਾਡੇ ਸੱਭਿਆਚਾਰਕ ਰਵਾਇਤਾਂ ਵੀ ਸਾਨੂੰ ਬਹੁਤ ਕੁਝ ਸਿਖਾਉਂਦੀਆਂ, ਪਰ ਅੱਜ ਦੇ ਮਾਹੌਲ ਵਿੱਚ ਜਿੱਦਾਂ ਦਾ ਗੀਤ ਸੰਗੀਤ ਸਾਡੇ ਆਲੇ ਦੁਆਲੇ ਹੁੰਦਾ ਆ, ਉਹਦੇ ਵਿੱਚ ਕਈ ਵਾਰ ਮੈਂ ਉਹਨੂੰ ਆਤਮ ਵਿਸ਼ਵਾਸ ਤੇ ਨਹੀਂ ਕਹਿੰਦਾ, ਉਹ ਤੇ ਇੱਕ ਤਰ੍ਹਾਂ ਦੀ ਫੁਕਰਾਪੰਥੀ ਆ, ਪਰ ਸ਼ੋਅ ਇੱਦਾਂ ਕੀਤਾ ਜਾਂਦਾ ਸਾਡਾ ਸਮਾਂ ਆਊਗਾ, ਅਸੀਂ ਬਿੱਲੋ ਜੇ ਕਰ ਦਾਂਗੇ, ਉਹ ਬਿੱਲੋ ਬਿੱਲੋ ਨੂੰ ਸੰਬੋਧਨ ਕਰਕੇ ਪਤਾ ਨਹੀਂ ਕੀ ਕੀ ਉਹ ਕਹਿਣਾ ਚਾਹੁੰਦੇ ਆ ਕਿ ਦੁਨੀਆ 'ਚ ਮੇਰੇ ਵਰਗਾ ਕੋਈ ਜੱਟ ਹੈਗਾ ਹੀ ਨਹੀਂ। ਇੱਕ ਤੇ ਉਹਦੇ ਨਾਲ ਜਾਤੀਵਾਦ ਫੈਲਾਇਆ ਜਾਂਦਾ, ਜੱਟਵਾਦ ਫੈਲਾਇਆ ਜਾਂਦਾ, ਦੂਸਰਾ ਇੱਕ ਤਰ੍ਹਾਂ ਦੀ ਹਉਮੈ ਕਿ ਮੇਰੇ ਵਰਗਾ ਕੋਈ ਨਹੀਂ, ਮੈਂ ਜਿੱਧਰ ਜਾਣਾ ਮੈਨੂੰ ਸਲੂਟ ਵੱਜਦੇ ਆ। ਇਸ ਕਨਸੈਪਟ ਨੂੰ ਤੁਸੀਂ ਕੀ ਕਹੋਗੇ? ਹੁੰਦਾ ਨਹੀਂ, ਇਹ ਅਸਲ 'ਚ ਹੁੰਦਾ ਨਹੀਂ। ਮੈਂ ਨਾ ਇਹਨੂੰ ਬਿਲਕੁਲ ਇਸ ਗੱਲ ਤੇ ਪ੍ਰਭਾਵ ਅੰਗਰੇਜ਼ੀ ਦਾ ਇੱਕ ਬਹੁਤ ਵਧੀਆ ਸ਼ਬਦ ਹੈ, ਓਵਰ ਕੌਨਫੀਡੈਂਸ। ਉਹ ਓਵਰ ਕੌਨਫੀਡੈਂਟ ਬੰਦੇ ਹੁੰਦੇ ਨੇ, ਜਦ ਕਿ ਉਹ ਕਦਰਾਂ ਕੀਮਤਾਂ ਨਾਲ ਬਿਲਕੁਲ ਨਹੀਂ ਜੁੜੇ ਹੁੰਦੇ। ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸ਼ਬਦ ਨੇ ਪੰਜਾਬੀ ਦੇ ਜਿਹੜੇ ਕਹੀ ਸਕਦੇ ਨੇ ਕਿ ਉਹ ਘਮੰਡੀ ਹੋ ਜਾਂਦੇ ਨੇ, ਉਹ ਹਉਮੈ ਦੇ ਸ਼ਿਕਾਰ ਹੋ ਜਾਂਦੇ ਨੇ, ਉਹ ਹੰਕਾਰੀ ਹੋ ਜਾਂਦੇ ਨੇ ਔਰ ਆਪਣੇ ਚਗਿਰਦੇ ਲਈ ਕੁਝ ਚੰਗਾ ਨਹੀਂ ਕਰਨਾ ਚਾਹੁੰਦੇ। ਔਰ ਉਹਨਾਂ ਲੋਕਾਂ ਦੇ ਜਿਹੜੇ ਬਹੁਤੇ ਫੈਸਲੇ ਹੁੰਦੇ ਆ ਨਾ ਜੀ, ਉਹ ਹਮੇਸ਼ਾ ਹੀ ਹੰਕਾਰੀ ਮਨੁੱਖ ਵਾਲੇ ਹੋ ਜਾਂਦੇ ਆ, ਔਰ ਹੰਕਾਰੀ ਮਨੁੱਖ ਹਮੇਸ਼ਾ ਹੀ ਸਮਾਜ ਲਈ ਘਾਤਕ ਹੁੰਦਾ ਏ, ਉਹ ਕਦੀ ਵੀ ਸਮਾਜ ਲਈ ਵਧੀਆ ਨਹੀਂ ਹੁੰਦਾ। ਔਰ ਉਹ ਜਿਹੜੇ ਇਸ ਤਰ੍ਹਾਂ ਦੀ ਗੱਲ ਕਰਦੇ ਆ, ਉਹ ਆਤਮ ਵਿਸ਼ਵਾਸੀ ਮਨੁੱਖ ਨਹੀਂ ਹੁੰਦੇ, ਉਹ ਆਤਮ ਘਾਤੀ ਮਨੁੱਖ ਹੁੰਦੇ ਨੇ ਔਰ ਹਉਮੈ ਦੇ ਸ਼ਿਕਾਰ ਹੁੰਦੇ ਨੇ। ਉਹਦੇ ਚ ਗੁਰਬਾਣੀ ਪ੍ਰਾਏ ਇੱਕ ਬਹੁਤ ਛੋਟੀ ਜੀ ਪੰਕਤੀ ਹੈ ਕਿ ਹਉਮੈ ਦੀਰਘ ਰੋਗ ਹੈ। ਉਹ ਜਿਹੜੇ ਦੀਰਘ ਰੋਗ ਦੇ ਸ਼ਿਕਾਰ ਲੋਕ ਹੁੰਦੇ ਆ ਨਾ, ਹਉਮੈ ਦੇ ਸ਼ਿਕਾਰ ਹੁੰਦੇ ਨੇ, ਉਹ ਨਾ ਤਾਂ ਸਮਾਜਿਕ ਕਦਰਾਂ ਕੀਮਤਾਂ ਦੀਆਂ ਜਿਹੜਾ ਆਤਮ ਵਿਸ਼ਵਾਸੀ ਮਨੁੱਖ ਆ, ਉਹ ਹਮੇਸ਼ਾ ਹੀ ਸਮਾਜਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਦਾ ਹੈ। ਚੰਗੇ ਸਮਾਜ ਦੀ ਉਸਾਰੀ ਵੀ ਉਹਦੀ ਜ਼ਿੰਦਗੀ ਦੇ ਹਿੱਸੇ ਆਉਂਦੀ। ਜਿੱਥੇ ਉਹ ਆਪਣੇ ਲਈ ਵਧੀਆ ਟੀਚੇ ਨਿਰਧਾਰਿਤ ਕਰਦਾ ਹੈ, ਉੱਥੇ ਉਹ ਸਮਾਜ ਲਈ ਵੀ ਕੁਝ ਜਿਹੜੇ ਆ ਉਹ ਚੀਜ਼ਾਂ ਨਿਰਧਾਰਿਤ ਕਰਦਾ ਜਿਹੜੀਆਂ ਸਮਾਜ ਦੇ ਬਾਕੀ ਲੋਕਾਂ ਦੀ ਵੀ ਅਗਵਾਈ ਕਰਦੀਆਂ ਨੇ। ਪਰ ਉਹ ਸਾਡਾ ਸਮਾਂ ਆ ਲੈਣ ਦੇ ਜਦੋਂ ਉਹਨਾਂ ਦਾ ਸਮਾਂ ਆਉਂਦਾ ਹੈ, ਉਹ ਫਿਰ ਸਮਾਜ ਲਈ ਕੋਈ ਉੱਤਮ ਕੰਮ ਨਹੀਂ ਕਰਦੇ, ਉਹ ਹਮੇਸ਼ਾ ਹੀ ਸਮਾਜ ਦੇ ਵਿੱਚ ਘਾਤਕ ਕੰਮ ਕਰਦੇ ਨੇ। ਔਰ ਲੋਕਾਂ ਨੇ ਕੀਤਾ ਹੈ ਉਸ ਪਾਸੇ, ਲੋਕਾਂ ਨੇ, ਅਸੀਂ ਦੋਨੋਂ ਹੀ ਬਾਰਡਰ ਡਿਸਟ੍ਰਿਕਟ ਨਾਲ ਸੰਬੰਧਿਤ ਹੈ, ਅਸੀਂ ਦੇਖਿਆ ਲੋਕਾਂ ਨੇ ਸਮਗਲਿੰਗ ਕੀਤੀ, ਉੱਥੇ ਉਹਨਾਂ ਦਾ ਸਮਾਂ ਆਇਆ, ਉਹਨਾਂ ਨੇ ਬਹੁਤ ਪੁੱਠੇ ਸਿੱਧੇ ਕੰਮ ਕੀਤੇ ਜਦੋਂ ਬਾਰਡਰ ਰਾਹੀਂ ਸਮਗਲਿੰਗ ਹੁੰਦੀ ਸੀ। ਪਰ ਤੁਸੀਂ ਵੇਖੋ ਕਿ ਉਹਨਾਂ ਨੇ ਕਦੀ ਵੀ ਉਹਨਾਂ ਨੂੰ ਸਮਾਜ ਨੇ ਜਿਹੜਾ ਉੱਤਮ ਨਹੀਂ ਮੰਨਿਆ। ਕਈ ਵਾਰ ਪੈਸੇ ਦੀ ਧੌਂਸ ਕਰਕੇ ਜਾਂ ਉਹਨਾਂ ਦੇ ਆਰਥਿਕ ਵਸੀਲੇ ਜਦੋਂ ਵਧੀਆ ਹੁੰਦੇ ਨੇ, ਉਹਨਾਂ ਕਰਕੇ ਸ਼ਾਇਦ ਕੁਝ ਲੋਕ ਉਹਨਾਂ ਨਾਲ ਜੁੜਦੇ ਆ, ਪਰ ਸਮਾਜ ਦੇ ਵਿੱਚ ਹਮੇਸ਼ਾ ਹੀ ਉਹਨਾਂ ਨੂੰ ਤਿਰਸਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਕਦੀ ਵੀ ਇਸ ਗੱਲ ਦੇ ਉੱਤੇ ਕੋਈ ਬੰਦਾ ਨਹੀਂ ਚਾਹੁੰਦਾ ਕਿ ਮੇਰਾ ਪੁੱਤਰ, ਮੇਰੀ ਧੀ, ਮੇਰਾ ਪੋਤਰਾ, ਮੇਰਾ ਭਰਾ ਇਹਨਾਂ ਵਾਂਗੂ ਤਰੱਕੀ ਕਰੇ। ਸੋ ਜਦੋਂ ਵੀ ਬੰਦਾ ਚਾਹੁੰਦਾ ਹੈ, ਉਹ ਹਮੇਸ਼ਾ ਹੀ ਚਾਹੁੰਦਾ ਹੈ ਕਿ ਮੇਰਾ ਪੁੱਤਰ ਕਿਸੇ ਆਤਮ ਵਿਸ਼ਵਾਸੀ ਬੰਦੇ ਵਰਗਾ ਹੋਏ, ਮੇਰੀ ਧੀ ਕਿਸੇ ਆਤਮ ਵਿਸ਼ਵਾਸੀ ਵਰਗੀ ਹੋਏ, ਮੇਰੀ ਭੈਣ, ਮੇਰਾ ਭਰਾ ਉਹਦੇ ਵਰਗਾ ਹੋਏ। ਸੋ ਉਹ ਜਿਹੜੀ ਤੁਸੀਂ ਸਮਾਜ ਦੇ ਉਹਨਾਂ ਅਨਸਰਾਂ ਦੀ ਗੱਲ ਕੀਤੀ ਆ, ਉਹ ਹਮੇਸ਼ਾ ਹੀ ਫਿਰ ਆਤਮਘਾਤੀ ਫੈਸਲੇ ਲੈਂਦੇ ਨੇ। ਉਹ ਕਦੀ ਵੀ ਉਹ ਮਤਲਬ ਉਹ ਕਾਮੀ ਬਣਦੇ ਨੇ, ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ, ਉਹ ਕ੍ਰੋਧੀ ਬਣਦੇ ਨੇ, ਲੋਭੀ ਬਣਦੇ ਨੇ, ਉਹ ਹੰਕਾਰੀ ਬਣਦੇ ਨੇ, ਔਰ ਉਹ ਮਨੁੱਖਾਂ ਨੂੰ ਮਨੁੱਖ ਨਹੀਂ ਸਮਝਦੇ। ਫਿਰ ਉਹ ਉਹਨਾਂ ਨੂੰ ਚਗਿਰਦੇ ਦੇ ਲੋਕ ਆਮ ਤੌਰ ਤੇ ਕੀੜੇ ਮਕੌੜੇ ਨਜ਼ਰ ਆਉਂਦੇ ਨੇ। ਬਿਲਕੁਲ, ਤੇ ਉਹਨਾਂ ਨੂੰ ਫਿਰ ਸਾਡਾ ਸਮਾਜ ਜਿਹੜਾ ਉਹ ਪ੍ਰਵਾਨ ਵੀ ਨਹੀਂ ਕਰਦਾ। ਉਹਨਾਂ ਨੂੰ ਕਈ ਲਕਬ ਤੁਸੀਂ ਦੱਸਿਆ, ਹੰਕਾਰੀ, ਦੁਰਾਚਾਰੀ, ਕਈ ਕੁਝ ਫੁਕਰਾਪੰਥੀ ਦਾ ਸ਼ਿਕਾਰ ਲੋਕ ਕਿਹਾ ਜਾਂਦਾ, ਉਹਨਾਂ ਨੂੰ ਫੁਕਰੇ ਕਿਹਾ ਜਾਂਦਾ, ਬਹੁਤ ਕੁਝ ਕਿਹਾ ਜਾਂਦਾ, ਪਰ ਉਹ ਜ਼ਿੰਦਗੀ 'ਚ ਕਦੀ ਵੀ ਸਾਰਥਕ ਸੇਧ ਨਾ ਤੇ ਲੈਂਦੇ ਆ ਤੇ ਨਾ ਦੂਜਿਆਂ ਲਈ ਕਦੀ ਉਹ ਕੋਈ ਰੋਲ ਮਾਡਲ ਬਣਦੇ ਆ। ਅੱਛਾ, ਹਾਂਜੀ, ਮੈਨੂੰ ਇੱਕ ਸਮਾਜ ਸ਼ਾਸਤਰੀ ਦੀ ਬੜੀ ਅੱਛੀ ਗੱਲ ਜਿਹੜੀ ਆ ਉਹ ਯਾਦ ਆਈ ਆ ਹੁਣੇ ਹੀ। ਹਾਂ, ਉਹ ਕਹਿੰਦੇ ਆ ਕਿ ਮਨੁੱਖ ਹੰਕਾਰੀ ਹੋ ਕੇ ਦੂਜਿਆਂ ਨੂੰ ਤੰਗ ਬਹੁਤ ਕਰਦਾ ਹੈ। ਉਹ ਦੂਜਿਆਂ ਨੂੰ ਮਾਨਸਿਕ ਤੌਰ ਤੇ ਵੀ ਪ੍ਰਤਾੜਿਤ ਕਰਦਾ ਹੈ, ਆਰਥਿਕ ਤੌਰ ਤੇ ਵੀ ਕਰਦਾ ਹੈ। ਉਹ ਲੋਕਾਂ ਦੀਆਂ ਜਿਹੜੀਆਂ ਜਾਇਦਾਦਾਂ, ਕਦਰਾਂ ਕੀਮਤਾਂ ਨੇ ਜਾਂ ਉਹਨਾਂ ਦੇ ਜਿਹੜੇ ਵਿਸ਼ਵਾਸ ਨੇ, ਉਹਨਾਂ ਨੂੰ ਤੋੜਦਾ ਹੈ। ਔਰ ਕਈ ਵਾਰੀ ਉਹ ਬਹੁਤ ਜ਼ਿਆਦਾ ਦੁਰਾਚਾਰ ਵੀ ਕਰਦਾ ਹੈ। ਪਰ ਬਹੁਤ ਛੇਤੀ ਉਹੀ ਜਿਹੜਾ ਹੰਕਾਰ ਹੁੰਦਾ, ਉਹੀ ਉਹਨਾਂ ਦਾ ਜਿਹੜਾ ਦੁਰਾਚਾਰ ਹੁੰਦਾ ਹੈ, ਉਹ ਉਹਨਾਂ ਨੂੰ ਬਹੁਤ ਛੇਤੀ ਸਬਕ ਸਿਖਾ ਦਿੰਦਾ ਹੈ। ਔਰ ਤੁਸੀਂ ਵੇਖਿਆ ਹੈ ਕਿ ਸਮਾਜ ਦੇ ਵਿੱਚ ਜਿਹੜੇ ਇਹੋ ਜਿਹੇ ਅਨਸਰ ਹੁੰਦੇ, ਉਹਨਾਂ ਦੀ ਲੰਬੀ ਉਮਰ ਨਹੀਂ ਹੁੰਦੀ। ਔਰ ਜਿਹੜੇ ਉਹਨਾਂ ਨੇ ਆਰਥਿਕ ਵਸੀਲੇ ਜੁਟਾਏ ਹੁੰਦੇ ਨੇ ਇਸ ਤਰ੍ਹਾਂ ਦੇ ਕੰਮ ਕਰਕੇ, ਉਹ ਬਹੁਤਾ ਸਮਾਂ ਉਹ ਵੀ ਜਿਹੜੇ ਉਹਨਾਂ ਦੇ ਨਾਲ ਨਹੀਂ ਨਿਭਦੇ ਹੁੰਦੇ। ਬਟ ਜਿਹੜੇ ਸੰਜਮੀ ਲੋਕ ਨੇ,
ਜਿਹੜੇ ਆਤਮ ਵਿਸ਼ਵਾਸੀ ਲੋਕ ਨੇ, ਉਹਨਾਂ ਨੇ ਜੋ ਕਮਾਇਆ ਹੁੰਦਾ ਉਹ ਕਈ ਪੀੜ੍ਹੀਆਂ ਚੱਲਦਾ ਹੈ ਅੱਗੇ। ਸੋ ਇਸ ਕਰਕੇ ਉਹ ਜਿਹੜੇ ਲੋਕ ਨੇ ਜਿਹੜੇ ਕਹਿੰਦੇ ਬਿੱਲੋ ਸਾਡੇ ਦਿਨ ਆ ਲੈਣ ਦੇ, ਉਹ ਫਿਰ ਪਤਾ ਨਹੀਂ ਬਿੱਲੋ ਕਿਹਨੂੰ ਕਹਿ ਰਹੇ ਨੇ। ਜੇ ਉਹ ਕਿਸੇ ਨੂੰ ਬਿੱਲੋ ਕਹਿ ਰਿਹਾ ਤੇ ਕੋਈ ਮਨੁੱਖ ਉਹਨਾਂ ਦੀ ਭੈਣ ਧੀ ਨੂੰ ਵੀ ਬਿੱਲੋ ਜ਼ਰੂਰ ਕਹਿ ਰਿਹਾ ਹੁੰਦਾ। ਜੀ ਅੱਛਾ ਹੰਸਪਾਲ ਜੀ, ਇੱਥੇ ਮੈਨੂੰ ਮਹਾਤਮਾ ਗਾਂਧੀ ਰਾਂ ਦੀ ਇੱਕ ਗੱਲ ਯਾਦ ਆ ਰਹੀ ਆ। ਮਹਾਤਮਾ ਗਾਂਧੀ ਰਾਂ ਨੇ ਕਿਤੇ ਕਿਹਾ ਕਿ ਤੁਹਾਡਾ ਜਿਹੜਾ ਗੋਲ ਆ, ਜਿਹੜਾ ਤੁਸੀਂ ਟੀਚਾ ਨਿਰਧਾਰਿਤ ਕੀਤਾ, ਜਿੰਨਾ ਉਹ ਪਵਿੱਤਰ ਆ ਉਹਦੇ ਤੱਕ ਪਹੁੰਚਣ ਲਈ ਉਹ ਰਾਹ ਵੀ ਉਨੇ ਪਵਿੱਤਰ ਹੋਣੇ ਚਾਹੀਦੇ ਆ। ਗਲਤ ਤਰੀਕੇ ਨਾਲ ਉੱਥੇ ਪਹੁੰਚ ਜਾਣਾ ਜਿਹੜਾ ਵਾ ਉਹ ਵੀ ਇੱਕ ਕਿਸਮ ਦਾ ਕ੍ਰਾਈਮ ਹੈ ਤੇ ਇੱਕ ਗਲਤ ਜਿਹੜੀ ਰਵਾਇਤ ਹੈ। ਯਾਨੀ ਕਿ ਜਿੰਨਾ ਪਵਿੱਤਰ ਤੁਹਾਡਾ ਗੋਲ ਆ ਉਨੇ ਪਵਿੱਤਰ ਉੱਥੇ ਪਹੁੰਚਣ ਦੇ ਰਸਤੇ ਹੋਣੇ ਚਾਹੀਦੇ ਆ। ਤੁਹਾਨੂੰ ਕੋਈ ਵੀ ਵਲ ਫਰੇਬ ਕਰਕੇ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਯਤਨ ਨਹੀਂ ਕਰਨਾ ਚਾਹੀਦਾ। ਗਿੱਲ ਸਾਹਿਬ, ਤੁਸੀਂ ਦੇਖਿਆ ਹੀ ਆ, ਅਸੀਂ ਆਪਣੇ ਸਰਕਲ 'ਚ ਦੇਖਦੇ ਆ। ਤੁਸੀਂ ਵੇਖੋ, ਹੁਣ ਨਾਂ ਨਹੀਂ ਲੈ ਸਕਦੇ। ਸਮਾਜ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਉਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀਆਂ ਕਿ ਅਸੀਂ ਉਹਨਾਂ ਲੋਕਾਂ ਦੇ ਨਾਂ ਲਈਏ। ਤੁਸੀਂ ਆਪਣੇ ਚਗਿਰਦੇ ਵਿੱਚ ਵੇਖ ਲਓ, ਸਾਡੇ ਕਈ ਆਫੀਸਰਸ ਦੇਖ ਲਓ ਜਿਨ੍ਹਾਂ ਨੇ ਉਹ ਬਹੁਤ ਮਾਇਆ ਜੋੜੀ ਆ, ਬਹੁਤ ਸਾਰਾ ਕੁਝ ਕੀਤਾ, ਉਹਨਾਂ ਤਰੱਕੀਆਂ ਵੀ ਪ੍ਰਾਪਤ ਕਰ ਲਈਆਂ, ਪਰ ਉਹ ਜਿਹੜਾ ਸਾਰਾ ਕੁਝ ਆ ਉਹ ਗਾੜੀ ਆਪਣੇ ਬੱਚਿਆਂ ਦੇ ਵਿੱਚ ਜਦੋਂ ਲੈ ਕੇ ਜਾਂਦੇ ਆ ਤੇ ਉਹਦੇ ਬੜੇ ਦੁਸ਼ਟ ਪ੍ਰਭਾਵ ਉਹਨਾਂ ਦੇ ਪਰਿਵਾਰ ਦੇ ਉੱਤੇ ਦਿਸਦੇ ਆ। ਬੱਚੇ ਜਿਹੜੇ ਆ ਉਹ ਬਹੁਤ ਗਲਤ ਰਾਹਾਂ ਤੇ ਪੈ ਜਾਂਦੇ ਨੇ। ਔਰ ਜਦੋਂ ਤੁਹਾਡੇ ਬੱਚੇ, ਤੁਹਾਡੇ ਭੈਣ ਭਰਾ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਗਲਤ ਰਾਹਾਂ ਤੇ ਪੈ ਜਾਂਦੇ ਨੇ, ਉਹ ਜਿਹੜਾ ਮਾਨਸਿਕ ਸੰਤਾਪ ਹੁੰਦਾ ਏ, ਉਹ ਜਿਹੜਾ ਨਰਕਾਂ ਤੋਂ ਵੀ ਵੱਧ ਹੁੰਦਾ ਏ। ਮੈਂ ਨਰਕ ਸਵਰਗ ਦੀ ਥਿਊਰੀ ਦੇ ਵਿੱਚ ਬਹੁਤਾ ਵਿਸ਼ਵਾਸ ਨਹੀਂ ਰੱਖਦਾ, ਪਰ ਇੱਕ ਸ਼ਬਦ ਵਰਤਿਆ ਜਾਂਦਾ ਕਿ ਉਹ ਨਰਕ ਹੈ। ਉਹ ਇੱਥੇ ਹੀ ਐਸੇ ਸੰਸਾਰ ਦੇ ਵਿੱਚ, ਐਸੇ ਜੀਵਨ ਦੇ ਵਿੱਚ ਉਹ ਨਰਕ ਭੋਗ ਰਹੇ ਹੁੰਦੇ ਨੇ। ਔਰ ਬਹੁਤ ਉਹਨਾਂ ਦੇ ਤਰਲੇ ਜਦੋਂ ਦੇਖੀਦੇ ਆ, ਜਦੋਂ ਉਹ ਤਰਲੇ ਲੈ ਰਹੇ ਹੁੰਦੇ ਆ, ਉਹ ਫਿਰ ਜਿਹੜੇ ਆ ਉਹ ਤੁਹਾਡੇ ਤੋਂ ਵੀ ਨਹੀਂ ਸਹੇ ਜਾਂਦੇ। ਤੁਹਾਨੂੰ ਕਈ ਵਾਰ ਉਹਨਾਂ ਤੇ ਬਹੁਤ ਤਰਸ ਆਉਂਦਾ, ਪਰ ਤੁਸੀਂ ਉਦੋਂ ਕਹਿੰਦੇ ਆ ਕਿ ਜਦੋਂ ਤੁਹਾਡੇ ਹੱਥ ਤਾਕਤ ਸੀ, ਜਦੋਂ ਤੁਸੀਂ ਉਹ ਰਸਤਾ ਚੁਣ ਰਹੇ ਸੀ ਮੰਜ਼ਿਲ ਤੇ ਜਾਣ ਦਾ, ਤੁਸੀਂ ਸੋਚਦੇ ਸੀ ਮਾਇਆ ਇਕੱਤਰ ਕਰਨੀ, ਵੱਡਾ ਘਰ ਬਣਾਉਣਾ ਜਿਹੜਾ ਏ ਉਹ ਤੁਹਾਡਾ ਟੀਚਾ ਸੀਗਾ, ਤੇ ਉਹ ਫਿਰ ਉਹ ਘਰ ਵੀ ਜਿਹੜੇ ਆ ਉਹਨਾਂ ਨੂੰ ਵੱਢ ਖਾਂਦੇ ਨੇ, ਤੇ ਉਹ ਮਾਇਆ ਜਿਹੜੀ ਆ ਉਹ ਬਹੁਤ ਛੇਤੀ ਜਿਹੜੀ ਆ ਉਹ ਉਹਨਾਂ ਦੇ ਜਿਹੜੇ ਸੋਮਿਆਂ ਤੋਂ ਨਿਕਲ ਜਾਂਦੀ ਆ, ਤੇ ਅੱਗੇ ਜਿਹੜਾ ਉਹਨਾਂ ਦਾ ਪਰਿਵਾਰ ਹੁੰਦਾ, ਜਿਹੜੀ ਅੰਸ ਬੰਸ ਹੁੰਦੀ ਆ, ਉਹ ਬੜੀ ਸੰਕਟਗ੍ਰਸਤ ਹੋ ਗਈ ਹੁੰਦੀ ਹੈ। ਜੀ ਅੱਛਾ, ਗੁਰਬਾਣੀ 'ਚ ਜਦੋਂ ਆਪਾਂ ਬਾਰ-ਬਾਰ ਹਵਾਲੇ ਦਿੰਦੇ ਆ, ਗੁਰਬਾਣੀ 'ਚ ਕਿਤੇ ਇਹ ਵੀ ਆਉਂਦਾ ਆ ਕਿ ਬੰਦੇ ਨੂੰ ਆਪਣਾ ਮਰਾਲ ਉੱਚਾ ਰੱਖਣ ਲਈ, ਜੇ ਨਹੀਂ ਵੀ ਤੁਹਾਡੀ ਵਿੱਤੀ ਅਵਸਥਾ ਚੰਗੀ ਜਾਂ ਕੋਈ ਇਸ ਤਰ੍ਹਾਂ ਦੇ ਵੀ ਹਾਲਾਤ 'ਚ ਤੁਸੀਂ ਫੇਸ ਕਰ ਰਹੇ ਹੋ, ਤੇ ਜੇ ਤੁਸੀਂ ਮਰੂ ਕਰੋਗੇ ਜਾਂ ਦੂਜਿਆਂ ਅੱਗੇ ਹੱਥ ਅੱਡੋਗੇ ਤੇ ਉਹਦੇ ਨਾਲ ਕੁਝ ਨਹੀਂ ਹੋਣ ਲੱਗਾ। ਕਿਤੇ ਸਾਨੂੰ ਇਹ ਵੀ ਕਿਹਾ, ਬਹੁਤਾ ਆਖੇ ਬਹੁਤਾ ਹੋਏ। ਮਤਲਬ ਕੁਦਰਤ ਦਾ ਨਿਯਮ ਹੈ, ਤੁਸੀਂ ਤਗੜੇ ਹੋ ਗਏ ਰਹੋ, ਸਭ ਕੁਝ ਤੁਹਾਨੂੰ ਦਿੱਤਾ ਜਾਊਗਾ। ਕੁਦਰਤ ਤੁਹਾਡੇ ਤੇ ਹਮੇਸ਼ਾ ਦਇਆਵਾਨ ਰਹਿੰਦੀ ਆ। ਜੇ ਤੁਸੀਂ ਉਸ ਚੀਜ਼ ਨੂੰ ਆਪਣਾ ਦੁੱਖੜਾ ਬਣਾ ਕੇ ਬਹਿ ਜਾਓ ਤੇ ਫਿਰ ਤੁਸੀਂ ਢਹਿੰਦੀਆਂ ਕਲਾਂ ਦਾ ਸ਼ਿਕਾਰ ਹੋ ਜਾਂਦੇ। ਜਿੱਦਾਂ ਆਪਾਂ ਪਿਛਲੀ ਵਾਰ ਗੱਲ ਕਰ ਰਹੇ ਸੀਗੇ, ਗੁਰਬਾਣੀ 'ਚ ਬਾਰ-ਬਾਰ ਕਈ ਕਥਨ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਸਾਨੂੰ, ਜਿੱਦਾਂ ਇਹ ਕਿਹਾ ਸੀ ਨਿਵੇਂ ਸੋ ਗੌਰਾ ਹੋਏ, ਬੰਦਾ ਨਿਮਰਤਾ ਨਾ ਰਵੇ, ਉਹੀ ਮਨੁੱਖ ਚੰਗਾ ਤੇ ਵੱਡਾ ਭਾਰੀ ਮਨੁੱਖ ਹੁੰਦਾ ਜਿਹੜਾ ਨਿਮਰਤਾ ਨਾਲ ਚੱਲਦਾ। ਨਾਲ ਹੀ ਫਿਰ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਸੀਸ ਨਵਾਏ ਕਿਆ ਥੀਏ ਜੇ ਰਿਦੋ ਕਸੁੱਧਾ ਜਾਏ। ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਕਥਨ ਨੇ ਜਿਹੜੇ ਸਾਨੂੰ ਮੋਟੀਵੇਟ ਕਰਨ ਲਈ ਸਾਡੇ ਸਾਹਮਣੇ ਆਉਂਦੇ ਆ। ਨਹੀਂ, ਉਹ ਗਿੱਲ ਸਾਹਿਬ ਜਿਹੜਾ ਹਿਰਦੇ ਕਸੁੱਧਾ ਜਾਏ, ਨਾਲ ਹੀ ਫਿਰ ਗੁਰੂ ਸਾਹਿਬ ਨੇ ਸਪਸ਼ਟ ਵੀ ਕਰ ਦਿੱਤਾ ਨਾ, ਤੂੰ ਸੀਸ ਬਹੁਤ ਨਵਾ ਰਿਹਾ, ਸਾਰਾ ਕੁਝ ਆ, ਤੇ ਤੇਰਾ ਹਿਰਦਾ ਤੇ ਪਾਪਾਂ ਨਾਲ ਭਰਿਆ ਹੈ। ਹਿਰਦੇ ਤੇਰੇ ਵਿੱਚ ਕਾਮ ਵਾਸਨਾ ਹੈ, ਹਿਰਦੇ ਦੇ ਵਿੱਚ ਤੂੰ ਕਾਮੀ ਆ, ਹਿਰਦੇ ਦੇ ਵਿੱਚ ਤੂੰ ਲੋਭੀ ਆ, ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਨਾ ਚਾਹੁੰਦਾ ਹੈ। ਤੇ ਅਜਿਹਾ ਸੀਸ ਨਵਾਉਣਾ ਜਿਹੜਾ ਹੈ ਉਹਨੂੰ ਗੁਰੂ ਸਾਹਿਬ ਕੰਡੈਮ ਕਰਦੇ ਨੇ। ਉਹ ਕਹਿੰਦੇ ਜੇ ਸੀਸ ਕਿਤੇ ਨਵਾ ਰਿਹਾ ਹੈ, ਨਿਮਰਤਾ ਰੱਖ ਰਿਹਾ, ਤੇ ਉਹ ਮਨ ਕਰਕੇ ਹੋਣੀ ਚਾਹੀਦੀ ਹੈ, ਨਾ ਕਿ ਇਸ ਕਰਕੇ ਹੋਣੀ ਚਾਹੀਦੀ ਆ ਕਿ ਜਿਹੜਾ ਮਰਜ਼ੀ ਆਏ ਤੇਰੀ ਲਾਹ ਪਾ ਕਰ ਜੇ। ਉਹੋ ਜਿਹੀ ਨਿਮਰਤਾ ਨਹੀਂ। ਨਿਮਰਤਾ ਇਹ ਹੈ ਕਿ ਤੁਸੀਂ ਹੰਕਾਰੀ ਮਨੁੱਖ ਨਾ ਹੋ, ਦੂਜਿਆਂ ਮਨੁੱਖਾਂ ਨੂੰ ਕੀੜੇ ਮਕੌੜੇ ਨਾ ਸਮਝੋ, ਉਹਨਾਂ ਦਾ ਸਤਿਕਾਰ ਕਰੋ। ਜੇ ਕੋਈ ਉਹਦੇ ਕੋਲ ਪੂਰੀਆਂ ਗੁੰਜਾਇਸ਼ਾਂ ਹੈ ਨਹੀਂ ਜ਼ਿੰਦਗੀ ਦੀਆਂ, ਤਾਂ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜੇ ਤੂੰ ਮਿਹਨਤ ਕਰ ਰਿਹਾ ਹੈ ਤੇ ਦੂਸਰਿਆਂ ਨੂੰ ਕੁਝ ਆਪਣੇ ਹੱਥੋਂ ਦੇ, ਉਹਨਾਂ ਨੂੰ ਨਾਲ ਤੋਰ। ਤੇ ਕਾਫਲੇ ਤਾਦੀ ਬਣਦੇ ਆ ਜ਼ਿੰਦਗੀ ਦੇ, ਖੂਬਸੂਰਤ ਕਾਫਲੇ ਤਾਦੀ ਬਣਦੇ ਆ, ਚੰਗੇ ਮਨੁੱਖ ਤੁਹਾਡੇ ਨਾਲ ਤਾਦੀ ਜੁੜਦੇ ਆ ਜੇ ਤੁਸੀਂ ਨਿਮਰ ਵੀ ਆ, ਕਿਸੇ ਦੀ ਗੱਲ ਸੁਣਦੇ ਆ। ਬਟ ਇਹ ਨਹੀਂ ਹੈਗਾ ਕਿ ਕੋਈ ਤੁਹਾਡੀ ਪੱਗ ਲਾ ਕੇ ਚਲ ਜੇ ਤੇ ਤੁਸੀਂ ਕਹੋ ਵੀ ਉਹਦਾ ਬਹੁਤ ਹੱਥ ਜੋੜ ਕੇ ਖਲੋ ਜਾਓ ਵੀ ਨਹੀਂ
ਉੱਥੇ ਵੀ ਗੁਰੂ ਸਾਹਿਬ ਬਹੁਤ ਸਪਸ਼ਟ ਸੰਦੇਸ਼ ਦਿੰਦੇ ਆ ਕਿ ਜੇ ਜੀਆਂ ਪਤ ਲੱਥੀ ਜਾਏ ਜੀ ਤਿਤ ਹਰਾਮ ਦਿੱਤਾ ਸਭ ਖਾਏ। ਸੋ ਇੱਜ਼ਤ ਨਾਲ ਰਹਿ ਕੇ ਨਮਰ ਰਹਿਣਾ ਔਰ ਦੂਸਰਿਆਂ ਨੂੰ ਨਾਲ ਲੈ ਕੇ ਚੱਲਣਾ, ਇਹ ਗੁਰੂ ਸਾਹਿਬ ਦੇ ਸੰਦੇਸ਼ ਵਿੱਚ ਜ਼ਿਆਦਾ ਮੈਨੂੰ ਉੱਤਮ ਰਾਹ ਲੱਗਦਾ। ਬਿਲਕੁਲ ਬਿਲਕੁਲ, ਮੈਂ ਇਹ ਕੋਟ ਹੀ ਕਰਨ ਵਾਲਾ ਸੀ, ਤੁਸੀਂ ਕੀਤਾ, ਬਹੁਤ ਵਧੀਆ ਕੀਤਾ। ਇਹ ਬਿਲਕੁਲ ਉਹਨਾਂ ਨੇ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਸਾਡੇ ਸਨਮੁਖ ਕੀਤਾ ਹੋਇਆ ਜੀ। ਅੱਛਾ, ਹੁਣ ਇਹ ਆ ਕਿ ਇੱਕ ਮਨੁੱਖ ਹੈ, ਆਪਾਂ ਕਹਿੰਦੇ ਆ ਕਿ ਅਵਸਥਾ ਹੁੰਦੀ ਹੈ ਕਈ ਵਾਰ। ਮੈਂ ਇੱਕ ਨਾਨਕ ਸਿੰਘ ਦੇ ਨਾਵਲ 'ਚ ਕਿਤੇ ਪੜ੍ਹਿਆ ਸੀਗਾ, ਉਹ ਕਹਿੰਦੇ ਆ ਕਿ ਇੱਕ ਹੀ ਮਨੁੱਖ ਹੁੰਦਾ, ਉਹ ਪੀਰੀਅਡ ਆਫ ਟਾਈਮ ਉਹਦੀ ਸੋਚਣੀ 'ਚ ਵੀ ਫਰਕ ਪੈ ਜਾਂਦਾ, ਉਹਦੇ ਹੌਸਲੇ, ਉਹਦੀ ਦਲੇਰੀ, ਉਹਦੇ ਮਤਲਬ ਜਿੰਨੇ ਜ਼ਿੰਦਗੀ ਦੇ ਪਹਿਲੂ ਨੇ ਚੰਗੇ ਜਾਂ ਬੁਰੇ, ਉਹ ਬਦਲਦੇ ਰਹਿੰਦੇ ਆ। ਜਿੱਦਾਂ ਉਹ ਕਹਿੰਦੇ ਕਿ ਮੈਂ ਇੱਕ ਫੌਜੀ ਅਫਸਰ ਨੂੰ ਜਾਣਦਾ, ਜਦੋਂ ਲੜਾਈ ਦੇ ਜੰਗ ਦੇ ਮੈਦਾਨ 'ਚ ਸੀ ਤੇ ਆਪਣੀ ਵਰਦੀ ਪਾੜ ਕੇ ਦੁਸ਼ਮਣ ਦੇ ਸਾਹਮਣੇ ਇੱਕ ਟਾਣ ਕੇ ਕਹਿੰਦਾ ਮਾਰ ਗੋਲੀ ਮੈਨੂੰ, ਮਤਲਬ ਗੋਲੀਆਂ ਦੀ ਵਾਸ਼ਨਾ ਅੱਗੇ ਪਰਵਾਹ ਨਹੀਂ ਕੀਤੀ। ਤੇ ਉਸੇ ਵਿਅਕਤੀ ਨੂੰ ਮੈਂ ਰਿਟਾਇਰਮੈਂਟ ਤੋਂ ਬਾਅਦ ਦੰਦ ਦੀ ਪੀੜ ਨਾਲ ਤੜਫਦੇ ਵੇਖਿਆ, ਤੇ ਉਹ ਕਹਿੰਦੇ ਉਹ ਬੰਦਾ ਜਿਹੜਾ ਗੋਲੀ ਦੀ ਪੀੜ ਸਹਿਣ ਨੂੰ ਤਿਆਰ ਸੀ, ਦੰਦ ਦੀ ਪੀੜ ਅੱਗੇ ਬੇਵੱਸ ਹੋਇਆ ਪਿਆ ਸੀਗਾ। ਮਤਲਬ ਕਈ ਦੌਰ ਐਸੇ ਆਉਂਦੇ ਜ਼ਿੰਦਗੀ 'ਚ ਜਿਹੜੇ ਵਿਅਕਤੀ ਨੂੰ ਸਥਿਰ ਰਹਿਣ ਨਹੀਂ ਦਿੰਦੇ ਕਈ ਚੀਜ਼ਾਂ 'ਚ ਹਾਂ। ਮੈਂ ਤੁਹਾਡੀ ਗੱਲ ਦੇ ਉੱਤੇ ਬਿਲਕੁਲ ਸਹਿਮਤ ਹਾਂ। ਜਿਹੜਾ ਉਹਦਾ ਸੀ ਉਸ ਵੇਲੇ ਮੇਰੀ ਹਿੱਕ ਦੇ ਵਿੱਚ ਜਜ਼ਬਾ ਮਾਰ ਗੋਲੀ ਮਾਰ, ਉਹ ਉਹਦਾ ਬਹਾਦਰੀ ਦਾ ਸੀਗਾ, ਉਹਦੇ ਸਰੀਰ ਨਾਲ ਕੋਈ ਸੰਬੰਧ ਨਹੀਂ ਸੀ ਉਦੋਂ। ਉਹਦੀ ਆਤਮਾ, ਉਹਦੇ ਅਕੀਦੇ ਤੇ ਉਹਦੇ ਜੀਵਨ ਦੇ ਰਾਹ ਨਾਲ ਸੰਬੰਧ ਸੀ ਕਿ ਮੈਂ ਫੌਜੀ ਆ, ਇਸ ਵੇਲੇ ਮੈਂ ਆਪਣੇ ਦੇਸ਼ ਦੀ ਰੱਖਿਆ ਕਰ ਰਿਹਾ, ਮੈਂ ਦੁਸ਼ਮਣ ਨਾਲ ਲੜ ਰਿਹਾ। ਦੁਸ਼ਮਣ ਨੂੰ ਇਹ ਵੀ ਇੱਕ ਹਰਾਉਣ ਦਾ ਤਰੀਕਾ ਕਿ ਲੈ ਮੈਂ ਸਿੱਧਾ ਤੇਰੇ ਸਾਹਮਣੇ ਖੜਾ ਹੈ, ਮਾਰ ਮੈਨੂੰ ਗੋਲੀ। ਸਾਡੇ ਬਹੁਤ ਸਾਰੇ ਸ਼ਹੀਦ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਈਨ ਨਹੀਂ ਮੰਨੀ ਤੇ ਬਹੁਤ ਕਸ਼ਟ ਸਹੇ ਆ, ਬਟ ਉਹ ਜਿਹੜੀ ਦੰਦ ਪੀੜ ਦੀ ਗੱਲ ਆ, ਉਹਦੀ ਮਾਨਸਿਕਤਾ ਨਾਲੋਂ ਜ਼ਿਆਦਾ ਜਿਹੜੀ ਆ ਉਹਦੇ ਸਰੀਰਕ ਕਸ਼ਟਾਂ ਨਾਲ ਸੰਬੰਧਿਤ ਹੈ। ਸੋ ਜਦੋਂ ਮਨੁੱਖ ਦੇ ਸਰੀਰਕ ਕਸ਼ਟ ਹੁੰਦੇ ਨੇ, ਉਹਦੀ ਮਾਨਸਿਕ ਅਵਸਥਾ ਹੋਰ ਹੁੰਦੀ ਹੈ। ਜਦੋਂ ਮਨੁੱਖ ਕਿਸੇ ਅਕੀਦੇ ਨੂੰ ਲੈ ਕੇ, ਕਿਸੇ ਟੀਚੇ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੁੰਦਾ ਹੈ ਜਾਂ ਆਪਣੀ ਡਿਊਟੀ ਕਰ ਰਿਹਾ ਹੁੰਦਾ ਹੈ, ਤੇ ਉਹਦੇ ਬਿਲਕੁਲ ਅਕੀਦੇ ਜਿਹੜੇ ਆ ਉਹ ਬਿਲਕੁਲ ਜਿਵੇਂ ਕਿ ਜਦੋਂ ਅਸੀਂ ਨੌਕਰੀ ਦੇ ਵਿੱਚ ਸੀ, ਮੈਂ ਸੀ ਨੌਕਰੀ ਦੇ ਵਿੱਚ, ਮੇਰਾ ਤਾਂ ਬਹੁਤ ਛੋਟਾ ਅਦਾਰਾ ਸੀ, ਤੁਸੀਂ ਤੇ ਵੱਡੇ ਅਦਾਰੇ 'ਚ, ਪਰ ਮੈਨੂੰ ਬਹੁਤ ਦੂਰ ਦੂਰ ਕੰਮ ਕਰਨ ਲਈ ਮੌਕਾ ਮਿਲਿਆ। ਅਸੀਂ ਡਲਹੌਜ਼ੀ, ਮੈਂ ਵੱਡੀ ਬਿਲਡਿੰਗ ਉਸਾਰੀ, ਸਾਡੇ ਰੀਜਨਲ ਕੈਂਪਸ, ਸਾਡੇ ਬਹੁਤ ਕਾਲਜ ਜਿੰਨੇ ਵੀ ਹੈਗੇ, ਸਾਡੇ ਯੂਨੀਵਰਸਿਟੀ ਦਾ ਏਰੀਆ ਉੱਥੇ, ਔਰ ਮੈਂ ਸਾਰੇ ਥਾਵਾਂ ਤੇ ਡਿਊਟੀ ਕੀਤੀ ਆ। ਔਰ ਬੜਾ ਹੱਸ ਕੇ ਜਾਈਦਾ ਸੀ ਉੱਥੇ ਕਿ ਫਲਾਣੇ ਥਾਂ ਤੇ ਫਲਾਣੇ ਪ੍ਰੋਜੈਕਟ ਤੇ ਕਰਨਾ ਹੈ। ਔਰ ਮੈਨੂੰ ਮਾਣ ਆ ਕਿ ਬਹੁਤ ਸਾਰੇ ਪ੍ਰੋਜੈਕਟ ਤਾਂ ਜਿਹੜੇ ਆ ਮੈਂ ਜ਼ੀਰੋ ਤੋਂ ਸਟਾਰਟ ਕੀਤੇ। ਸਾਡੇ ਰੀਜਨਲ ਕੈਂਪਸ ਗੁਰਦਾਸਪੁਰ, ਰੀਜਨਲ ਕੈਂਪਸ ਜਲੰਧਰ, ਤੇ ਸਵੇਰੇ 6:20 ਵਾਲੀ ਟ੍ਰੇਨ ਫੜ ਕੇ ਵੀ ਜਲੰਧਰ 6:10 ਤੇ ਜੇ ਗੁਰਦਾਸਪੁਰ ਜਾਣਾ ਹੁੰਦਾ ਸੀ ਤੇ 6:10 ਦੀ ਟ੍ਰੇਨ ਜਿਹੜੀ ਆ ਉਹ ਫੜ ਲਈਦੀ ਸੀ। ਇਹਦਾ ਮਤਲਬ ਮੈਂ 4 ਵਜੇ ਉੱਠਦਾ ਸੀ ਉਹ ਸਾਰੀ, ਤੇ 6:20 ਦੇ ਉੱਤੇ ਜੇ ਜਲੰਧਰ ਜਾਣਾ ਹੁੰਦਾ ਸੀ 6:20 ਵਾਲੀ ਟ੍ਰੇਨ ਫੜ ਲਈ। ਹੁਣ ਮੈਂ ਜਦੋਂ ਰਿਟਾਇਰ ਹੋ ਗਿਆ, ਮੇਰੀ ਉਮਰ 62 ਸਾਲ ਹੋ ਗਈ, ਉਹ ਜਵਾਨੀ ਦੇ ਵਿੱਚ ਮੈਂ ਸਾਰਾ ਕੁਝ ਕਰਦਾ ਸੀ, ਜਵਾਨੀ ਤੋਂ ਬਾਅਦ ਦੇ ਜੀਵਨ ਦੇ ਵਿੱਚ ਵੀ ਕਰਦਾ ਸੀ। ਪਰ 62 ਸਾਲ ਦੀ ਉਮਰ ਦੇ ਵਿੱਚ ਮੈਨੂੰ ਜੇ ਕਹੇ ਵੀ ਤੂੰ ਰੋਜ਼ ਗੁਰਦਾਸਪੁਰ ਜਾਣਾ ਹੈ ਜਾਂ ਰੋਜ਼ ਤੂੰ ਜਲੰਧਰ ਜਾਣਾ ਹੈ, ਤੇ ਉਹ ਇਹ ਨਹੀਂ ਕਿ ਮੈਂ ਡਰਪੋਕ ਹੋ ਗਿਆ, ਉਹ ਮੇਰੀਆਂ ਸਰੀਰਕ ਜਿਹੜੀਆਂ ਸ਼ਮਤਾਵਾਂ ਸੀ ਉਹ ਘਟ ਜਾਂਦੀਆਂ ਨੇ। ਸੋ ਉਹਦੇ ਉੱਤੇ ਤੁਹਾਡੇ ਮਾਨਸਿਕ ਤੌਰ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ, ਬਟ ਉਹ ਸਰੀਰ ਨੇ ਸਹਿਜੇ ਜਾਂ 81 ਸਾਲ ਦੇ ਬੰਦੇ ਨੂੰ ਹੁਣ ਮੈਂ ਕਹਾਂ ਵੀ ਤੂੰ ਰੋਜ਼ ਜਲੰਧਰ ਜਾਣਾ ਹੈ ਤੇ ਕਹਾਂ ਮੈਂ ਕਮਜ਼ੋਰ ਹੋ ਗਿਆ ਹੈ, ਉਹ ਮਾਨਸਿਕ ਤੌਰ ਤੇ ਤਾਂ ਓਨਾ ਹੀ ਬਲਵਾਨ ਆ, ਓਨਾ ਡੈਡੀਕੇਟਡ ਹੋ ਸਕਦਾ, ਪਰ ਉਹਦਾ ਸਰੀਰ ਉਹਦਾ ਸਾਥ ਨਹੀਂ ਦੇ ਰਿਹਾ ਹੁੰਦਾ। ਸੋ ਉਹ ਜਿਹੜੀ ਦੰਦ ਪੀੜ ਵਾਲੀ ਗੱਲ ਆ, ਉਹਦੇ ਸਰੀਰ ਦੀ ਅਵਸਥਾ ਨਾਲ ਸੰਬੰਧਿਤ ਸੀ ਰਿਟਾਇਰਮੈਂਟ ਤੋਂ ਬਾਅਦ। ਤੁਸੀਂ ਆਪ ਹੀ ਕਿਹਾ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਦੰਦ ਦੀ ਪੀੜ ਨਾਲ, ਸੋ ਇਹ ਸਰੀਰ ਨੇ ਸਹਿਜੇ ਇਹਦੀ ਜਿਹੜੀ ਕਪੈਸਿਟੀ ਆ ਉਹ ਘਟ ਜਾਣੀ ਹੈ। ਤਦੇ ਹੀ ਉਹ ਕਹਿੰਦੇ ਨੇ ਕਿ ਜਦੋਂ ਤੁਹਾਨੂੰ ਸਮਾਂ ਮਿਲਦਾ ਹੈ, ਤੁਹਾਡਾ ਸਰੀਰ ਕਾਇਮ ਆ, ਤੁਸੀਂ ਮਾਨਸਿਕ ਤੌਰ ਤੇ ਜੇ, ਤੇ ਉਦੋਂ ਮਨੁੱਖ ਨੂੰ ਬਹੁਤ ਉੱਤਮ ਕਾਰਜ ਕਰਨੇ ਚਾਹੀਦੇ ਨੇ ਜਿਹੜੇ ਸਮਾਜ ਦੇ ਵਿੱਚ ਉਹਦਾ ਨਾਂ ਪੈਦਾ ਕਰਨ ਔਰ ਸਮਾਜ ਨੂੰ ਰਾਹ ਦਸੇਰੇ ਬਣਨ। ਪਰ ਜਿਉਂ-ਜਿਉਂ ਅਸੀਂ ਬਜ਼ੁਰਗ ਹੁੰਦੇ ਜਾਂਦੇ ਆ, ਤਿਉਂ-ਤਿਉਂ ਫਿਰ ਓਨੀ ਕੰਮ ਕਰਨ ਦੀ ਅਵਸਥਾ, ਬੇਸ਼ੱਕ ਅਸੀਂ ਮਾਨਸਿਕ ਤੌਰ ਤੇ ਬਹੁਤ ਬਲਵਾਨ ਹੋਈਏ, ਸਾਰਾ ਕੁਝ ਹੋਈਏ, ਪਰ ਸਰੀਰ ਜਿਹੜਾ ਉਹ ਸਾਡਾ ਸਾਥ ਨਹੀਂ ਦੇ ਰਿਹਾ ਹੁੰਦਾ। ਤੋ ਇਸ ਕਰਕੇ ਜਿਹੜੇ ਆਤਮ ਵਿਸ਼ਵਾਸੀ ਮਨੁੱਖ ਨੇ ਉਹ ਬਹੁਤ ਆਤਮ ਵਿਸ਼ਵਾਸ ਨਾਲ ਵੀ ਭਰਪੂਰ ਹੁੰਦੇ ਨੇ, ਪਰ ਫਿਰ ਵੀ ਜਦੋਂ ਉਹਨਾਂ ਦਾ ਸਰੀਰ ਸਾਥ ਨਹੀਂ ਦਿੰਦਾ, ਉਹ ਇੱਕ ਵੱਖਰੀ ਤਰ੍ਹਾਂ ਦੀ ਅਵਸਥਾ ਹੈ ਮਨੁੱਖ। ਬਿਲਕੁਲ। ਅੱਛਾ ਹੰਸਪਾਲ ਜੀ, ਇੱਕ ਇਹ ਪੁਆਇੰਟ ਵੀ ਆ ਕਿ ਜਦੋਂ ਕਿਤੇ ਇਹੋ ਜਿਹੀ ਕਿ ਵੀਕਨੈਸ ਆਉਣ ਲੱਗੇ, ਚਾਹੇ ਉਹ ਜ਼ਿੰਦਗੀ ਦੇ ਆਖਰੀ ਪੜਾਅ ਤੇ ਵੀ ਹੋਵੇ, ਤੇ ਜੇ ਕਿਤੇ ਮਾਨਸਿਕਤਾ 'ਚ ਵਿਗਾੜ ਆਉਣਾ ਸ਼ੁਰੂ ਹੋ ਜਾਏ ਕਿ ਨਹੀਂ ਮੈਂ ਹੁਣ ਤਾਕਤਵਰ ਨਹੀਂ ਰਿਹਾ, ਅੱਗੇ ਵਾਲੀ ਗੱਲ ਨਹੀਂ ਰਹੀ, ਤੇ ਫਿਰ ਉਸ ਸਮੇਂ ਕਹਿੰਦੇ ਆ ਕਿ ਆਪਣੀਆਂ ਜਿਹੜੀਆਂ ਪਿਛਲੀਆਂ ਪ੍ਰਾਪਤੀਆਂ ਨਾ
ਉਹਨਾਂ ਨੂੰ ਯਾਦ ਕਰੋ, ਉਹਨਾਂ ਨੂੰ ਧਿਆਓ ਕਿ ਮੈਂ ਯਾਰ ਕੀਤਾ ਆਹ ਮੈਂ ਕੰਮ ਕੀਤੇ ਆ, ਤੁਹਾਡਾ ਆਤਮ ਬਲ ਵਧੇਗਾ ਉਹਦੇ ਨਾਲ। ਇਹ ਬਿਲਕੁਲ ਹੈਗੀ ਆ ਕਿ ਉਹ ਜਦੋਂ ਤੁਹਾਡਾ ਸਰੀਰ ਤੁਹਾਡਾ ਸਾਥ ਨਹੀਂ ਦੇ ਰਿਹਾ ਹੁੰਦਾ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਅੱਛੇ ਕੰਮ ਕੀਤੇ ਹੁੰਦੇ ਆ, ਜਿਹੜੇ ਰਾਹ ਦਸੇਰੇ ਹੁੰਦੇ ਨੇ, ਜਿਹੜੇ ਲੋਕਾਂ ਨੂੰ ਰਾਹ ਦੱਸਣ ਵਾਲੇ ਹੁੰਦੇ ਨੇ। ਸੋ ਉਹਨਾਂ ਨੂੰ ਲੋਕ ਵੀ ਯਾਦ ਕਰਦੇ ਨੇ, ਜਿਹੜੇ ਲੋਕ ਤੁਹਾਨੂੰ ਆਣ ਕੇ ਗਿੱਲ ਸਾਹਿਬ ਮਿਲਦੇ ਨੇ ਉਹ ਵੀ ਉਹਨਾਂ ਨੂੰ ਯਾਦ ਕਰਦੇ ਨੇ। ਤੁਹਾਡੀਆਂ ਜਿਹੜੀਆਂ ਉਹ ਯਾਦਾਂ ਤਾਜ਼ਾ ਹੁੰਦੀਆਂ ਨੇ ਕਿ ਤੁਸੀਂ ਜਿਹੜੇ ਆ ਉਹ ਉੱਤਮ ਕੰਮ ਕੀਤੇ ਨੇ, ਤੇ ਉਹ ਫਿਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਚੰਗੇ ਮਨੁੱਖ ਦੇ ਤੌਰ ਤੇ ਜੀਣ ਲਈ ਪ੍ਰੇਰਿਤ ਕਰਦੇ ਆ। ਪਰ ਜੇ ਤੁਹਾਨੂੰ ਕੋਈ ਉਸ ਉਮਰ ਦੇ ਵਿੱਚ ਕਹੇ ਕਿ ਤੂੰ ਫੇਰ ਉਹੀ ਕੰਮ ਇਸ ਵੇਲੇ ਫੇਰ ਕਰ, ਤੇ ਸ਼ਾਇਦ ਉਹਦੇ ਲਈ ਸੰਭਵ ਨਹੀਂ ਹੁੰਦਾ। ਤੋ ਇਸ ਕਰਕੇ ਮਨੁੱਖ ਉਹੀ ਆ ਜਿਹੜਾ ਆਤਮ ਵਿਸ਼ਵਾਸੀ ਹੈ, ਜਿਹਨੇ ਸਮਾਜ ਲਈ ਕੁਝ ਕੀਤਾ ਹੈ। ਉਹ ਜਦੋਂ ਉਹ ਅਸਮਰੱਥ ਹੁੰਦਾ ਹੈ ਸਰੀਰਕ ਤੌਰ ਤੇ ਵੀ ਕੁਝ ਕਰਨ ਲਈ, ਤੇ ਫਿਰ ਬਹੁਤ ਸਾਰੇ ਲੋਕ ਉਹਦੀ ਰਾਏ ਲੈਣ ਲਈ ਆ ਜਾਂਦੇ ਨੇ। ਉਹਦੀ ਪੁੱਛ ਪ੍ਰਤੀਤ ਹੁੰਦੀ ਆ ਵੀ ਤੂੰ ਭਾਈ ਵੱਡੇ ਕੰਮਾਂ 'ਚ ਤੂੰ ਨਹੀਂ ਆ ਸਕਦਾ, ਸਾਨੂੰ ਰਾਏ ਦੇ ਇਸ ਮਾਮਲੇ ਤੇ ਕੀ ਆ। ਸੋ ਲੋਕ ਤੁਹਾਡੇ ਤੋਂ ਰਾਏ ਮੰਗਣ ਲਈ ਆ ਜਾਂਦੇ ਆ, ਉਹ ਵੀ ਤੁਹਾਡੀ ਜ਼ਿੰਦਗੀ ਦੀ ਇੱਕ ਪ੍ਰਾਪਤੀ ਹੁੰਦੀ ਆ। ਔਰ ਉਹ ਜਦੋਂ ਬਜ਼ੁਰਗ ਜਿਹੜੇ ਆ ਉਹਦਾ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਨੇ ਉੱਤਮ ਕਾਰਜ ਕੀਤੇ ਹੁੰਦੇ ਆ, ਉਹਨਾਂ ਹਮੇਸ਼ਾ ਹੀ ਉਹਨਾਂ ਦਾ ਮਾਣ ਸਤਿਕਾਰ ਬਣਿਆ ਹੁੰਦਾ। ਔਰ ਕਈ ਇਹ ਵੀ ਕਹਿੰਦੇ ਆ ਕਿ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਹੁੰਦੇ ਆ, ਜਦੋਂ ਉਸ ਅਵਸਥਾ 'ਚ ਕੀਤੇ ਹੁੰਦੇ ਆ, ਫਿਰ ਉਹ ਕਹਿੰਦੇ ਆ ਕਿ ਆਪਣੀਆਂ ਕੀਤੀਆਂ ਭੋਗ ਰਿਹਾ ਏ। ਸੋ ਇਹ ਸਾਰਾ ਕੁਝ ਹੀ ਜ਼ਿੰਦਗੀ ਦੇ ਵਿੱਚ ਬਰਾਬਰ। ਮਨੁੱਖਾਂ ਦੀ ਸ਼ਨਾਖਤ ਤਾਦੀ ਵਧੀਆ ਮਨੁੱਖਾਂ ਦੀ ਹੋਏਗੀ ਜੇ ਭੈੜੇ ਮਨੁੱਖ ਵੀ ਹੋਣਗੇ। ਜੇ ਸਾਰੇ ਹੀ ਉੱਤਮ ਮਨੁੱਖ ਹੋ ਗਏ ਫਿਰ ਤਾਂ ਉਹ ਕੋਈ ਇਸ ਤਰ੍ਹਾਂ ਦੀ ਡਿਫਰੈਂਸ਼ੀਏਸ਼ਨ ਹੋਏਗੀ ਨਹੀਂ। ਸੋ ਇਸ ਕਰਕੇ ਇਹ ਆਦਿ ਕਾਲ ਤੋਂ ਲੈ ਕੇ ਸਤਯੁਗ ਦੇ ਵਿੱਚ ਵੀ ਜਦੋਂ ਅਸੀਂ ਪੜ੍ਹਦੇ ਆ ਵੱਡੇ ਗ੍ਰੰਥ, ਤੇ ਉਹਨਾਂ ਦੇ ਵਿੱਚ ਵੀ ਜਿਹੜੇ ਆ ਉਹ ਮਾੜੇ ਮਨੁੱਖਾਂ ਦੀ ਗੱਲ ਜਿਹੜੀ ਆ ਉਹ ਸਾਹਮਣੇ ਆਉਂਦੀ ਆ, ਤੇ ਉਹਦੇ ਨਾਲ ਨਾਲ ਹੀ ਜਿਹੜੀ ਆ ਉੱਤਮ ਮਨੁੱਖਾਂ ਦੀ ਗੱਲ ਸਾਹਮਣੇ ਆਉਂਦੀ ਆ। ਸੋ ਮਾੜਾ ਤੇ ਚੰਗਾ ਪੱਖ ਜਿਹੜਾ ਹੈ ਉਹ ਸਿੱਕੇ ਦੇ ਦੋ ਹਿੱਸੇ ਨੇ, ਉਹ ਨਦੀ ਦੇ ਦੋ ਕਿਨਾਰੇ ਨੇ ਜਿਹੜੇ ਆਪਸ ਦੇ ਵਿੱਚ ਕਦੀ ਵੀ ਨਹੀਂ ਮਿਲਦੇ ਪਰ ਨਾਲ ਨਾਲ ਚੱਲਦੇ। ਪਰ ਹੰਸਪਾਲ ਜੀ, ਉਦੇਸ਼ ਤੇ ਜਿਹੜੇ ਮਹਾਂਪੁਰਖਾਂ ਦਾ ਹਮੇਸ਼ਾ ਇਹੋ ਰਿਹਾ ਕਿ ਇੱਕ ਉੱਤਮ ਸਮਾਜ ਬਣੇ ਜਿਹਦੇ ਵਿੱਚ ਕੋਈ ਕਿਸੇ ਦੂਜੇ ਦੀ ਜ਼ਿੰਦਗੀ 'ਚ ਦਖਲ ਨਾ ਦੇਵੇ, ਜਿਹਨੂੰ ਕਈ ਵਾਰ ਯੂਟੋਪੀਆਈ ਸਮਾਜ ਵੀ ਕਹਿ ਦਿੰਦੇ ਆ ਕਿ ਐਵੇਂ ਖਿਆਲੀ ਹੁੰਦਾ, ਆਦਰਸ਼ਵਾਦ। ਕਈ ਵਾਰ ਆਦਰਸ਼ਵਾਦ ਇੰਨਾ ਹਾਵੀ ਹੋ ਜਾਂਦਾ ਕਿ ਉਹ ਸੰਭਵ ਹੀ ਨਹੀਂ ਹੁੰਦੀਆਂ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਮਨ 'ਚ ਚਿਤਵ ਲੈਂਦੇ ਆ। ਮਤਲਬ ਜਿਵੇਂ ਤੁਸੀਂ ਕਿਹਾ ਕਿ ਦੋਨੇ ਪਹਿਲੂ ਨੇ, ਚੰਗਿਆਈ ਤੇ ਬੁਰਾਈ, ਦੋਨਾਂ 'ਚ ਨਖੇੜਾ ਕਰਕੇ ਚੰਗੇ ਪਾਸੇ ਵੱਲ ਨੂੰ ਵਧਣਾ ਹੀ ਇਨਸਾਨ ਦਾ ਅਸਲੀ ਫਰਜ਼ ਹੈ। ਵੇਖੋ ਜੀ, ਮਨੁੱਖ ਨੂੰ ਜਦੋਂ ਉਹ ਕੁਝ ਟੀਚਿਆਂ ਦੀ ਪ੍ਰਾਪਤੀ ਕਰ ਲੈਂਦਾ ਹੈ, ਲੈ ਲੈਂਦਾ ਹੈ, ਉਹ ਆਪਣਾ ਜਿਹੜਾ ਉਹ ਪੀਰੀਅਡ ਆ ਜਿੱਥੇ ਉਹ ਕੁਝ ਕਰ ਸਕਦਾ ਉੱਥੇ ਕਰ ਦਿੰਦਾ ਹੈ। ਉੱਥੇ ਫਿਰ ਕਈ ਵਾਰ ਸਮਾਜ ਦੇ ਇਹੋ ਜਿਹੇ ਪੜਾਅ ਵੀ ਆਉਂਦੇ ਨੇ, ਜਦੋਂ ਤੁਹਾਡਾ ਪਰਿਵਾਰ ਸੰਪੰਨ ਹੁੰਦਾ ਹੈ, ਉਹ ਆਪਣੇ ਕੰਮ ਕਰ ਰਹੇ ਹੁੰਦੇ ਨੇ, ਫਿਰ ਤੁਸੀਂ ਕੁਝ ਸਮਾਜ ਦੇ ਲਈ ਚਿਤਵਦੇ ਜੇ, ਕੁਛ ਨਹੀਂ ਹੁੰਦੇ। ਮੈਂ ਇੱਕ ਬਹੁਤ ਰਿਟਾਇਰਡ ਟੀਚਰ ਨੂੰ ਜਾਣਦਾ ਸਾਂ, ਮੇਰੇ ਵੀ ਉਹ ਟੀਚਰ ਰਹੇ ਨੇ, ਉਹ ਪਿੱਛੇ ਜੇ ਹੀ ਪੂਰੇ ਹੋਏ ਬਟਾਲੇ ਤੋਂ। ਜੇ ਸਾਡੇ ਗੁਰਦਾਸਪੁਰ ਜ਼ਿਲ੍ਹੇ 'ਚ ਉਹਨਾਂ ਦਾ ਮਹਾਨ ਨਾਮ ਗਿਣਿਆ ਜਾਂਦਾ ਸੀ ਹੈਡਮਾਸਟਰ ਅਜੀਤ ਸਿੰਘ ਹੁਣੀ। ਔਰ ਉਹ ਆਪਣੇ ਜਦੋਂ ਬਹੁਤ ਜ਼ਿਆਦਾ ਲੰਬੀ ਉਮਰ ਦੇ ਵਿੱਚ ਵੀ ਪਹੁੰਚ ਗਏ ਸੀ, ਜਦੋਂ ਉਹਨਾਂ ਦੀਆਂ ਸਰੀਰਕ ਜਿਹੜੀਆਂ ਬਹੁਤਾ ਐਕਟਿਵ ਨਹੀਂ ਸੀ ਰਿਹਾ, ਤੇ ਉਹ ਬਟਾਲੇ ਦੇ ਕਈ ਸਕੂਲਾਂ ਵਿੱਚ ਜਾ ਕੇ ਥੋੜੀ ਦੇਰ ਨੂੰ ਕੁਰਸੀ ਤੇ ਹੀ ਬੈਠ ਕੇ ਉਹ ਪ੍ਰੇਅਰ ਟਾਈਮ ਤੇ ਕੁਝ ਸਕੂਲਾਂ ਵਿੱਚ ਜਾਂਦੇ ਸੀ। ਉੱਥੇ ਜਾ ਕੇ ਲੋਕਾਂ ਨੂੰ ਚੰਗੇ ਜੀਵਨ ਦਾ ਉਦੇਸ਼ ਪ੍ਰਾਪਤ ਕਰਨ ਲਈ ਰਾਇਆਂ ਦੇ ਕੇ ਆਉਂਦੇ ਸੀ। ਔਰ ਵੱਖ-ਵੱਖ ਸਕੂਲਾਂ ਤੋਂ ਉਹਨਾਂ ਦੀ ਬੁਕਿੰਗ ਹੁੰਦੀ ਸੀ। ਫਿਰ ਉਹ ਬਹੁਤੀ ਵਾਰ ਕਹਿੰਦੇ ਸੀ ਵੀ ਮੈਨੂੰ ਲੈ ਵੀ ਜਾਓ ਤੇ ਛੱਡ ਵੀ ਜਾਓ। ਲੋਕ ਉਹਨਾਂ ਨੂੰ ਲੈ ਵੀ ਜਾਂਦੇ ਸੀ ਤੇ ਛੱਡ ਵੀ ਜਾਂਦੇ ਸੀ। ਸੋ ਇਸ ਤਰ੍ਹਾਂ ਦੀਆਂ ਉਹ ਜਿਹੜੇ ਮਨੁੱਖ ਹੁੰਦੇ ਨੇ, ਉਹ ਸਮਾਜ ਦੇ ਵਿੱਚ ਕੁਛ ਨਾ ਕੁਛ ਚਿਤਵਦੇ ਰਹਿੰਦੇ ਨੇ। ਕਈ ਜਿਹੜੇ ਨੇ ਉਹ ਲਿਖਣ ਡੈ ਪੈਂਦੇ ਨੇ। ਜਿੱਦਾਂ ਹੁਣ ਤੁਸੀਂ ਆ, ਤੁਸੀਂ ਵੇਖੋ ਸਮਾਜ ਲਈ ਉੱਥੋਂ ਅਸੀਂ ਆਏ ਸੀਗੇ, ਜਿੱਥੋਂ ਅਸੀਂ ਤੁਰੇ ਸੀ, ਜਿਸ ਪਿੰਡ ਤੋਂ ਤੁਸੀਂ ਤੁਰੇ ਸੀ, ਤੁਸੀਂ ਤਾਂ ਬੜੇ ਭਾਗਾਂ ਵਾਲੇ ਦੇ, ਬੜੇ ਸਾਹਿਤਕ ਪਿੰਡ ਤੋਂ ਤੁਰੇ ਸੀ, ਬੜੇ ਉਸਾਰੂ ਮਾਹੌਲ ਚੋਂ ਨਿਕਲੇ ਸੀ। ਤੁਹਾਡੇ ਪਿੰਡ ਦਾ ਸੰਸਾਰ ਦੇ ਵਿੱਚ ਨਾਮ ਹੈ, ਪਰ ਤੁਸੀਂ ਉਸ ਨਾਂ ਨੂੰ ਹੋਰ ਚਾਰ ਚੰਨ ਲਾਏ ਨੇ, ਉਹਨੂੰ ਅੱਗੇ ਵਧਾਇਆ ਹੈ। ਤੁਸੀਂ ਉਹਦੇ ਵਿੱਚ ਆਪਣੇ ਉਸ ਚਗਿਰਦੇ ਨੂੰ ਹੋਰ ਰੋਸ਼ਨ ਕਰਨ ਦੇ ਵਿੱਚ ਯੋਗਦਾਨ ਪਾਇਆ ਹੈ। ਤੁਸੀਂ ਹੁਣ ਨੂੰ ਸਰਵਿਸ ਤੋਂ ਰਿਟਾਇਰ ਹੋ ਗਏ ਸੀ, ਹੁਣ ਤੁਹਾਡੇ ਬੱਚੇ ਕੰਮ ਕਰਦੇ ਆ, ਔਰ ਤੁਸੀਂ ਇੱਥੇ ਵੀ ਜਿੰਨੀਆਂ ਵੀ ਸਮਾਜਿਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਜਿੰਨਾ ਵੀ ਉੱਤਮ ਕਰ ਸਕਦੇ ਹੋ ਉੱਥੇ ਤੁਸੀਂ ਉੱਤਮ ਕਰਨਾ। ਹੁਣ ਕਈਆਂ ਦੇ ਤੁਸੀਂ ਇੱਥੇ ਪ੍ਰੇਰਨਾ ਸਰੋਤ ਜੇ, ਜਿਵੇਂ ਕਿ ਮੇਰੇ ਵੀ ਤੁਸੀਂ ਪ੍ਰੇਰਨਾ ਸਰੋਤ ਜੇ। ਤੁਹਾਡੇ ਮਗਰ ਲੱਗ ਕੇ ਵੀ ਮੈਂ ਸੋਚਿਆ ਕਿ ਜ਼ਿੰਦਗੀ ਦੇ ਵਿੱਚ ਪੰਜਾਬ ਵਿੱਚ ਬਹੁਤ ਕੰਮ ਕਰ ਲਿਆ, ਹੁਣ ਕੰਮ ਨਹੀਂ ਕਰਨਾ। ਆਪਣੀਆਂ ਲੋੜਾਂ ਬਹੁਤ ਘਟ ਗਈਆਂ ਨੇ, ਆਪਾਂ ਨੂੰ ਤਾਂ ਬਹੁਤ ਸਾਰਾ ਖਾਣ ਪੀਣ ਬਹੁਤ ਘਟ ਗਿਆ ਹੈ, ਪਹਿਨਣਾ ਬਹੁਤ ਘਟ ਗਿਆ ਹੈ। ਸੋ ਇਸ ਕਰਕੇ ਫਿਰ ਮਨੁੱਖ ਨੂੰ ਜਿਹੜਾ ਉਸ ਪਾਸੇ ਵੀ ਕੰਟਰੀਬਿਊਟ ਕਰਦੇ ਨੇ, ਔਰ ਉਹ ਉੱਤਮ ਮਨੁੱਖ ਨੇ ਜਿਹੜੇ ਦੂਸਰਿਆਂ ਨੂੰ ਲਾਉਂਦੇ ਨੇ। ਹੁਣ ਤੁਹਾਡੇ ਨਾਲ ਹੋਰ ਕਈ ਇੱਥੇ ਸੱਜਣ ਜੁੜੇ ਨੇ,
ਤੁਸੀਂ ਇੱਥੋਂ ਦੀ ਵੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਕੋਈ ਕ੍ਰਿਤੀਆਂ ਆ ਰਹੀਆਂ ਨੇ ਉਹਨਾਂ ਦੇ ਖਿਲਾਫ ਖੜੇ ਹੁੰਦੇ ਜੀ, ਚੰਗੀਆਂ ਗੱਲਾਂ ਕਰਦੇ ਜੀ, ਇੱਥੇ ਸੱਚ ਨੂੰ ਪਰਨਾਏ ਲੋਕਾਂ ਦਾ ਸਾਥ ਦਿੰਦੇ ਜੀ। ਸੋ ਇਸ ਤਰ੍ਹਾਂ ਦੀਆਂ ਐਗਜ਼ਾਮਪਲਾਂ ਤੁਹਾਡੇ ਵਰਗੀਆਂ ਹੋਰ ਸਮਾਜ ਵਿੱਚ ਬਹੁਤ ਨੇ। ਸੋ ਉਹ ਲੋਕ ਜਿਹੜੇ ਆ ਹਮੇਸ਼ਾ ਹੀ ਸਮਾਜ ਨੂੰ ਉੱਤਮ ਬਣਾਉਣ ਵਿੱਚ ਯੋਗਦਾਨ ਪਾਉਂਦੇ ਨੇ, ਔਰ ਜਦੋਂ ਲੋਕ ਯੋਗਦਾਨ ਪਾਉਂਦੇ ਨੇ ਫਿਰ ਸਮਾਜ ਵੀ ਉਹਨਾਂ ਦਾ ਮਾਣ ਸਨਮਾਨ ਪੂਰਾ ਰੱਖਦਾ ਏ, ਔਰ ਉਹ ਜਿਹੜੇ ਆ ਉਹ ਫਿਰ ਸੰਤੋਖੀ ਬਣ ਜਾਂਦੇ ਨੇ, ਉਹਨਾਂ ਨੂੰ ਸਬਰ ਸੰਤੋਖ ਵਾਲੇ ਮਨੁੱਖ ਬਣ ਜਾਂਦੇ ਨੇ। ਉਹਨਾਂ ਨੂੰ ਫਿਰ ਬਹੁਤੀਆਂ ਜਾਇਦਾਦਾਂ ਇਕੱਠੀਆਂ ਕਰਨ ਦਾ ਜਾਂ ਉਹਨਾਂ ਨੂੰ ਨਹੀਂ, ਉਹ ਜਿਹੜੀ ਚਾਰੀਆ ਰਜਨੀਸ਼ ਜੀ ਵਾਲੀ ਇੱਕ ਕੋਟੇਸ਼ਨ ਵੀ ਹੈ ਕਿ ਮਨੁੱਖ ਨੂੰ ਜਿਹੜਾ ਸਬਰ ਸੰਤੋਖੀ ਹੋਣਾ ਪੈਣਾ ਹੈ, ਜਾਂ ਗੁਰਬਾਣੀ ਦੀ ਵੀ ਵਿੱਚ ਹੈਗੀ ਆ ਕਿ ਸਬਰ ਸੰਤੋਖ ਨੂੰ ਗੁਰਬਾਣੀ ਬਹੁਤ ਉੱਤਮ ਮੰਨਦੀ ਆ। ਸੋ ਉਹ ਅਵਸਥਾ ਜੇ ਤੁਹਾਡੀਆਂ ਜੜ੍ਹਾਂ ਮਜ਼ਬੂਤ ਹੋਣ, ਤੁਸੀਂ ਠੀਕ ਕੰਮ ਕਰਦੇ ਆਏ ਹੋਵੋ, ਤੇ ਉਹ ਫਿਰ ਤੁਹਾਡੀਆਂ ਜਿਹੜਾ ਤੁਹਾਡਾ ਪਰਿਵਾਰ ਆ ਉਹ ਵੀ ਸਹੀ ਸਿੱਧਤ ਹੁੰਦਾ ਏ, ਸਹੀ ਨਿਸ਼ਾਨੇ ਵੱਲ ਵੱਧ ਰਿਹਾ ਹੁੰਦਾ ਏ, ਤੇ ਤੁਹਾਨੂੰ ਉਹ ਬੜੀਆਂ ਹੀ ਆਤਮਾ ਨੂੰ ਠੰਡੀਆਂ ਰੱਖਣ ਵਾਲੀਆਂ ਜਿਹੜੀਆਂ ਨੇ ਉਹ ਚੌਗਿਰਦਾ ਤੁਹਾਡਾ ਸਿਰਜਿਆ ਜਾਂਦਾ ਏ। ਤੇ ਜੇ ਤੁਸੀਂ ਆਪ ਲੁੱਟਾਂ ਖਸੋਹਾਂ ਕਰਕੇ ਮਨੁੱਖਾਂ ਨੂੰ ਉੱਥੇ, ਤੁਸੀਂ ਇੱਥੇ ਵੀ ਵੇਖਿਆ ਉਹਨਾਂ ਲੋਕਾਂ ਦੀ ਘਾਟ ਨਹੀਂ ਜਿਹੜੇ ਹਾਲੀ ਵੀ ਇੱਥੇ ਡਰੱਗ ਵੇਚਦੇ ਨੇ, ਉਹ ਪਰ ਉਹਨਾਂ ਦਾ ਅੰਤ ਅਖੀਰ ਤੇ ਤੁਸੀਂ ਦੇਖੋ ਕਿ ਉਹ ਵਧੀਆ ਨਹੀਂ ਹੁੰਦਾ। ਸੋ ਸਬਰ ਸੰਤੋਖੀ ਵੀ ਜਿਹੜਾ ਹੈ ਉਹ ਆਤਮ ਵਿਸ਼ਵਾਸੀ ਮਨੁੱਖ ਹੋ ਸਕਦਾ ਹੈ। ਜਿਹੜਾ ਹੰਕਾਰੀ ਮਨੁੱਖ ਆ ਉਹ ਕਦੀ ਸਬਰ ਸੰਤੋਖ ਵਾਲਾ ਨਹੀਂ ਹੁੰਦਾ, ਉਹਦੀਆਂ ਤੇ ਲਾਲਸਾਵਾਂ ਹੀ ਖਤਮ ਨਹੀਂ ਹੁੰਦੀਆਂ। ਇੱਥੇ ਵੀ ਆਪਾਂ ਨੂੰ ਕਈ ਲੋਕ ਜ਼ਿੰਦਗੀ ਵਿੱਚ ਹੈਗੇ ਨੇ ਜਿਹੜੇ ਅਸੀਂ ਇੱਕ ਘਰ ਨੂੰ ਬਹੁਤ ਪਿਆਰ ਕਰਦੇ ਆ, ਉਹ ਘਰ ਵੇਚਣ ਲੱਗੇ ਅਸੀਂ ਬੜੀ ਵਾਰ ਸੋਚਦੇ ਇੱਥੇ ਸਾਡੇ ਬੱਚੇ ਪੈਦਾ ਹੋਏ ਸੀ, ਜਾਂ ਅਸੀਂ ਆਪਣੇ ਬੱਚਿਆਂ ਨੂੰ ਵੱਖਰਾ ਘਰ ਲੈ ਦਿੰਦੇ ਆ, ਪਰ ਆਪ ਅਸੀਂ ਉਸ ਘਰ ਨੂੰ ਨਹੀਂ ਛੱਡਦੇ। ਬਟ ਇੱਥੇ ਉਹ ਵੀ ਲੋਕ ਨੇ ਜਿਹੜੇ ਬਹੁਤ ਪੁੱਠੇ ਸਿੱਧੇ ਕੰਮ ਕਰਕੇ 15-15 ਘਰ ਬਣਾਈ ਬੈਠੇ ਆ, ਮਾੜਾ ਜਿਹਾ ਇੰਟਰਸਟ ਰੇਟ ਵਧਿਆ ਏ ਤੇ ਹੁਣ ਉਹ ਧਾਹਾਂ ਮਾਰਦੇ ਆ ਕਿ ਲੁੱਟੇ ਗਏ ਮਾਰੇ ਗਏ, ਕੱਖ ਨਹੀਂ ਰਿਹਾ। ਸੋ ਇਸ ਕਰਕੇ ਇਹ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਐਗਜ਼ਾਮਪਲਾਂ ਵੀ ਸਾਨੂੰ ਦੱਸਦੀਆਂ ਨੇ, ਛੋਟੀਆਂ-ਛੋਟੀਆਂ ਮਿਸਾਲਾਂ ਦੱਸਦੀਆਂ ਨੇ ਕਿ ਅਸੀਂ ਅਸਲ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਆ ਉਹ ਦਿਮਾਗੀ ਸੋਚ ਲੈ ਕੇ ਆਏ ਸੀਗੇ। ਔਰ ਮੈਂ ਇੱਕ ਦੋ ਹੁਣ ਉਹਨਾਂ ਘਰ ਵਾਲਿਆਂ ਨੂੰ ਜਾਣਦਾ ਹੈ ਕਿ ਅੱਜ ਕੱਲ ਉਹ ਬੜੇ ਪਰੇਸ਼ਾਨ ਨੇ, ਔਰ ਉਹ ਬੜੀਆਂ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਉਹ ਵੀ ਹੁਣ ਤੇ ਅਸੀਂ ਰਹਿਣਾ ਹੀ ਨਹੀਂ, ਹੁਣ ਤੇ ਮਾਰੀ ਜਾਣਾ, ਹੁਣ ਤਾਂ ਬੜੇ ਘਾਟੇ ਪੈ ਜਾਣੇ। ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਇਹ ਵੀ ਗੱਲ ਕੀਤੀ ਸੀ, ਡਿਪਰੈਸ਼ਨ ਇੱਕ ਬੰਦੇ ਲੋਕ ਹਾਂ ਉਹ ਫਿਰ ਜਿਹੜੇ ਆ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਔਰ ਉੱਥੇ ਜਦੋਂ ਉਹ ਇੰਨਾ ਕੁਝ ਸੋਚਦੇ ਆ ਉਹ ਫਿਰ ਸਮਾਜ ਲਈ ਕੋਈ ਉੱਤਮ ਨਹੀਂ ਕਰਦੇ। ਔਰ ਅਸੀਂ ਆਏ ਹੀ ਇੱਥੇ ਆ, ਪ੍ਰਾਣੀ ਤੂੰ ਆਇਆ ਲਾਹਾ ਲੈ। ਹੰਸਪਾਲ ਜੀ, ਜਿਹੜੀ ਨੈਗੇਟਿਵ ਸੋਚ ਹੈ, ਜਿਹੜੀ ਆਪਾਂ ਗੱਲ ਚਲੋ ਇਹ ਚੋਂ ਨਿਕਲੀ ਆ, ਜਿਹੜੀ ਆਖਰਕਾਰ ਸਾਨੂੰ ਡਿਪਰੈਸ਼ਨ ਵੱਲ ਲੈ ਜਾਂਦੀ ਆ, ਜਿਹੜੀ ਨੈਗੇਟਿਵਿਟੀ ਆ ਸਮਾਜ ਦੇ ਵਿੱਚ, ਕੁਝ ਕੈਂਸਰ ਹੁੰਦੇ ਆ ਤੁਹਾਡੇ ਆਲੇ ਦੁਆਲੇ ਜਿਹੜੇ ਨੈਗੇਟਿਵਿਟੀ ਇਸ ਤਰ੍ਹਾਂ ਦੀ ਪਸਾਰਾ ਕਰਕੇ ਰੱਖਦੇ ਆ ਕਿ ਤੁਹਾਡਾ ਬਚਣਾ, escape ਹੋਣਾ ਚੋਂ ਬੜਾ ਔਖਾ ਹੋ ਜਾਂਦਾ ਕਈ ਵਾਰ। ਇਹੋ ਜਿਹੇ ਹਾਲਾਤਾਂ ਨੂੰ ਕਿੱਦਾਂ ਫੇਸ ਕਰਨਾ ਚਾਹੀਦਾ ਤੁਹਾਡੇ ਹਿਸਾਬ ਨਾਲ? ਇੱਕ ਵਿਅਕਤੀ ਤੁਹਾਨੂੰ ਐਸਾ ਟੱਕਰ ਜਾਂਦਾ ਕਿ ਜਿਹੜਾ ਜਦੋਂ ਤੁਹਾਡੇ ਸਾਹਮਣੇ ਆਉਂਦਾ ਨੈਗੇਟਿਵਿਟੀ ਸ਼ੁਰੂ ਹੋ ਜਾਂਦੀ ਆ, ਫਿਰ ਉਹਦਾ ਕੀ ਬਚਾ? ਬਹੁਤੀ ਵਾਰ ਤੇ ਵੇਖੋ ਗਿੱਲ ਸਾਹਿਬ, ਜੇ ਤੁਸੀਂ ਇਸ ਸੱਚ ਨੂੰ ਪਛਾਣੋ ਤੇ ਤੁਹਾਡਾ ਮਨ ਕਹਿੰਦਾ ਵੀ ਇਸ ਬੰਦੇ ਤੋਂ ਖਹਿੜਾ ਛਡਾ, ਚਾਹੇ ਉਹ ਸਾਡਾ ਰਿਸ਼ਤੇਦਾਰ ਹੋਏ, ਚਾਹੇ ਸਾਡਾ ਸੱਜਣ ਮਿੱਤਰ ਹੋਏ, ਚਾਹੇ ਸਾਡਾ ਕੋਈ ਬਿਜ਼ਨਸ ਪਾਰਟਨਰ ਹੋਏ। ਸੋ ਜਿਹੜੇ ਮਨੁੱਖ ਦੇ ਨੇ ਨੈਗੇਟਿਵਿਟੀ ਫੈਲਾਉਣੀ ਆ ਨਾ, ਚਾਹੀਦਾ ਤੇ ਇਹ ਆ ਕਿ ਉਹਨਾਂ ਤੋਂ ਜਿੰਨੀ ਛੇਤੀ ਸਾਡਾ ਖਹਿੜਾ ਛੁੱਟ ਜੇ ਉਹ ਚੰਗਾ ਹੁੰਦਾ ਏ। ਉੱਥੇ ਬੁੱਲੇ ਸ਼ਾਹ ਵੀ ਫਿਰ ਕਹਿੰਦਾ ਏ ਇੱਕ ਥਾਂ ਦੇ ਉੱਤੇ, ਉਹ ਇਹਨਾਂ ਮਨੁੱਖਾਂ ਬਾਰੇ ਕਹਿੰਦਾ ਕਿ ਚੰਗਾ ਹੋਇਆ ਮੇਰਾ ਚਰਖਾ ਟੁੱਟਾ ਤੇ ਮੇਰੀ ਜਿੰਦ ਜਾਬੋਂ ਛੁੱਟੀ। ਉਹ ਤੁਹਾਡੇ ਕੋਲ ਕੋਈ ਥੋੜਾ ਬਹੁਤਾ ਲੈ ਕੇ ਵੀ, ਤੁਹਾਡੇ ਸੋਮਿਆਂ ਦੇ ਵਿੱਚੋਂ ਕੋਈ ਥੋੜਾ ਬਹੁਤਾ ਲੈ ਕੇ ਵੀ ਤੁਹਾਡੀ ਜਾਨ ਛੱਡ ਜਾਣ ਤੇ ਉਹ ਬਹੁਤ ਵਧੀਆ ਹੁੰਦਾ ਏ। ਬਟ ਜੇ ਅਸੀਂ ਕਈ ਵਾਰ ਇਹ ਸੋਚ ਕੇ ਵੀ ਇਹਨਾਂ ਨਾਲ ਛੱਡਿਆ ਏ, ਸਾਡਾ ਆਹ ਨੁਕਸਾਨ ਨਾ ਹੋ ਜੇ, ਆਹ ਨੁਕਸਾਨ ਨਾ ਹੋ ਜੇ, ਉਹ ਜ਼ਿੰਦਗੀ ਦੇ ਵਿੱਚ ਇੰਨੇ ਵੱਡੇ ਨੁਕਸਾਨ ਕਰ ਜਾਂਦੇ ਆ ਜਿਨ੍ਹਾਂ ਦੀ ਫਿਰ ਭਰਪਾਈ ਹੋਣੀ ਬੜੀ ਮੁਸ਼ਕਲ ਆ। ਸੋ ਜਿਹੜੇ ਅਜਿਹੀ ਸੋਚ ਦੇ ਲੋਕ ਨੇ, ਜਿਹੜੇ ਕਿਸੇ ਨੂੰ ਪ੍ਰੋਤਸਾਹਿਤ ਨਹੀਂ ਕਰ ਸਕਦੇ, ਜਿਹੜੇ ਕਿਸੇ ਨੂੰ ਇਸ ਗੱਲ ਤੇ ਵੀ ਹਾਏ ਹੁਣ ਕੀ ਬਣੇਗਾ, ਹੁਣ ਕੀ ਬਣੇਗਾ, ਜਿਹੜੇ ਉਸ ਤਰ੍ਹਾਂ ਦੀ ਅਵਸਥਾ ਵਿੱਚ ਲੈ ਜਾਂਦੇ ਆ, ਉਹਨਾਂ ਤੋਂ ਜਿੰਨੀ ਛੇਤੀ ਖਹਿੜਾ ਛੁੱਟ ਸਕੇ ਉਹ ਛਡਾਉਣਾ ਚਾਹੀਦਾ। ਅੱਛਾ ਹੰਸਪਾਲ ਜੀ, 2 ਪੁਆਇੰਟ ਇਕੱਠੇ ਮੈਂ ਪੁੱਛ ਲੈਣਾ ਤੁਹਾਨੂੰ। ਇੱਕ ਹੈਗਾ ਪ੍ਰਸ਼ੰਸਾ, ਜਿੱਦਾਂ ਹੁਣੇ ਤੁਸੀਂ ਮੇਰੇ ਸੰਬੰਧ ਵਿੱਚ ਪ੍ਰਸ਼ੰਸਾ ਕਰ ਰਹੇ ਸੀ, ਕੁਝ ਇੱਕ ਹੱਦ ਤੱਕ ਇਹਦੀ ਮੋਟੀਵੇਸ਼ਨ ਹੁੰਦੀ ਆ ਕਿ ਬੰਦੇ ਨੂੰ ਲੱਗਦਾ ਯਾਰ ਮੈਂ ਮਾੜਾ ਮੋਟਾ ਤੇ ਕੀਤਾ ਹੋਊ ਜੇ ਕੋਈ ਦੂਜਾ ਕਹਿ ਰਿਹਾ ਤਾਂ। ਪਰ ਦੂਜੇ ਪਾਸੇ ਕਈ ਵਾਰ ਇਹ ਚੀਜ਼ ਜਿਹੜੀ ਆ ਮਨੁੱਖ ਨੂੰ ਉਲਟ ਪਾਸੇ ਲੈ ਜਾਂਦੀ ਕਿ ਮੈਂ ਤੇ ਬਹੁਤ, ਜਿਵੇਂ ਤੁਸੀਂ ਘਮੰਡ ਦੀ ਗੱਲ ਕੀਤੀ, ਹੰਕਾਰ ਦੀ ਗੱਲ ਕੀਤੀ, ਤੇ ਦੂਜੇ ਪਾਸੇ ਹੁੰਦੀ ਆ ਆਲੋਚਨਾ। ਆਲੋਚਨਾ ਦੇ ਵੀ ਦੋਵੇਂ ਪੱਖ ਨੇ। ਕਈ ਵਾਰ ਆਲੋਚਨਾ ਕਰਨ ਵਾਲਾ ਵਿਅਕਤੀ ਤੁਹਾਡੀ ਇਸ ਕਦਰ ਆਲੋਚਨਾ ਕਰਦਾ ਹੈ ਕਿ ਤੁਸੀਂ ਉਹਨੂੰ ਆਪਣੀ ਹੇਠੀ ਸਮਝਣ ਲੱਗ ਜਾਂਦੇ ਹੋ,
ਤੇ ਜੇ ਤੁਸੀਂ ਆਲੋਚਨਾ ਸਵੀਕਾਰ ਕਰਨੀ ਸ਼ੁਰੂ ਕਰ ਦਿਓ ਤੇ ਤੁਹਾਡਾ ਆਤਮ ਬਲ ਵੱਧਦਾ, ਆਤਮ ਵਿਸ਼ਵਾਸ ਵੱਧਦਾ। ਇਹ ਦੋ ਚੀਜ਼ਾਂ ਨੂੰ ਮਨੁੱਖ ਕਿੱਦਾਂ ਲਵੇ? ਇੱਕ ਤਾਂ ਮੈਂ ਸਪਰੇਜ਼, ਉਹਦੀ ਪ੍ਰੇਜ਼ ਕੋਈ ਕਰਦਾ ਉਹਨੂੰ, ਤੇ ਇੱਕ ਉਹਦੀ ਆਲੋਚਨਾ ਕਰਦਾ। ਇਹਨਾਂ ਦੋਵਾਂ ਦੇ ਵਿੱਚ ਬੈਲੈਂਸ ਕਿੱਦਾਂ ਰੱਖੇ ਤੇ ਕਿਹੜੇ ਤਰੀਕੇ ਨਾਲ ਉਹਨੂੰ ਐਕਸੈਪਟ ਕਰੇ ਜਾਂ ਰਿਜੈਕਟ ਕਰੇ? ਇੱਕ ਮੈਂ ਤੁਹਾਨੂੰ ਇੱਥੇ ਬੜੀ ਸਪਸ਼ਟ ਗੱਲ ਕਰ ਦਿਆਂ ਕਿ ਜਦੋਂ ਤੁਸੀਂ ਆਤਮ ਵਿਸ਼ਵਾਸੀ ਹੁੰਦੇ ਆ, ਤੁਸੀਂ ਜੜ੍ਹਾਂ ਨਾਲ ਜੁੜੇ ਹੁੰਦੇ ਆ, ਤੁਸੀਂ ਉਸ ਤੋਂ ਆਏ ਹੁੰਦੇ ਆ ਜਿੱਥੇ ਤੁਹਾਨੂੰ ਪਤਾ ਹੁੰਦਾ ਮੈਂ ਕੀ ਹਾਂ। ਸਭ ਤੋਂ ਪਹਿਲਾਂ ਆਪਾਂ ਇੱਕ ਦਿਨ ਇਸੇ ਗੱਲ ਤੇ ਚਰਚਾ ਕੀਤੀ ਸੀ ਕਿ ਬਿਲਕੁਲ ਸਾਨੂੰ ਆਪਣੇ ਆਪ ਬਾਰੇ ਪਤਾ ਹੁੰਦਾ ਮੈਂ ਕੀ ਹਾਂ। ਜਦੋਂ ਮਨੁੱਖ ਨੂੰ ਇਹ ਪਤਾ ਲੱਗ ਜੇ ਨਾ ਮੈਂ ਕੀ ਹਾਂ, ਤਾਂ ਉੱਥੇ ਅੰਗਰੇਜ਼ੀ ਦੇ ਦੋ ਬਹੁਤ ਵਧੀਆ ਸ਼ਬਦ ਜਿਹੜੇ ਆ ਮੈਨੂੰ ਹੁਣੇ ਦਿਮਾਗ 'ਚ ਆਏ ਨੇ। ਇੱਕ ਹੁੰਦਾ ਕਿਸੇ ਦੀ ਪ੍ਰੇਜ਼ ਕਰਨੀ, ਇੱਕ ਹੁੰਦਾ ਕਿਸੇ ਦੀ ਫਲੈਟਰਿੰਗ ਕਰਨੀ। ਜੇ ਤੁਸੀਂ ਆਪਣੇ ਬਾਰੇ ਜਾਣਦੇ ਆ ਕਿ ਮੈਂ ਕੀ ਹਾਂ, ਤੇ ਫਿਰ ਤੁਹਾਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਕਿ ਇਹ ਬੰਦਾ ਮੇਰੀ ਪ੍ਰਸ਼ੰਸਾ ਕਰ ਰਿਹਾ ਹੈ, ਮੇਰੀ ਪ੍ਰੇਜ਼ ਕਰ ਰਿਹਾ ਹੈ ਕਿ ਮੇਰੀ ਫਲੈਟਰਿੰਗ ਕਰ ਰਿਹਾ ਹੈ। ਸੋ ਇਸ ਕਰਕੇ ਇਸ ਚੀਜ਼ ਨੂੰ ਸਾਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਹੈ। ਉਹ ਅਸੀਂ ਜਾਣ ਬੁੱਝ ਕੇ ਮੰਨੀਏ ਚਾਹੇ ਨਾ ਮੰਨੀਏ, ਅਸੀਂ ਉਹਦੇ ਤੋਂ ਜਾਣ ਬੁੱਝ ਕੇ, ਕਈ ਵਾਰ ਅਸੀਂ ਇੰਨੇ ਜ਼ਿਆਦਾ ਆਪਣੀ ਪ੍ਰਸ਼ੰਸਾ ਦੇ ਭੁੱਖੇ ਹੋ ਜਾਂਦੇ ਆ, ਸਾਨੂੰ ਪ੍ਰੇਜ਼ ਤੇ ਫਲੈਟਰਿੰਗ ਦੇ ਵਿੱਚ ਜਿਹੜੀ ਆ ਉਹ ਸਮਝ ਨਹੀਂ ਆਉਂਦੀ ਕਿ ਮੇਰੀ ਪ੍ਰੇਜ਼ ਕਰ ਰਿਹਾ ਕਿ ਫਲੈਟਰਿੰਗ ਕਰ ਰਿਹਾ। ਮੈਨੂੰ ਹੁਣੇ ਇੱਕ ਰੂਸੀ ਕਹਾਣੀ ਜਿਹੜੀ ਆ ਉਹ ਯਾਦ ਆ ਗਈ, ਹਾਂਜੀ। ਬਹੁਤ ਬਰੀਫਲੀ ਦੱਸਾਂਗਾ। ਕਹਾਣੀ ਇਹ ਸੀ ਕਿ ਉਹ ਕਿਸੇ ਪਿੰਡ ਦੇ ਵਿੱਚ ਇੱਕ ਦੇਹ ਕਬਜ਼ਾ ਕਰ ਲੈਂਦਾ, ਔਰ ਉਹ ਰੋਜ਼ ਕਹਿੰਦਾ ਏ ਕਿ ਮੈਨੂੰ ਇੱਕ ਜਿਹੜੀ ਆ ਤੀਵੀਂ ਚਾਹੀਦੀ ਆ ਰੋਜ਼, ਤੇ ਇੱਕ ਮੈਨੂੰ ਜਾਨਵਰ ਚਾਹੀਦਾ ਰੋਜ਼ ਖਾਣ ਲਈ। ਇਹ ਮੈਨੂੰ ਰੋਜ਼ ਚਾਹੀਦੇ ਆ ਜੇ ਤੁਸੀਂ ਰਹਿਣਾ ਹੈ। ਤੇ ਉਹ ਸਹਿਜੇ ਸਹਿਜੇ ਉਹ ਲੋਕ ਜਿਹੜੇ ਆ ਚਿੰਤਨ ਕਰਦੇ ਆ। ਉੱਥੇ ਉਹਨਾਂ ਨੂੰ ਇੱਕ ਆਤਮ ਵਿਸ਼ਵਾਸੀ ਮਨੁੱਖ ਜਿਹੜਾ ਹੈ ਉਹ ਮਿਲਦਾ ਹੈ। ਉਹ ਕਹਿੰਦਾ ਕਿ ਇਹਦੀ ਇੰਨੀ ਝੂਠੀ ਪ੍ਰਸ਼ੰਸਾ ਕਰੋ, ਇਹਦੀ ਇੰਨੀ ਝੂਠੀ ਪ੍ਰਸ਼ੰਸਾ ਕਰੋ ਕਿ ਇਹ ਆਪਣਾ ਆਤਮ ਬਲ ਖੋਹ ਲੇਗਾ। ਇਸ ਵੇਲੇ ਬਹੁਤ ਮਜ਼ਬੂਤ ਹੈ। ਉਹ ਕਹਿੰਦੇ ਕਰੀਏ ਕੀ? ਉਹ ਕਹਿੰਦੇ ਵੀ ਕਰੋ ਇਹ, ਰੋਜ਼ 10-20 ਰੋਜ਼ ਜਾਓ, ਲੋਕ ਜਾਓ ਤੇ ਇਹਨੂੰ ਜਿਹੜਾ ਹੈ ਚੁੱਕੀ ਫਿਰੋ, ਇਹਦੇ ਪੈਰ ਨਹੀਂ ਜ਼ਮੀਨ ਤੇ ਲੱਗਣ ਦੇਣੇ। ਔਰ ਉਹ ਕਹਿੰਦਾ ਕਿ ਸੰਸਾਰ ਦਾ ਕੋਈ ਰੁੱਖ, ਸੰਸਾਰ ਦਾ ਕੋਈ ਮਨੁੱਖ, ਸੰਸਾਰ ਦਾ ਕੋਈ ਜਾਨਵਰ, ਉਹ ਉਦੋਂ ਤੱਕ ਹੀ ਤਾਕਤਵਰ ਰਹਿੰਦਾ ਹੈ ਜਦੋਂ ਤੱਕ ਉਹਦੇ ਪੈਰ ਜ਼ਮੀਨ ਤੇ ਲੱਗੇ ਰਹਿੰਦੇ। ਸੋ ਤੁਸੀਂ ਇਹਦੇ ਪੈਰ ਜ਼ਮੀਨ ਤੇ ਨਹੀਂ ਲੱਗਣ ਦੇਣੇ, ਇਹਨੂੰ ਚੁੱਕ ਕੇ ਰੱਖੋ। ਇਹ ਬਹੁਤ ਥੋੜੇ ਦਿਨਾਂ ਦੇ ਵਿੱਚ ਇਹਦਾ ਜਿਹੜਾ ਸਾਰਾ ਬਲ ਘਟ ਜਾਏਗਾ। ਜਦੋਂ ਬਲ ਘਟ ਜਾਏਗਾ ਕੁੱਟ-ਕੁੱਟ ਮਾਰ ਦਿਓ। ਤੇ ਉਹ ਕਹਾਣੀ ਨੇ ਮੈਨੂੰ ਜ਼ਿੰਦਗੀ ਦੇ ਵਿੱਚ ਇਹ ਵੀ ਵੇਖਣਾ ਚਾਹੀਦਾ ਕਿ ਜਦੋਂ ਕੋਈ ਸਾਡੇ ਤੇ ਪ੍ਰਸ਼ੰਸਾ ਹੈ, ਅਸੀਂ ਚੰਗੇ ਕੰਮ ਕਰਦੇ ਹਾਂ, ਸਮਾਜ ਸਾਨੂੰ ਪ੍ਰੇਜ਼ ਕਰਦਾ ਹੈ, ਸਾਡੀ ਪ੍ਰਸ਼ੰਸਾ ਕਰਦਾ ਹੈ, ਉਦੋਂ ਸਾਨੂੰ ਆਪਣੇ ਪੈਰ ਜ਼ਮੀਨ ਤੋਂ ਨਹੀਂ ਚੁੱਕਣੇ ਚਾਹੀਦੇ, ਜ਼ਮੀਨ ਤੇ ਲਾ ਕੇ ਰੱਖਣੇ ਚਾਹੀਦੇ ਆ। ਔਰ ਜਿਹੜੇ ਰੁੱਖ ਜੜ੍ਹਾਂ ਨਾਲ ਜੁੜੇ ਹੁੰਦੇ ਨੇ, ਜਿਹੜੇ ਮਨੁੱਖ ਆਪਣੇ ਲੋਕਾਂ ਨਾਲ ਜੁੜੇ ਹੁੰਦੇ ਨੇ, ਉਹ ਪ੍ਰਸ਼ੰਸਾ ਤੋਂ ਕਦੀ ਵੀ ਭਾਵੁਕ ਹੋ ਕੇ ਪੁੱਠੇ ਕੰਮ ਨਹੀਂ ਕਰਦੇ। ਹੰਸਪਾਲ ਜੀ, ਸਾਡੇ ਸਮਾਜ 'ਚ ਜਿੱਦਾਂ ਵੱਖ-ਵੱਖ ਤੁਸੀਂ ਦੱਸ ਰਹੇ ਹੋ ਕਿ ਤਰ੍ਹਾਂ ਦੇ ਲੋਕ ਰਹਿੰਦੇ ਆ, ਕੁਝ ਲੋਕ ਤੇ ਇਸ ਕਲਾ ਤੇ ਇੰਨੇ ਕੁ ਸੰਪੂਰਨ ਹੁੰਦੇ ਆ ਜਿਹਨੂੰ ਖੁਸ਼ਾਮਦ ਦੀ ਕਲਾ ਕਹਿੰਦੇ ਆ। ਆਪਣੇ ਰਾਜਨੀਤਿਕ ਲੀਡਰਾਂ ਵੱਲ ਵੇਖ ਲਓ ਜਾਂ ਹੋਰ ਕਿਤੇ ਵੇਖ ਲਓ, ਉਹਨਾਂ ਦੇ ਇਸ ਤਰੀਕੇ ਨਾਲ ਵਿਖਿਆਨ ਕੀਤੇ ਜਾਂਦੇ ਉਹਨਾਂ ਦੀਆਂ ਪ੍ਰਾਪਤੀਆਂ ਦੇ। ਮੈਂ ਤਾਂ ਕਈ ਵਾਰ ਹੈਰਾਨ ਹੁੰਦਾ ਨਾ ਕਿ 35-40 ਸਾਲ ਦਾ MLA ਹੁੰਦਾ ਤੇ 80 ਸਾਲ ਦਾ ਬਜ਼ੁਰਗ ਜਾ ਕੇ ਉਹਦੇ ਗੋਡਿਆਂ ਨੂੰ ਹੱਥ ਲਾਉਂਦਾ ਤੇ ਨਾਲ ਹੀ ਉਹਨੂੰ ਉਹਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੰਦਾ। ਉਹ ਲੋਕ ਇੰਨੇ ਕਾਦੀ ਹੋ ਜਾਂਦੇ ਆ ਕਿ ਜਿਹੜਾ ਨਹੀਂ ਕਰਦਾ, ਖੁਸ਼ਾਮਦ ਕਰਾਉਣ 'ਚ ਇੰਨੇ ਮਤਲਬ ਉਹ ਖੁਸ਼ੀ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਰਾ ਜਹਾਨ ਜਿਹੜਾ ਆ ਉਹ ਮੇਰੀ ਖੁਸ਼ਾਮਦ ਕਰਨ ਲਈ ਬਣਿਆ ਤੇ ਮੈਂ ਸਰਵੋਤਮ ਮਨੁੱਖ ਆ। ਜਿਹੜਾ ਖੁਸ਼ਾਮਦ ਦੀ ਕਲਾ ਜਿਹੜੀ ਆ ਨਾ, ਉਹ ਵੀ ਕਈ ਵਾਰ ਮਨੁੱਖਾਂ ਨੂੰ ਅੱਗੇ ਪਿੱਛੇ ਕਰਦੀ ਆ। ਉਹ ਤੁਸੀਂ ਬਿਲਕੁਲ ਦਰੁਸਤ ਗੱਲ ਕਹੀ। ਇਹ ਮਨੁੱਖ ਨੂੰ ਪਤਾ ਲੱਗ ਜਾਂਦਾ। ਉਹ ਮੈਂ ਫਿਰ ਕਿਹਾ, ਉਹ ਹੰਕਾਰੀ ਮਨੁੱਖ ਹੋ ਗਏ ਹੁੰਦੇ ਨੇ। ਔਰ ਜਿਹੜਾ ਹੰਕਾਰੀ ਮਨੁੱਖ ਹੁੰਦਾ ਹੈ ਨਾ, ਉਹ ਕਦੀ ਵੀ ਸਮਾਜ ਨੂੰ, ਉਹ ਫਿਰ ਤੁਸੀਂ ਵੇਖੋ ਕਿ ਉਹ ਜਿਹੜੇ ਲੋਕ ਇਹੋ ਜਿਹੇ ਹੁੰਦੇ ਨੇ, ਜਿਹੜੇ ਉਹ ਲੀਡਰ ਜਿਹੜੇ ਆਪਣੇ ਦੁਆਲੇ ਖੁਸ਼ਾਮਦੀ ਲੋਕ ਇਕੱਠੇ ਕਰ ਲੈਂਦੇ ਆ, ਉਹ ਫਿਰ ਜ਼ਿੰਦਗੀ ਦੀ ਸੱਚਾਈ ਤੋਂ, ਚਾਹੇ ਉਹ ਰਾਜਨੀਤਾ ਹੋਣ, ਚਾਹੇ ਉਹ ਆਫੀਸਰ ਹੋਣ, ਚਾਹੇ ਉਹ ਸਮਾਜ ਸ਼ਾਸਤਰੀ ਹੋਣ, ਜਿਹੜੇ ਆਪਣੇ ਦੁਆਲੇ ਦੰਭੀ ਲੋਕਾਂ ਨੂੰ ਇਕੱਠੇ ਕਰ ਲੈਂਦੇ ਆ, ਉਹ ਫਿਰ ਸਹਿਜੇ ਸਹਿਜੇ ਸੱਚ ਤੋਂ, ਜ਼ਿੰਦਗੀ ਦੀ ਅਸਲੀਅਤ ਤੋਂ ਇੰਨੇ ਦੂਰ ਚਲ ਜਾਂਦੇ ਆ ਕਿ ਤੁਸੀਂ ਉਹਨਾਂ ਦੇ ਅੰਤ ਫਿਰ ਵੇਖੋ, ਉਹਨਾਂ ਦੇ ਅੰਤ ਕਿੰਨੇ ਘਾਤਕ ਹੁੰਦੇ ਨੇ ਜਦੋਂ ਉਹ ਸਰਵ ਮਨੁੱਖ ਬਣਨ ਦਾ ਫੈਸਲਾ ਕਰ ਲੈਂਦੇ ਨੇ। ਜਦੋਂ ਉਹ ਇਸ ਤਰ੍ਹਾਂ ਦੇ ਮਨੁੱਖ, ਅਸੀਂ ਸਭ ਤੋਂ ਉੱਤਮ ਮਨੁੱਖ ਹਾਂ,
ਜਦੋਂ ਮਨੁੱਖ ਦੇ ਵਿੱਚ ਇਹ ਗੱਲ ਆ ਜੇ, ਉਹ ਫਿਰ ਬੜੇ ਆਤਮਘਾਤੀ ਫੈਸਲੇ ਕਰਦੇ ਨੇ, ਔਰ ਉਹ ਫੈਸਲੇ ਉਹਨਾਂ ਦੇ ਜੀਵਨ ਨੂੰ ਅੰਤ ਕਰਦੇ ਨੇ, ਉਹਨਾਂ ਦੇ ਦੁਆਲੇ ਜਿਹੜਾ ਚਿਗਿਰਦਾ ਵਸਿਆ ਹੁੰਦਾ ਏ ਉਹਨੂੰ ਅੰਤ ਕਰਦੇ ਨੇ। ਔਰ ਇਹ ਜਿਹੜੇ ਲੋਕ ਹੁੰਦੇ ਨੇ, ਜਿਹੜੇ ਦੰਭੀ ਹੁੰਦੇ ਨੇ, ਹੰਕਾਰੀ ਹੁੰਦੇ ਨੇ, ਜਿਹੜੇ ਉਹਨਾਂ ਦੇ ਚਮਚਾਗਿਰੀ ਵਾਲੇ ਲੋਕ ਹੁੰਦੇ ਨੇ, ਤੁਸੀਂ ਵੇਖੋ ਸਭ ਤੋਂ ਪਹਿਲਾਂ ਉਹਨਾਂ ਦਾ ਅੰਤ ਕਰਦੇ ਨੇ। ਮੈਂ ਹੁਣੇ ਹੀ ਇੱਕ ਬਾਬੇ ਦੀ ਐਗਜ਼ਾਮਪਲ ਦੇ ਦਿੰਦਾ। ਇੱਕ ਬਾਬਾ ਜਿਹੜਾ ਉਹ ਦੰਭੀ ਹੈ, ਸਾਰਾ ਕੁਝ ਮੈਂ ਮੰਨਦਾ ਔਰ ਮੈਂ ਬੜਾ ਠੋਕ ਕੇ ਇਹ ਗੱਲ ਕਹਿਣਾ। ਤੁਸੀਂ ਵੇਖੋ ਕਿ ਉਹਨੇ ਜਿੰਨੇ ਮਰਵਾਏ ਨੇ ਉਹਦੇ ਤੇ ਬਹੁਤ ਸਾਰੇ ਕੇਸਾਂ ਵਿੱਚ ਉਹਨੂੰ ਸਜ਼ਾ ਹੋ ਗਈ ਹੈ। ਉਹਨੇ ਜਿੰਨੇ ਮਰਵਾਏ ਨੇ ਸਭ ਤੋਂ ਉਹ ਲੋਕ ਮਰਵਾਏ ਨੇ ਜਿਹੜੇ ਸਭ ਤੋਂ ਪਹਿਲਾਂ ਉਹਦੇ ਰਾਜਦਾਰ ਸੀਗੇ। ਸੋ ਜਿਹੜਾ ਹੰਕਾਰੀ ਤੇ ਦੱਬੀ ਮਨੁੱਖ ਹੁੰਦਾ ਏ, ਜਿਹੜੇ ਉਹਨਾਂ ਦੇ ਰਾਜਦਾਰ ਹੁੰਦੇ ਆ, ਜਿਹੜੇ ਉਹਨਾਂ ਦੇ ਝੂਠੇ ਪ੍ਰਸ਼ੰਸਕ ਹੁੰਦੇ ਆ, ਜਿਹੜੇ ਉਹਨਾਂ ਦੇ ਦੁਆਲੇ ਇਸ ਤਰ੍ਹਾਂ ਦਾ ਸੰਸਾਰ ਰਚਦੇ ਆ, ਸਭ ਤੋਂ ਪਹਿਲਾਂ ਉਹਨਾਂ ਦਾ ਅੰਤ ਹੁੰਦਾ ਏ। ਫਿਰ ਉਸ ਤੋਂ ਬਾਅਦ ਜਿਹੜਾ ਉਹ ਆਪ ਹੰਕਾਰੀ ਮਨੁੱਖ ਆ ਉਹਦਾ ਵੀ ਅੰਤ ਹੁੰਦਾ ਏ। ਸੋ ਜਦੋਂ ਮਨੁੱਖ ਇਹ ਸਮਝ ਲੈਂਦਾ ਕਿ ਮੈਂ ਦੁਨੀਆ ਦਾ ਸਭ ਤੋਂ ਸਰਵਉੱਤਮ ਮਨੁੱਖ ਹੈ, ਮੇਰੇ ਤੇ ਬਰਾਬਰ ਹੀ ਕੋਈ ਨਹੀਂ, ਉਹ ਫਿਰ ਇਸ ਤਰ੍ਹਾਂ ਦੇ ਜਿਹੜੇ ਅਡੰਬਰ ਉਹ ਰਚਦਾ ਹੈ, ਔਰ ਅਖੀਰ ਤੇ ਉਹਨਾਂ ਅਡੰਬਰਾਂ ਦਾ ਹੀ ਉਹ ਜਿਹੜਾ ਹੈ ਸ਼ਿਕਾਰ ਹੁੰਦਾ ਹੈ। ਤੋ ਅਜਿਹੇ ਲੋਕਾਂ ਦੇ ਦੁਆਲੇ ਉਹ ਕਹਿੰਦੇ ਆ ਨਾ, ਸਭ ਤੋਂ ਖਤਰਨਾਕ ਉਹ ਹੁੰਦਾ ਹੈ, ਤੁਹਾਡਾ ਅਸਲੀ ਮਿੱਤਰ ਉਹ ਆ ਜਿਹੜਾ ਤੁਹਾਡੇ ਮੂੰਹ ਦੇ ਉੱਤੇ, ਤੁਹਾਡੇ ਸਾਹਮਣੇ ਤੁਹਾਡੀਆਂ ਕਮੀਆਂ ਗਿਣਾਏ, ਬਟ ਜਿਹੜਾ ਤੁਹਾਡੀਆਂ ਕਮੀਆਂ ਨੂੰ ਵੀ ਤੁਹਾਡੀ ਪ੍ਰਸ਼ੰਸਾ ਬਣਾ ਕੇ ਪੇਸ਼ ਕਰੇ, ਉਹ ਤੁਹਾਡੇ ਲਈ ਜ਼ਿੰਦਗੀ ਦਾ ਜ਼ਹਿਰ ਹੁੰਦਾ ਹੈ। ਔਰ ਜਿਹੜੀ ਝੂਠੀ ਪ੍ਰਸ਼ੰਸਾ ਹੈ ਨਾ ਗਿੱਲ ਸਾਹਿਬ, ਉਹ ਤੁਹਾਨੂੰ ਹਮੇਸ਼ਾ ਹੀ ਖਤਰਨਾਕ ਬਣਾਉਂਦੀ। ਮੱਖਣ ਬਾਰੇ ਇੱਕ ਗੱਲ ਹੈ, ਜਿਹੜਾ ਮੱਖਣ ਬਟਰ ਜਿਹਨੂੰ ਆਪਾਂ ਕਹਿੰਦੇ ਆ, ਮੱਖਣ ਬਾਰੇ ਹੁੰਦਾ ਕਿ ਜਿੱਦਾਂ ਉਹਦੀ ਪ੍ਰਸ਼ੰਸਾ ਨੂੰ 2 4 5 ਵਾਰ ਧੋ ਲਓ ਤੇ ਉਹ ਜਿਹੜਾ ਵਧੀਆ ਬਣਦਾ ਜਾਂਦਾ ਹੈ। ਬਟ ਉਹ ਕਹਿੰਦੇ ਅਖੀਰ ਤੇ ਜੇ ਉਹਨੂੰ 100 ਵਾਰ ਤੱਕ ਧੋ ਲਓ ਤੇ ਉਹੀ ਮੱਖਣ ਜ਼ਹਿਰ ਬਣ ਜਾਂਦਾ। ਚਾਹੀਦਾ ਤੇ ਇਹ ਆ ਕਿ ਜਿੰਨੀ ਵਾਰ ਉਹਨੂੰ ਧੋਵੋ ਉਨੀ ਵਾਰ ਉਹ ਵਧੀਆ ਬਣਦਾ, ਪਰ 5ਵੀਂ 6ਵੀਂ ਵਾਰ ਤੋਂ ਵੱਧ ਉਹ ਜ਼ਹਿਰ ਬਣ ਜਾਂਦਾ। ਇਹ ਇੱਕ ਧਾਰਨਾ ਹੈ, ਮੈਂ ਨਹੀਂ ਇਹ ਤਜਰਬਾ ਕਰਕੇ ਕਦੀ ਵੇਖਿਆ, ਬਟ ਸਮਾਜ ਵਿੱਚ ਧਾਰਨਾ ਇਹ ਸੱਚੀ ਗੱਲ। ਇਸ ਕਰਕੇ ਜਿਹੜੇ ਤੇ ਤੁਹਾਡੇ ਸੱਜਣ ਮਿੱਤਰ ਨੇ ਉਹ ਤੁਹਾਨੂੰ ਤੁਹਾਡੀ ਪ੍ਰਸ਼ੰਸਾ ਕਰਦੇ ਆ ਤਾਂ ਕਿ ਤੁਸੀਂ ਜਿਹੜੇ ਚੰਗੇ ਕੰਮ ਹੋਰ ਕਰੋ। ਬਟ ਜਿਹੜੇ ਦੰਭੀ ਲੋਕ ਹੈ, ਜਿਹੜੇ ਤੁਹਾਡੀ ਫਲੈਟਰਿੰਗ ਕਰ ਰਹੇ ਆ, ਉਹ ਬੇਸਿਕਲੀ ਤੁਹਾਡੇ ਦੁਆਲੇ ਇੱਕ ਇਹੋ ਜਿਹੀ ਦੁਆਰ, ਇਹੋ ਜਿਹਾ ਤੰਬੂ, ਇਹੋ ਜਿਹੀ ਇੱਕ ਫੈਂਸ ਲਾ ਦਿੰਦੇ ਆ ਕਿ ਤੁਸੀਂ ਉਹ ਚੰਗੇ ਕੰਮਾਂ ਤੋਂ ਬਾਹਰ ਨਿਕਲ ਜਾਂਦੇ ਹੋ। ਸੋ ਇਸ ਕਰਕੇ ਹਮੇਸ਼ਾ ਹੀ ਤੁਹਾਡੇ ਦੁਆਲੇ ਜਿਹੜਾ ਆਤਮ ਵਿਸ਼ਵਾਸੀ ਮਨੁੱਖ ਹੈ, ਪਹਿਲੀ ਗੱਲ ਤੇ ਉਹ ਇਸ ਗੱਲ ਦਾ ਵਿਸ਼ਲੇਸ਼ਣ ਕਰ ਲੈਂਦਾ ਹੈ ਕਿ ਇਹ ਮਨੁੱਖ ਮੇਰੀ ਪ੍ਰਸ਼ੰਸਾ ਕਰ ਰਿਹਾ ਹੈ ਕਿ ਮੇਰੀ ਫਲੈਟਰਿੰਗ ਕਰ ਰਿਹਾ ਹੈ। ਔਰ ਉਹ ਲੋਕ ਕਦੀ ਵੀ ਆਪਣੇ ਦੁਆਲੇ ਨਹੀਂ ਇਕੱਠੇ ਹੋਣ ਦੇਣੇ ਚਾਹੀਦੇ, ਰਸ਼ੀਅਨ ਕਹਾਣੀ ਮੁਤਾਬਕ, ਜਿਹੜੇ ਜ਼ਮੀਨ ਤੋਂ ਤੁਹਾਡੇ ਪੈਰ ਚੁੱਕਦੇ। ਜੇ ਉਹ ਤੁਹਾਡੇ ਜ਼ਮੀਨ ਤੋਂ ਪੈਰ ਚੁੱਕ ਦਿੰਦੇ ਆ ਝੂਠੀ ਫਲੈਟਰਿੰਗ ਕਰਕੇ, ਇਹਦਾ ਮਤਲਬ ਉਹ ਤੁਹਾਡਾ ਜਿਹੜਾ ਆਤਮ ਬਲ ਆ ਉਹਨੂੰ ਸਹਿਜੇ ਸਹਿਜੇ ਖੋਰਾ ਲਾ ਰਿਹਾ। ਤੇ ਜਦੋਂ ਮਨੁੱਖ ਦਾ ਆਤਮ ਬਲ ਜਿਹੜਾ ਹੈ ਉਹ ਘਟ ਜੇ, ਫਿਰ ਮਨੁੱਖ ਜਿਹੜਾ ਹੈ ਉਹ ਅੱਛਾ, 2 ਪੁਆਇੰਟ ਮੇਰੇ ਸਾਹਮਣੇ, 2 ਪੁਆਇੰਟ ਨੇ ਨਿੱਕੇ ਨਿੱਕੇ, ਸਮਾਂ ਆਪਣਾ ਹੋ ਗਿਆ ਵੈਸੇ, ਬਹੁਤ ਬਰੀਫ ਚ ਆਪਾਂ ਡਿਸਕਸ ਕਰ ਲੈਂਦੇ ਆ। ਇੱਕ ਤੇ ਕਿਹਾ ਜਾਂਦਾ ਹੈ ਕਿ ਆਪਣਾ ਆਤਮ ਵਿਸ਼ਵਾਸ ਬਣਾਏ ਰੱਖਣ ਲਈ ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰੋ, ਫਲਾਣਾ ਇਦਾਂ ਫਲਾਣਾ ਇਦਾਂ, ਮੈਂ ਕਿੱਦਾਂ ਰਹਿ ਗਿਆ, ਮੈਂ ਅੱਗੇ ਲੰਘ ਗਿਆ, ਪਿੱਛੇ ਰਹਿ ਗਿਆ। ਤੇ ਆਪਾਂ ਆਪਣੇ ਸਮਾਜ 'ਚ ਆਮ ਹੀ ਆ, ਆਪਣੇ ਬੱਚਿਆਂ ਨੂੰ ਜਦੋਂ ਅਸੀਂ ਕਹਿੰਦੇ ਦੇਖ ਯਾਰ ਦੂਜਾ ਕਿੰਨਾ ਵਧੀਆ ਪੜ੍ਹ ਗਿਆ, ਦੂਜਾ ਕੀ ਬਣ ਗਿਆ, ਮਤਲਬ ਆਪਣਾ ਸਿਸਟਮ ਇੱਕ ਢਾਂਚਾ ਇਹੋ ਜਿਹਾ ਜਿਹੜਾ ਤੁਲਨਾਤਮਕ ਆਪਾਂ ਇੱਕ ਦੂਜੇ ਨਾਲ ਕਰਦੇ ਆ ਕੰਪੈਰੀਜ਼ਨ। ਇਹ ਚੰਗਾ ਹੈ ਜਾਂ ਬੁਰਾ ਹੈ, ਜਾਂ ਕਿੰਨਾ ਕੁ ਬੁਰਾ ਹੈ? ਜੇ ਬੁਰਾ ਹੈ ਤੇ ਕਿੰਨਾ ਕੁ ਬੁਰਾ, ਚੰਗਾ ਤੇ ਉਹ ਤੋਂ ਕਿੰਨਾ ਕੁ ਹੋ ਸਕਦਾ? ਇੱਕ ਪੁਆਇੰਟ ਹੋ ਰਿਹਾ, ਉਹ ਵੀ ਨਾਲ ਹੀ ਕਰ ਲਿਓ। ਉਹ ਪੁਆਇੰਟ ਆ ਖੁਦ ਆਪਣੇ ਆਪ ਨਾਲ ਹਮਦਰਦੀ ਕਰਨੀ, ਆਪਣੇ ਆਪ ਨੂੰ ਪਛਾਣਨਾ, ਆਪਣੇ ਚੰਗੇ ਚੀਜ਼ਾਂ ਨੂੰ ਆਪ ਪਹਿਚਾਣ ਕਰਨੀ ਤੇ ਆਪਣੇ ਉਹਨਾਂ ਚੀਜ਼ਾਂ ਨਾਲ ਹਮਦਰਦੀ ਖੁਦ ਪੈਦਾ ਕਰਨੀ, ਆਪਣੇ ਆਪ ਨਾਲ, ਆਪਣੀ ਜ਼ਿੰਦਗੀ ਨਾਲ, ਆਪਣੇ ਸਰੀਰ ਨਾਲ, ਆਪਣੇ ਆਚਰਣ ਨਾਲ, ਆਪਣੇ ਚਿਗਰਦੇ ਨਾਲ ਹਮਦਰਦੀ ਤੇ ਪਿਆਰ ਦਾ ਵਾਤਾਵਰਨ ਸਿਰਜਣਾ। ਇਹ 2 ਚੀਜ਼ਾਂ ਵੇਖੋ ਜੀ, ਉਹਦੇ ਬਾਰੇ ਤੇ ਮੈਨੂੰ ਗੁਰੂ ਸਾਹਿਬ ਦਾ ਇੱਕ ਆਦੇਸ਼ ਬਹੁਤ ਪਿਆਰਾ ਲੱਗਦਾ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਤੁਸੀਂ ਆਪਣੇ ਨਾਲ ਹਮਦਰਦੀ ਕਰਦੇ ਆ, ਸਾਰਾ ਕੁਝ ਅਸੀਂ ਕਿੱਥੋਂ ਪੈਦਾ ਹੋਏ ਤੇ ਕਿੱਥੇ ਪਹੁੰਚੇ ਆ, ਇਹ ਗੱਲ ਜਦੋਂ ਤੱਕ ਤੁਹਾਡੇ ਮਨ ਵਿੱਚ ਰਹਿੰਦੀ ਹੈ ਤੇ ਤੁਹਾਨੂੰ ਸਾਰੀਆਂ ਹੀ ਚੀਜ਼ਾਂ ਦਾ ਗਿਆਨ ਰਹਿੰਦਾ ਹੈ। ਜੇ ਤੁਸੀਂ ਉਸ ਗੱਲ ਨੂੰ ਭੁੱਲ ਜਾਂਦੇ ਆ, ਆਪਣੇ ਮਨ ਦੀ ਗੱਲ ਨੂੰ, ਤੁਸੀਂ ਆਪਣੀਆਂ ਕਿੰਨਾ ਹਾਲਾਤਾਂ ਚੋਂ ਨਿਕਲ ਕੇ ਆਏ ਜੇ, ਤੇ ਫਿਰ ਵਿਨਾਸ਼ ਹੋਣਾ ਜਿਹੜਾ ਹੈ ਉਹ ਪੱਕੀ ਗੱਲ ਆ। ਮਨੁੱਖ ਘਮੰਡੀ ਹੋ ਜਾਂਦਾ ਹੈ, ਹੰਕਾਰੀ ਹੋ ਜਾਂਦਾ ਹੈ,
ਔਰ ਹੰਕਾਰੀ ਮਨੁੱਖ ਬਹੁਤ ਖਤਰਨਾਕ ਆ, ਉਹ ਬੜੇ ਭੈੜੇ ਫੈਸਲੇ ਕਰਦਾ ਏ। ਮੈਂ ਇੱਕ ਵੱਡੀ ਐਗਜ਼ਾਮਪਲ ਆਪਣੇ ਦਿਮਾਗ 'ਚ ਸਮਾਂ ਘਟ ਗਿਆ। ਬਟ ਜਿਹੜੀ ਦੂਜੀ ਗੱਲ ਦੱਸੀ ਆ ਕਿ ਕਿਸੇ ਦੇ ਨਾਲ ਆਪਣੀ ਤੁਲਨਾ ਕਰਨੀ, ਕਈ ਵਾਰ ਤਾਂ ਉਹ ਤੁਲਨਾ ਜਿਹੜੀ ਆ ਤੁਹਾਨੂੰ ਬਹੁਤ ਜ਼ਿੰਦਗੀ ਦੇ ਸਹੀ ਰਾਹ ਤੇ ਪਾਉਂਦੀ ਹੈ। ਤੁਸੀਂ ਇੱਕ ਪੜ੍ਹੇ ਲਿਖੇ ਬੰਦੇ ਨਾਲ ਆਪਣੀ ਤੁਲਨਾ ਕਰਦੇ ਜੇ ਵੀ ਉਹ ਬੰਦਾ ਇੰਨਾ ਪੜ੍ਹਿਆ ਏ, ਉਹ ਤੁਹਾਨੂੰ ਪ੍ਰੇਰਣਾ ਦਿੰਦਾ ਏ ਕਿ ਤੂੰ ਵੀ ਓਨਾ ਪੜ੍ਹ, ਤੂੰ ਵੀ ਉਹਦੇ ਵਾਂਗੂ ਬਣ। ਇੱਕ ਚੰਗਾ ਸਮਾਜ ਸੇਵੀ ਮਨੁੱਖ ਆ, ਉਹਨੂੰ ਦੁਨੀਆ ਬਹੁਤ ਸਤਿਕਾਰ ਦਿੰਦੀ ਹੈ, ਉਹ ਵੀ ਤੁਹਾਨੂੰ ਜਿਹੜਾ ਏ ਉਹ ਸਹੀ ਰਸਤੇ ਤੇ ਲੈ ਕੇ ਜਾਂਦਾ ਹੈ। ਔਰ ਜਦੋਂ ਤੁਸੀਂ ਇੱਕ ਦੰਭੀ, ਇੱਕ ਪਖੰਡੀ, ਇੱਕ ਠੱਗ ਕਿਸਮ ਦੇ ਲੋਕ ਨਾਲ ਆਪਣੀ ਤੁਲਨਾ ਕਰਦੇ ਆ, ਯਾਰ ਉਹ ਤਾਂ ਇੰਨਾ ਅਮੀਰ ਹੋ ਗਿਆ, ਉੱਥੇ ਵੀ ਸਾਡਾ ਇੱਕ ਗੱਲ ਪੱਕੀ ਹੈ ਕਿ ਸਾਡਾ ਜਿਹੜਾ ਦਿਮਾਗ ਹੈ, ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਇੱਕ ਸਾਡਾ ਜਿਹੜਾ ਅਚੇਤ ਤੇ ਸੁਚੇਤ ਮਨ ਆ, ਉਹ ਹਮੇਸ਼ਾ ਹੀ ਸਾਨੂੰ ਚੰਗੇ ਬੁਰੇ ਦੀ ਇੱਕ ਵਾਰ ਸ਼ਨਾਖਤ ਜ਼ਰੂਰ ਦੱਸਦਾ। ਔਰ ਕਈ ਵਾਰ ਅਸੀਂ ਉਹਦੀ ਜਿਹੜੀ ਦਿੱਤੀ ਹੋਈ ਅਗਵਾਈ ਆ ਉਹਨੂੰ ਦਬਾ ਦਿੰਨੇ ਆ, ਔਰ ਅਸੀਂ ਮਾੜੇ ਬੰਦਿਆਂ ਨਾਲ ਆਪਣੀ ਤੁਲਨਾ ਕਰਨਾ ਸ਼ੁਰੂ ਕਰ ਦਿੰਨੇ ਆ, ਔਰ ਉਹਨਾਂ ਦੇ ਮਗਰ ਲੱਗ ਕੇ ਮਾੜੇ ਕੰਮ ਕਰ ਦਿੰਨੇ ਆ। ਉੱਥੇ ਤੁਲਨਾ ਕਰਨੀ ਬਹੁਤ ਖਤਰਨਾਕ ਆ। ਪਰ ਕਿਸੇ ਚੰਗੇ ਮਨੁੱਖ ਦੇ ਮਗਰ ਲੱਗ ਕੇ ਉਹਦੇ ਨਾਲ ਆਪਣੀ ਤੁਲਨਾ ਕਰਨੀ ਵੀ ਉਹ ਬੰਦਾ ਇੰਨੇ ਘੱਟ ਰਿਸੋਰਸਸ ਹੋਣ ਤੇ ਵੀ ਐਸ ਮਿਹਨਤ ਤੇ ਮੇਰੇ ਕੋਲ ਥੋੜੇ ਵੱਧ ਰਿਸੋਰਸ ਆ, ਮੈਨੂੰ ਮਿਹਨਤ ਕਰਕੇ ਉਹਦੇ ਬਰਾਬਰ ਪਹੁੰਚਣਾ ਚਾਹੀਦਾ ਹੈ, ਜਾਂ ਉਹਦੇ ਤੋਂ ਕੋਈ ਸਿੱਖਿਆ ਲੈਣੀ ਚਾਹੀਦੀ ਆ, ਉਹ ਤੁਲਨਾ ਜਿਹੜੀ ਆ ਤੁਹਾਨੂੰ ਜ਼ਿੰਦਗੀ ਦੇ ਬੜੇ ਉੱਤਮ ਰਾਹ ਤੇ ਲੈ ਕੇ ਜਾਂਦੀ ਹੈ। ਬਹੁਤ ਬਹੁਤ ਧੰਨਵਾਦ ਜੀ। ਸਮਾਂ ਆਪਣਾ ਕਾਫੀ ਹੋ ਗਿਆ, ਵੈਸੇ ਕਾਫੀ ਪੁਆਇੰਟ ਆਪਾਂ ਹੋਰ ਇੱਥੇ ਡਿਸਕਸ ਕਰ ਸਕਦੇ, ਬੜਾ ਇੰਟਰਸਟਿੰਗ ਵੈਸੇ ਹੈ ਇਹ ਟੌਪਿਕ। ਚਲੋ ਜ਼ਿੰਦਗੀ ਨਾਲ ਜੁੜੇ ਹੋਏ ਹੋਰ ਵੱਖ-ਵੱਖ ਟੌਪਿਕ ਅਸੀਂ ਹਰ ਹਫ਼ਤੇ ਡਿਸਕਸ ਕਰਦੇ ਹਾਂ, ਤੇ ਇਹ 'ਚ ਰਹਿ ਗਈਆਂ ਕੁਝ ਗੱਲਾਂ ਅਗਲੇ ਕਿਸੇ ਐਪੀਸੋਡ 'ਚ ਹੋਰ ਢੰਗ ਨਾਲ ਵੀ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਾਂਗੇ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਬਹੁਤ ਸਾਰੀਆਂ ਗੱਲਾਂ ਨੂੰ ਬੜੇ ਸੰਖੇਪ ਤੇ ਬੜੇ ਭਾਵਪੂਰ ਤਰੀਕੇ ਨਾਲ ਸਮਝਾਇਆ ਸਾਨੂੰ। ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਧੰਨਵਾਦ। ਔਰ ਮੇਰੇ ਵੱਲੋਂ ਵੀ ਟੀਵੀ ਪੰਜਾਬੀ ਦੁਨੀਆ ਦੇ ਦਰਸ਼ਕਾਂ ਦਾ, ਤੁਹਾਡੀ ਟੈਕਨੀਕਲ ਟੀਮ ਦਾ ਜਿਹੜਾ ਹੈ ਬਹੁਤ ਬਹੁਤ ਸ਼ੁਕਰੀਆ। ਉੱਥੇ ਮੈਂ ਆਪਣੇ ਸਤਿਕਾਰਯੋਗ ਦਰਸ਼ਕਾਂ ਨੂੰ ਇੱਕ ਅਪੀਲ ਕਰਦਾ ਹਾਂ ਕਿ ਇਹ ਟੀਵੀ ਤੁਹਾਡਾ ਆਪਣਾ ਟੀਵੀ ਹੈ, ਇਹ ਤੁਹਾਡੀਆਂ ਹੀ ਗੱਲਾਂ ਕਰਦਾ ਹੈ, ਤੁਹਾਡੇ ਹੀ ਜੀਵਨ ਜਾਂਚ ਨਾਲ ਸੰਬੰਧਿਤ ਹੈ, ਔਰ ਤੁਹਾਡੀਆਂ ਹੀ ਸ਼ੁਭ ਇਛਾਵਾਂ ਤੇ ਆਧਾਰਿਤ ਆ। ਤੋ ਇਸ ਕਰਕੇ ਇਸ ਟੀਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਇਹਨੂੰ ਜਿਹੜਾ ਪ੍ਰਣਾਓ, ਇਹਨੂੰ ਪ੍ਰਣਾ ਕੇ ਦੂਜੇ ਲੋਕਾਂ ਨੂੰ ਪ੍ਰੇਰਿਤ ਕਰੋ ਕਿ ਉਹ ਇਹਨੂੰ ਅਪਣਾਉਣ, ਅਪਣਾ ਕੇ ਤੇ ਅਸੀਂ ਜ਼ਿੰਦਗੀ ਦੀ ਸਾਰਥਿਕਤਾ ਵਾਲੇ ਪਾਸੇ ਅੱਗੇ ਚੱਲ ਸਕੀਏ, ਔਰ ਇਸ ਟੀਵੀ ਨੂੰ ਨੋ ਲਾਸ ਨੋ ਪ੍ਰੋਫਿਟ ਦੇ ਉੱਤੇ ਤੁਹਾਡੀ ਸੇਵਾ ਵਿੱਚ ਸਦਾ ਹਾਜ਼ਰ ਰੱਖ ਸਕੀਏ। ਬਹੁਤ ਬਹੁਤ ਸ਼ੁਕਰੀਆ ਜੀ ਹੰਸਪਾਲ ਜੀ, ਬਹੁਤ ਧੰਨਵਾਦ। ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਗਿੱਲ ਸਾਹਿਬ, ਔਰ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜਿਹੜਾ ਸਾਡੇ ਪ੍ਰੋਗਰਾਮ ਨੂੰ ਸੁਣਦੇ ਨੇ ਆਪਣਾ ਕੀਮਤੀ ਸਮਾਂ ਕੱਢ ਕੇ, ਔਰ ਉਹਨਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਏ ਦਰਸ਼ਕਾਂ ਦੀ ਉਨੀ ਥੋੜੀ। ਜੀ।